ਪੰਜਾਬੀ ਭਾਸ਼ਾ ਨੂੰ ਮੁਹੱਬਤ ਕਰਨ ਵਾਲੇ ਹਰ ਇੱਕ ਸ਼ਖਸ, ਹਰ ਇੱਕ ਮੇਰੇ ਸਾਥੀ ਦਾ, ਹਰ ਇੱਕ ਵਿਦਿਆਰਥੀ ਦਾ ਪੰਜਾਬੀ ਦੀ ਇਸ ਆਨਲਾਈਨ ਕਲਾਸ ਦੇ ਵਿੱਚ ਇੱਕ ਵਾਰ ਦੁਬਾਰੇ ਤੋਂ ਜੀ ਆਇਆਂ ਨੂੰ ਬਹੁਤ-ਬਹੁਤ ਸਵਾਗਤ, ਧੰਨਵਾਦ। ਪਿਆਰੇ ਵਿਦਿਆਰਥੀਓ, ਆਪਾਂ ਰੀਟ ਦੇ ਵਿੱਚ ਲੈਵਲ 1 ਅਤੇ ਲੈਵਲ 2 ਦੀ ਯੂਨਿਟ ਨੰਬਰ 3 ਦਾ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਬਿੰਦੂ ਹੈ ਧੁਨੀ ਬੋਧ, ਉਹਦੇ ਨਾਲ ਸੰਬੰਧਿਤ ਪ੍ਰਸ਼ਨਾਂ ਨੂੰ ਹੱਲ ਕਰਨ ਦਾ ਆਪਾਂ ਅਭਿਆਸ ਕਰ ਰਹੇ ਹਾਂ। ਪਿਛਲੀ ਵੀਡੀਓ ਦੇ ਵਿੱਚ ਆਪਾਂ 10 ਪ੍ਰਸ਼ਨਾਂ ਨੂੰ ਹੱਲ ਕੀਤਾ ਸੀਗਾ ਤੇ ਇਸ ਵੀਡੀਓ ਦੇ ਵਿੱਚ ਮੇਰੀ ਕੋਸ਼ਿਸ਼ ਰਹੀ ਹੈ ਕਿ ਪ੍ਰਸ਼ਨਾਂ ਦੀ ਸੰਖਿਆ ਹੋਰ ਵੀ ਵਧਾਈ ਜਾਵੇ। ਜਿਨ੍ਹਾਂ ਮੇਰੇ ਪਿਆਰੇ ਸਾਥੀਆਂ ਨੇ ਉਹ ਵੀਡੀਓ ਹਜੇ ਤੱਕ ਨਹੀਂ ਦੇਖੀ, ਇਸ ਵੀਡੀਓ ਨੂੰ ਦੇਖਣ ਤੋਂ ਪਹਿਲਾਂ ਉਸ ਵੀਡੀਓ ਨੂੰ ਇੱਕ ਵਾਰ ਜ਼ਰੂਰ ਦੇਖਣਾ, ਕਿਉਂਕਿ ਇਹ ਸਾਰੀ ਇੱਕ ਲੜੀ ਦੇ ਰੂਪ ਦੇ ਵਿੱਚ ਹੈ ਤੇ ਆਪਾਂ ਇੱਕ ਕ੍ਰਮ ਦੇ ਨਾਲ ਇਸ ਦਾ ਅਧਿਐਨ ਕਰਨਾ ਹੈਗਾ। ਇਸ ਤੋਂ ਬਾਅਦ ਜੋ ਪ੍ਰਸ਼ਨ ਹੋਰ ਬਚਣਗੇ ਕੋਸ਼ਿਸ਼ ਕੀਤੀ ਜਾਊਗੀ ਉਹਨਾਂ ਨੂੰ ਲਿਆ ਜਾਵੇ ਤੇ ਇਹ ਪ੍ਰਸ਼ਨ ਕਰਨ ਤੋਂ ਬਾਅਦ ਆਪਣਾ ਜੋ ਇਹ ਬਿੰਦੂ ਹੋਊਗਾ ਧੁਨੀ ਬੋਧ, ਉਸ ਦਾ ਜੋ ਡਿਸਕ੍ਰਾਈਬ ਟਾਈਪ ਮਤਲਬ ਵਿਆਖਿਆਤਮਕ ਰੂਪ ਦੇ ਵਿੱਚ ਆਪਾਂ ਇੱਕ ਕਲਾਸ ਰੱਖਾਂਗੇ, ਜਿਹਦੇ ਵਿੱਚ ਆਪਾਂ ਇਹਨਾਂ ਨਾਲ ਸੰਬੰਧਿਤ ਜੋ ਪ੍ਰਸ਼ਨ ਹੈ ਉਹਦਾ ਇੱਕ ਨੋਟਸ ਦੇ ਰੂਪ ਦੇ ਵਿੱਚ ਆਪਾਂ ਲਿਖ ਕੇ ਨੋਟਸ ਤਿਆਰ ਕਰ ਸਕੀਏ ਤੇ ਜਿਹਨੂੰ ਆਪਾਂ ਰੀਡ ਦੇ ਵਿੱਚ ਪੜ੍ਹ ਕੇ ਚੰਗੇ ਨੰਬਰ ਲੈ ਸਕੀਏ। ਤਾਂ ਅੱਜ ਆਪਾਂ ਸ਼ੁਰੂ ਕਰਦੇ ਹਾਂ ਧੁਨੀ ਬੋਧ ਦਾ ਅਗਲਾ ਭਾਗ, ਪਾਰਟ 2 ਧੁਨੀ ਬੋਧ। ਅੱਜ ਦਾ ਆਪਣਾ ਸਾਥੀਓ ਪਹਿਲਾ ਪ੍ਰਸ਼ਨ ਆਪਣਾ ਕਿ ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ ਉਹਨਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ। ਦੇਖੋ ਪਿਆਰੇ ਸਾਥੀਓ ਕਿ ਇਹ ਪ੍ਰਸ਼ਨ ਪੜ੍ਹਨ ਦੇ ਵਿੱਚ ਬੜੇ ਹੀ ਸਧਾਰਨ ਜਿਹੇ ਲੱਗਦੇ ਹਨ, ਲੇਕਿਨ ਜੇਕਰ ਤੁਸੀਂ ਪਿਛਲੇ ਰੀਟ ਦੇ ਪੇਪਰ ਚੱਕ ਕੇ ਦੇਖੋਗੇ ਤਾਂ ਪ੍ਰਸ਼ਨ ਸਧਾਰਨ ਹੀ ਆਉਂਦੇ ਹਨ, ਕੋਈ ਇਹੋ ਨਹੀਂ ਕਿ ਬਹੁਤ ਹੀ ਗਹਿਰਾਈ ਵਾਲੇ ਆਉਂਦੇ ਹਨ। ਲੇਕਿਨ ਕਈ ਵਾਰੀ ਸਧਾਰਨ ਪ੍ਰਸ਼ਨ ਵੀ ਮਾਤ ਦੇ ਜਾਂਦੇ ਹਨ ਜੇਕਰ ਉਹਨਾਂ ਨੂੰ ਢੰਗ ਨਾਲ ਪੜ੍ਹਿਆ ਨਾ ਜਾਵੇ। ਤਾਂ ਆਪਾਂ ਹਰ ਇੱਕ ਪ੍ਰਸ਼ਨ ਨੂੰ ਧਿਆਨ ਨਾਲ ਪੜ੍ਹਨਾ ਹੈਗਾ ਤੇ ਆਪਾਂ ਆਪਣੀ ਰੀਟ ਦੇ ਵਿੱਚ ਵੱਧ ਤੋਂ ਵੱਧ ਨੰਬਰ ਲੈਣ ਦੀ ਪੰਜਾਬੀ ਭਾਸ਼ਾ ਦੇ ਵਿੱਚ ਕੋਸ਼ਿਸ਼ ਕਰਨੀ ਹੈਗੀ ਹੈ। ਤਾਂ ਆਪਣਾ ਪਹਿਲਾ ਪ੍ਰਸ਼ਨ ਹੈ ਕਿ ਜਿਨ੍ਹਾਂ ਨਿਯਮਾਂ ਦੁਆਰਾ ਕਿਸੇ ਭਾਸ਼ਾ ਦਾ ਸਹੀ ਗਿਆਨ ਪ੍ਰਾਪਤ ਕੀਤਾ ਜਾਵੇ, ਕੀ ਕੀਤਾ ਜਾਵੇ? ਸਹੀ ਗਿਆਨ ਪ੍ਰਾਪਤ ਕੀਤਾ ਜਾਵੇ, ਉਹਨਾਂ ਨਿਯਮਾਂ ਨੂੰ ਕੀ ਕਿਹਾ ਜਾਂਦਾ ਹੈ? ਵਾਕ ਬੋਧ ਕਿਹਾ ਜਾਂਦਾ ਹੈ, ਵਰਨ ਬੋਧ ਕਿਹਾ ਜਾਂਦਾ ਹੈ, ਜਾਂ ਲਿਖਿਤ ਬੋਲੀ ਕਿਹਾ ਜਾਂਦਾ ਹੈ, ਜਾਂ ਵਿਆਕਰਣ ਕਿਹਾ ਜਾਂਦਾ ਹੈਗਾ। ਜੋ ਮੇਰੇ ਸਾਥੀ ਰੀਟ ਦੀ ਤਿਆਰੀ ਕਰ ਰਹੇ ਹਨ ਉਹਨਾਂ ਨੂੰ ਪਤਾ ਹੈ ਕਿ ਨਿਯਮਾਂ ਦਾ ਉਹ ਸੰਗ੍ਰਹਿ ਜਿਹਦੇ ਵਿੱਚ ਆਪਾਂ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ ਵਿੱਚ ਲਿਖਣ ਦਾ ਅਭਿਆਸ ਕਰਦੇ ਹਾਂ, ਪੜ੍ਹਨ ਦਾ ਅਭਿਆਸ ਕਰਦੇ ਹਾਂ, ਉਸ ਨੂੰ ਕੀ ਕਿਹਾ ਜਾਂਦਾ ਹੈ? ਵਿਆਕਰਣ ਕਿਹਾ ਜਾਂਦਾ ਹੈਗਾ। ਕੀ ਕਿਹਾ ਜਾਂਦਾ ਹੈ? ਵਿਆਕਰਣ ਕਿਹਾ ਜਾਂਦਾ ਹੈਗਾ। ਲੇਕਿਨ ਵਿਆਕਰਣ ਦੇ ਬਾਰੇ ਮੈਂ ਥੋੜ੍ਹੀ ਜਿਹੀ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਕਿ ਵੀ ਆਪਾਂ ਵਿਆਕਰਣ ਅਖੀਰ ਕਹਿੰਦੇ ਕਿਹਨੂੰ ਹਾਂ? ਵੀ ਵਿਆਕਰਣ ਆਪਾਂ ਕਿਸ ਨੂੰ ਕਹੀਏ ਕਿ ਵਿਆਕਰਣ ਹੁੰਦਾ ਹੈਗਾ? ਇਹ ਤਾਂ ਇੱਕ ਰੱਟੀ ਰਟਾਈ ਪਰਿਭਾਸ਼ਾ ਚੱਲਦੀ ਹੈਗੀ ਹੈ ਤੇ ਪਰੰਪਰਾ ਰੂਪ ਚੱਲ ਰਹੀ, ਆਪਾਂ ਸਾਰੇ ਪੜ੍ਹਦੇ ਹਾਂ ਕਿ ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ 'ਚ ਲਿਖਣ ਅਤੇ ਬੋਲਣ ਲਈ ਜੋ ਵਿਆਕਰਣ ਦਾ ਇੱਕ ਸੰਗ੍ਰਹਿ ਬਣਾਇਆ ਜਾਂਦਾ ਹੈਗਾ, ਇੱਕ ਬੰਦ ਬਣਾਇਆ ਜਾਂਦਾ ਹੈਗਾ, ਇਕੱਠ ਹੁੰਦਾ ਹੈਗਾ, ਠੀਕ ਹੈ ਨਾ, ਉਹ ਸਾਰਾ ਕੀ ਹੁੰਦਾ? ਵਿਆਕਰਣ ਹੁੰਦਾ ਹੈਗਾ। ਲੇਕਿਨ ਜੇਕਰ ਆਪਾਂ ਗੱਲ ਕਰੀਏ ਵੀ ਵਿਆਕਰਣ ਦਾ ਸ਼ਾਬਦਿਕ ਅਰਥ ਕੀ ਹੈ? ਸ਼ਾਬਦਿਕ ਅਰਥ, ਤਾਂ ਵਿਆਕਰਣ ਦਾ ਸ਼ਾਬਦਿਕ ਅਰਥ ਹੁੰਦਾ ਪਿਆਰੇ ਵਿਦਿਆਰਥੀਓ ਤੋੜਨਾ, ਜਿਹਨੂੰ ਆਪਾਂ ਨਿਖੇੜਨਾ ਕਹਿ ਸਕਦੇ ਹਾਂ, ਜਾਂ ਹੁੰਦਾ ਹੈ ਵਿਸ਼ਲੇਸ਼ਣ ਕਰਨਾ। ਵਿਸ਼ਲੇਸ਼ਣ ਵਿਸ਼ਲੇਸ਼ਣ ਕਰਨਾ। ਹੁਣ ਤੁਸੀਂ ਇਹ ਸੋਚੋਗੇ ਕਿ ਵੀ ਵਿਆਕਰਣ ਉਹਦਾ ਮਤਲਬ ਤੋੜਨਾ ਜਾਂ ਨਿਖੇੜਨਾ ਜਾਂ ਵਿਸ਼ਲੇਸ਼ਣ ਕਰਨਾ, ਇਹ ਕਿੱਥੇ ਜੁੜਦਾ ਇਹਦੇ ਨਾਲ?
ਦੇਖੋ ਭਾਸ਼ਾ ਦੇ ਵਿੱਚ ਕੀ ਹੈ, ਭਾਸ਼ਾ ਕਦੋਂ ਸੰਪੂਰਨ ਹੁੰਦੀ ਹੈਗੀ ਹੈ, ਕੋਈ ਵੀ ਗੱਲ ਕਦੋਂ ਸੰਪੂਰਨ ਹੁੰਦੀ ਹੈ, ਜਦੋਂ ਕਿਸੇ ਵਾਕ 'ਚ ਹੁੰਦੀ ਹੈ। ਮੰਨ ਲਓ ਕਿ ਮੈਂ ਵਾਕ ਲਿਖਤਾ ਹੈਗਾ ਹੈ, ਰਾਮ ਬਾਜ਼ਾਰ ਜਾਂਦਾ ਹੈ, ਆ ਪੂਰਾ ਵਾਕ ਹੈ। ਲੇਕਿਨ ਵਿਆਕਰਣ ਦੇ ਵਿੱਚ ਕੀ ਹੁੰਦਾ ਹੈ, ਉਸ ਨੂੰ ਨਿਖੇੜ ਕੇ ਤੋੜ ਕੇ ਉਹਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈਗਾ, ਉਹਦੀ ਹਰ ਇੱਕ ਤੱਥ ਦੀ ਜਾਣਕਾਰੀ ਲਿੱਤੀ ਜਾਂਦੀ ਹੈਗੀ ਹੈ ਕਿ ਉਹ ਸਹੀ ਥਾਂ ਤੇ ਸਹੀ ਕ੍ਰਮ ਤੇ ਹੈਗਾ ਕਿ ਹੈ ਨਹੀਂਗਾ। ਹੁਣ ਦੇਖੋ ਵਾਕ ਨੂੰ ਆਪਾਂ ਕੀ ਕਰਦੇ ਹਾਂ, ਤੋੜ ਲੈਂਦੇ ਹੈਗੇ ਆ, ਵਾਕ ਨੂੰ ਉਪਵਾਕਾਂ 'ਚ ਤੋੜ ਲੈਂਦੇ ਹਾਂ, ਫਿਰ ਉਪਵਾਕ ਨੂੰ ਆਪਾਂ ਅੱਗੇ ਹੋਰ ਛੋਟੇ ਵਾਕਿਆਂਸ਼ਾਂ 'ਚ ਤੋੜਦੇ ਹਾਂ, ਫਿਰ ਆਪਾਂ ਵਾਕ ਨੂੰ ਸ਼ਬਦਾਂ ਦੇ ਵਿੱਚ ਤੋੜ ਲੈਂਦੇ ਹਾਂ। ਆ ਵੀ ਇੱਕ ਪ੍ਰਕਾਰ ਦਾ ਕੀ ਹੋ ਗਿਆ, ਤੋੜਨਾ ਹੋ ਗਿਆ, ਨਿਖੇੜਨਾ ਹੋ ਗਿਆ। ਫਿਰ ਸ਼ਬਦਾਂ ਨੂੰ ਗਾਂ ਆਪਾਂ ਵਰਨਾਂ ਦੇ ਵਿੱਚ ਤੋੜ ਲੈਂਦੇ ਹਾਂ, ਜਿਵੇਂ ਆਰਾਮ ਲਿਖਿਆ ਹੈ ਤਾਂ ਮੈਂ ਰੱਰੇ ਨੂੰ ਅੱਡ ਕਰਦਿਆਂ, ਕੰਨੇ ਨੂੰ ਅੱਡ ਕਰਦਿਆਂ, ਮੰਮੇ ਨੂੰ ਅੱਡ ਕਰਦਿਆਂ ਇਹਨੂੰ ਹੋਗਾ ਨਿਖੇੜ ਲਿਆ, ਗਿਆ ਤੋੜ ਲਿਆ। ਤਾਂ ਕਹਿਣ ਦਾ ਮਤਲਬ ਕਿ ਕਿਸੇ ਵੀ ਚੀਜ਼ ਨੂੰ ਤੋੜ ਕੇ ਨਿਖੇੜ ਕੇ ਉਹਦਾ ਵਿਸ਼ਲੇਸ਼ਣ ਕਰਨਾ, ਉਹਦੇ ਗਹਿਰਾਈ 'ਚ ਉਹਦੇ ਤੱਥਾਂ ਨੂੰ ਜਾਣਨਾ, ਉਹੀ ਕੀ ਚੀਜ਼ ਹੁੰਦੀ ਹੈ, ਵਿਆਕਰਣ ਹੁੰਦੀ ਹੈਗੀ ਹੈ। ਲੇਕਿਨ ਜਿਹੜੀ ਇਹਦੀ ਪਰੰਪਰਾ ਰੂਪ ਨਾਲ ਜਿਹੜੀ ਪ੍ਰਚਲਿਤ ਜਿਹੜੀ ਪਰਿਭਾਸ਼ਾ ਚੱਲਦੀ ਉਹੀ ਹੈ ਜੋ ਆਪਾਂ ਪਿੱਛੇ ਹੁਣੀ ਗੱਲ ਕੀਤੀ ਹੈਗੀ ਹੈ ਕਿ ਕਿਸੇ ਵੀ ਚੀਜ਼ ਨੂੰ ਸ਼ੁੱਧ ਰੂਪ ਵਿੱਚ, ਕਿਸੇ ਵੀ ਭਾਸ਼ਾ ਨੂੰ ਸ਼ੁੱਧ ਰੂਪ 'ਚ ਪੜ੍ਹਨ ਖਾਤਰ, ਲਿਖਣ ਖਾਤਰ ਜਿਹੜੇ ਨਿਯਮਾਂ ਦਾ ਜਿਹੜਾ ਸੰਗ੍ਰਹਿ ਹੁੰਦਾ ਹੈਗਾ ਉਹਨੂੰ ਕੀ ਕਿਹਾ ਜਾਂਦਾ ਹੈਗਾ, ਵਿਆਕਰਣ ਕਿਹਾ ਜਾਂਦਾ ਹੈਗਾ। ਇਹ ਤਾਂ ਹੋਈ ਸਾਥੀਓ ਇਹਦੇ ਬਾਰੇ ਛੋਟੀ ਜਿਹੀ ਇਹਦੀ ਸ਼ਾਬਦਿਕ ਅਰਥ ਦੀ ਗੱਲ, ਵੀ ਇਹਦਾ ਸ਼ਾਬਦਿਕ ਅਰਥ ਕੀ ਹੈਗਾ। ਜੇਕਰ ਵਿਆਕਰਣ ਦੇ ਬਾਰੇ ਹੋਰ ਗੱਲ ਕੀਤੀ ਜਾਵੇ ਵੀ ਵਿਆਕਰਣ ਦੇ ਬਾਰੇ ਹੋਰ ਗੱਲ ਕੀਤੀ ਜਾਵੇ ਵੀ ਪਹਿਲਾ ਵਿਆਕਰਣ ਕੀ ਸੀਗਾ, ਕਿਵੇਂ ਸੀਗਾ, ਜਾਂ ਜਿਹੜੇ ਪ੍ਰਸ਼ਨ ਆਮ ਅਮੂਮਨ ਛੋਟੇ ਮੋਟੇ ਕਿਤੇ ਆ ਜਾਂਦੇ ਹੈਗੇ। ਤਾਂ ਵਿਆਕਰਣਾਂ ਦਾ ਜੇ ਆਪਾਂ ਅਤੀਤ ਜਾਣੀਏ ਤਾਂ ਸਾਥੀਓ ਕਿ ਸਭ ਤੋਂ ਪਹਿਲਾਂ ਜਿਹੜਾ ਪਹਿਲਾ ਵਿਆਕਰਣ ਮੰਨਿਆ ਜਾਂਦਾ ਹੈਗਾ ਉਹ ਇੱਕ ਪਾਣਨੀ ਨਾਮ ਦਾ ਇੱਕ ਆਚਾਰਿਆ ਹੈ ਜੋ ਕਿ ਤਕਸ਼ੀਲਾ ਯੂਨੀਵਰਸਿਟੀ ਦੇ ਵਿੱਚ ਪੜ੍ਹਦਾ ਸੀਗਾ। ਉਹਦਾ ਮੰਨਿਆ ਜਾਂਦਾ ਹੈ, ਉਹਦਾ ਨਾਮ ਹੈ ਅਸ਼ਟਾਧਿਆਇ। ਇਹ ਆਪਣੀਆਂ ਜਿਹੜੀਆਂ ਪੰਜਾਬੀ ਦੀਆਂ ਵਿਆਕਰਣ ਹੈਗੀਆਂ ਸਾਰੀਆਂ ਉੱਥੋਂ ਹੀ ਸੇਧ ਲੈ ਕੇ ਤੁਰਦੀਆਂ ਹੈਗੀਆਂ। ਇਹਦਾ ਹੀ ਸਾਥੀ ਹੈ ਅਗਲਾ ਜਿਹਦਾ ਨਾਮ ਹੈ ਪਤੰਜਲੀ। ਇਹਦੀ ਵਿਆਕਰਣ ਹੈ ਜਿਹਦਾ ਨਾਮ ਹੈ ਮਹਾਭਾष्य। ਆ ਤਾਂ ਪਾਣਨੀ ਦੀ ਹੈ ਅਸ਼ਟਾਧਿਆਇ, ਆ ਪਤੰਜਲੀ ਦੀ ਹੈ ਜਿਹਦਾ ਨਾਮ ਹੈ ਮਹਾਭਾष्य। ਇਹਨਾਂ ਦੋਨਾਂ ਦੀਆਂ ਕਿਤਾਬਾਂ ਨੂੰ ਸਾਥੀਓ, ਦੋਨਾਂ ਦੀਆਂ ਹੀ ਕਿਤਾਬਾਂ ਨੂੰ, ਦੋਨਾਂ ਦੀਆਂ ਵਿਆਕਰਣ ਦੀਆਂ ਕਿਤਾਬਾਂ ਨੂੰ ਸ਼ਬਦ ਅਨੁਸ਼ਾਸਨ ਕਿਹਾ ਜਾਂਦਾ ਹੈਗਾ। ਸ਼ਬਦ ਅਨੁਸ਼ਾਸਨ ਦੋਨਾਂ ਨੂੰ ਮਿਲਾ ਕੇ, ਜੇ ਆਪਣੇ ਕਿਤੇ ਪ੍ਰਸ਼ਨ ਆ ਜਾਵੇ ਵੀ ਸ਼ਬਦ ਅਨੁਸ਼ਾਸਨ ਤੋਂ ਕੀ ਭਾਵ ਹੈ, ਤਾਂ ਇਹਨਾਂ ਦੋਨਾਂ ਦੀਆਂ ਜਿਹੜੀਆਂ ਵਿਆਕਰਣ ਦੀਆਂ ਕਿਤਾਬਾਂ ਹੈਗੀਆਂ ਉਹ ਕੀ ਹੈਗੀਆਂ, ਸ਼ਬਦ ਅਨੁਸ਼ਾਸਨ 'ਚ ਆ ਜਾਂਦੀਆਂ ਹੈਗੀਆਂ। ਉਸ ਤੋਂ ਇਲਾਵਾ ਬਰਤਰੀ ਬਾਅਦ 'ਚ ਲਿਖਦਾ ਹੈ ਕਿਤਾਬ, ਠੀਕ ਹੈ ਨਾ। ਇਸ ਤਰੀਕੇ ਨਾਲ ਵਿਆਕਰਣ ਦੀਆਂ ਕਿਤਾਬਾਂ ਚੱਲਦੀਆਂ ਹੈਗੀਆਂ। ਇਹ ਹੁਣ ਇੱਕ ਥੋੜਾ ਡੀਪ ਟੌਪਿਕ ਹੈਗਾ, ਆਪਾਂ ਸਿਰਫ ਵਿਆਕਰਣ ਦੇ ਬਾਰੇ ਬੇਸਿਕ ਜਾਣਕਾਰੀ ਕਰ ਰਹੇ ਹਾਂ। ਬਾਕੀ ਜੋ ਡਿਟੇਲ ਦੀ ਜਾਣਕਾਰੀ ਹੋਊਗੀ ਆਪਾਂ ਕਲਾਸ 'ਚ ਅੱਗੇ ਕਰਾਂਗੇ, ਜੋ ਆਪਾਂ ਡਿਸਕ੍ਰਾਈਬ ਟਾਈਪ ਦੀ ਕਲਾਸ ਲਾਵਾਂਗੇ। ਹੁਣ ਇੰਨਾ ਹੀ ਵਿਆਕਰਣਾਂ ਨੂੰ ਪੰਜਾਬੀ ਦੀਆਂ ਵਿਆਕਰਣਾਂ ਦਾ ਸਰੋਤ ਮੰਨਿਆ ਜਾਂਦਾ ਹੈਗਾ। ਡਾਕਟਰ ਜੋ ਪ੍ਰੇਮ ਪ੍ਰਕਾਸ਼ ਜੀ ਧਾਲੀਵਾਲ ਹੈ, ਪ੍ਰੇਮ ਪ੍ਰਕਾਸ਼ ਧਾਲੀਵਾਲ ਸਾਹਿਬ, ਉਹ ਤਾਂ ਐਂ ਕਹਿੰਦੇ ਹੈਗੇ ਹੈ ਕਿ ਸਿੰਧ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ, ਸਿੰਧ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਜੇਕਰ ਪ੍ਰਾਚੀਨ ਮੈਂ ਵਿਆਕਰਣ ਦੀ ਗੱਲ ਕਰਾਂ ਤਾਂ ਉਹ ਪੰਜਾਬ ਦੀ ਧਰਤੀ ਤੇ ਲਿਖਿਆ ਗਿਆ, ਤੇ ਮੈਂ ਉਸਨੂੰ ਪੁਰਾਣੀ ਪੰਜਾਬੀ ਹੀ ਕਹਿਣਾ ਹਾਂ। ਚਲੋ ਇਹ ਗੱਲ ਵੱਖਰੀ ਹੈ। ਇਹ ਤਾਂ ਹੋਈ ਸਾਥੀਓ। ਉਸ ਤੋਂ ਬਾਅਦ ਆਪਾਂ ਇਹ ਪੜ੍ਹਦੇ ਹੈਗੇ ਹਾਂ ਸੰਸਕ੍ਰਿਤ ਦੇ ਵਿੱਚ ਵੀ ਪਹਿਲਾਂ ਜੀ ਵੈਦਿਕ ਸੀਗੀ, ਉਸ ਤੋਂ ਬਾਅਦ ਇਹ ਸੰਸਕ੍ਰਿਤ ਜਿਨ੍ਹਾਂ ਨੇ ਇਹਨਾਂ ਵਿਆਕਰਣਾਂ ਨੇ ਉਹਨੂੰ ਇੱਕ ਵਿਆਕਰਣ ਬੰਦ ਕੀਤਾ। ਉਸ ਤੋਂ ਬਾਅਦ ਉਹ ਲੌਕਿਕ ਸੰਸਕ੍ਰਿਤ ਤੇ ਸੰਸਕ੍ਰਿਤ ਕਹਾਈ, ਉਹ ਗੱਲ ਵੱਖਰੀਆਂ ਹੈਗੀਆਂ, ਭਾਸ਼ਾ ਦੀਆਂ ਬਾਅਦ 'ਚ ਕਰਾਂਗੇ। ਇਸ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਕਿ 19ਵੀਂ ਸ਼ਤਾਬਦੀ ਦੇ ਵਿੱਚ ਪੰਜਾਬੀ ਦੇ ਵਿਆਕਰਣ ਬਾਰੇ ਕੋਈ ਕਿਸ ਵਿਅਕਤੀ ਨੇ ਕੋਸ਼ਿਸ਼ ਕੀਤੀ, ਤਾਂ ਆਪਾਂ ਜਾਣਦੇ ਹਾਂ ਕਿ
ਜੋ 19ਵੀਂ ਸ਼ਤਾਬਦੀ ਦੇ ਬਾਅਦ ਖਾਸ ਕਰਕੇ ਮਹਾਰਾਜਾ ਰਣਜੀਤ ਸਿੰਘ ਕਾਲ ਤੇ ਉਸ ਤੋਂ ਬਾਅਦ ਪੰਜਾਬ ਜਦੋਂ ਅੰਗਰੇਜ਼ਾਂ ਦਾ ਗੁਲਾਮ ਹੋਇਆ ਤਾਂ ਅੰਗਰੇਜ਼ਾਂ ਦਾ ਜਦੋਂ ਪੰਜਾਬ 'ਚ ਦਾਖਲਾ ਹੁੰਦਾ ਹੈ ਤਾਂ ਉਹਨਾਂ ਨੂੰ ਇਸ ਚੀਜ਼ ਦੀ ਸਮਝ ਆਉਂਦੀ ਹੈ ਕਿ ਇਹਨਾਂ ਉੱਤੇ ਰਾਜ ਕਰਨ ਤੋਂ ਪਹਿਲਾਂ ਇਹਨਾਂ ਦੇ ਕਲਚਰ ਨੂੰ, ਇਹਨਾਂ ਦੇ ਸੱਭਿਆਚਾਰ ਨੂੰ, ਇਹਨਾਂ ਦੀ ਹਰ ਇੱਕ ਚੀਜ਼ ਨੂੰ ਜਾਣਨਾ ਜ਼ਰੂਰੀ ਹੈਗਾ। ਇਹਨਾਂ ਦੇ ਧਰਮ ਦੇ ਵਿੱਚ ਵੜਨਾ ਬਹੁਤ ਜ਼ਰੂਰੀ ਹੈ। ਤਾਂ ਉੱਥੇ ਉਹਨਾਂ ਨੇ ਈਸਾਈ ਧਰਮ ਦਾ ਇੰਟਰਫੇਅਰ ਕਰਨ ਖਾਤਰ ਈਸਾਈ ਮਿਸ਼ਨਰੀਆਂ ਦੀ ਸਥਾਪਨਾ ਕੀਤੀ, ਛਾਪੇਖਾਨਿਆਂ ਦੀ ਸ਼ੁਰੂਆਤ ਕੀਤੀ ਤੇ ਉਸ ਸਮੇਂ ਉਹਨਾਂ ਨੇ ਕੁਝ ਪੰਜਾਬੀ ਵਿਆਕਰਣ ਦੀ ਵੀ ਰਚਨਾਵਾਂ ਕਰਵਾਈਆਂ, ਜਿਨ੍ਹਾਂ ਦੀ ਕਈਆਂ ਦੀ ਲਿਪੀ ਰੋਮਨ ਵੀ ਹੈ। ਉਹਨਾਂ ਦਾ ਮਤਲਬ ਜਾਂ ਉਹਨਾਂ ਦਾ ਮੰਤਵ ਇੱਕ ਹੀ ਸੀਗਾ ਕਿ ਪੰਜਾਬੀ ਸਿੱਖੀ ਜਾਵੇ, ਸਮਝੀ ਜਾਵੇ ਤੇ ਨਾਲੇ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜਾ ਪੰਜਾਬੀ ਕਲਚਰ ਹੈ, ਜੋ ਪੰਜਾਬੀ ਪੜ੍ਹਿਆ ਜਾ ਰਿਹਾ ਹੈ ਜਾਂ ਪੰਜਾਬੀ ਸਾਹਿਤ ਜਿੱਥੇ ਪੜ੍ਹਿਆ ਜਾ ਰਿਹਾ ਹੈ, ਉਹਦੇ ਵਿੱਚ ਕਿਸੇ ਨਾ ਕਿਸੇ ਰੂਪ ਦੇ ਵਿੱਚ ਈਸਾਈ ਮਤ ਦਾ ਪ੍ਰਵੇਸ਼ ਕੀਤਾ ਜਾਵੇ। ਇਹਦੇ ਖਾਤਰ ਈਸਾਈ ਮਿਸ਼ਨਰੀ ਦੀ ਸਥਾਪਨਾ ਹੋਈ ਸੀਗੀ। ਹੁਣ ਉਹਨਾਂ ਦੇ ਦੁਆਰਾ ਕੁਝ ਪ੍ਰਯਾਸ ਕੀਤੇ ਗਏ, ਉਹਨਾਂ ਬਾਰੇ ਆਪਾਂ ਗੱਲ ਕਰਦੇ ਹਾਂ। ਇਹਦੇ ਵਿੱਚ ਪਹਿਲਾ ਨਾਮ ਆਉਂਦਾ ਸਾਥੀਓ, ਉਹਦਾ ਨਾਮ ਹੈ ਡਾਕਟਰ ਵਿਲੀਅਮ ਕੈਰੀ। ਇਹ ਇੱਕ ਵਿਅਕਤੀ ਹੈ ਜੋ ਕਿ ਸਨ 1812 ਦੇ ਵਿੱਚ ਇੱਕ ਵਿਆਕਰਣ ਦੀ ਰਚਨਾ ਕਰਦਾ ਹੈਗਾ। ਇਸ ਨੂੰ ਪੰਜਾਬੀ ਦਾ ਪਹਿਲਾ ਵਿਆਕਰਣ ਮੰਨਿਆ ਜਾਂਦਾ ਹੈਗਾ। ਡਾਕਟਰ ਵਿਲੀਅਮ ਕੈਰੀ 1812 ਚ ਇਹਨੇ ਲਿਖਿਆ ਹੈਗਾ। ਉਸ ਤੋਂ ਬਾਅਦ ਇੱਕ ਵਿਅਕਤੀ ਹੋਰ ਆਉਂਦਾ ਹੈ ਜੋ ਲੀਜ ਨਾਂ ਤੋਂ ਹੈ, ਉਹ ਵੀ ਵਿਆਕਰਣ ਲਿਖਦਾ ਹੈਗਾ 1838 ਦੇ ਵਿੱਚ। ਮੈਂ ਲਿਖ ਦਿੰਦਾ ਲੀਜ ਨਾਂ ਤੋਂ ਹੈ, ਉਹ ਵਿਆਕਰਣ ਲਿਖਦਾ ਕਿਦੋਂ? 1838 ਦੇ ਵਿੱਚ। ਉਸ ਤੋਂ ਬਾਅਦ ਇੱਕ ਵਿਅਕਤੀ ਹੋਰ ਆਉਂਦਾ ਹੈ ਪੰਜਾਬੀ ਦੇ ਵਿੱਚ, ਪੰਜਾਬੀ 'ਚ ਵਿਆਕਰਣ ਲਿਖਣ ਵਾਲਾ, ਠੀਕ ਹੈ ਨਾ, ਉਹਦਾ ਨਾਮ ਹੈ ਜੇ ਵਿਲਸਨ। ਜੇ ਵਿਲਸਨ 1878 ਦੇ ਵਿੱਚ ਇੱਕ ਵਿਆਕਰਣ ਲਿਖਦਾ ਹੈਗਾ ਸੰਖੇਪ ਜੀ। ਸੰਖੇਪ ਜੀ ਕਹਿੰਦਾ ਮਤਲਬ ਸਿਰਫ ਉਹਦੇ 66 ਪੰਨੇ ਹੈ ਤੇ ਖਾਸ ਕਰਕੇ ਇਹ ਉਪਭਾਸ਼ਾ ਨਾਲ ਸੰਬੰਧਿਤ ਹੈਗੀ ਹੈ, ਠੀਕ ਹੈ ਨਾ। ਇਹਦੇ ਵਿੱਚ ਕੀ ਸ਼ਬਦ ਕੀ ਹੈ ਜਾਂ ਵਾਕ ਕੀ ਹੈ ਉਹਦੇ ਬਾਰੇ ਜਾਣਕਾਰੀ ਹੈ ਨਹੀਂ ਗੀ। ਉਸ ਤੋਂ ਬਾਅਦ ਇੱਕ ਵਿਅਕਤੀ ਹੋਰ ਆਉਂਦਾ ਹੈ ਜਿਹਦਾ ਨਾਮ ਹੈ ਜੌਨ ਨਿਊਟਨ। ਇਹ ਸਾਥੀਓ 1898 ਦੇ ਵਿੱਚ ਇੱਕ ਵਿਆਕਰਣ ਲਿਖਦਾ ਹੈਗਾ ਜਿਹਦੇ ਵਿੱਚ 17-18 ਅਧਿਆਏ ਹੈਗੇ ਹੈ, ਠੀਕ ਹੈ ਨਾ, ਚੈਪਟਰਸ ਹੈਗੇ। ਇਹ ਵੀ ਇਹਦੇ ਬਾਰੇ ਇਹਦੀ ਕੋਸ਼ਿਸ਼ ਹੁੰਦੀ ਹੈਗੀ ਹੈ ਪੰਜਾਬੀ ਦੇ ਵਿਆਕਰਣ ਦੇ ਬਾਰੇ। ਉਸ ਤੋਂ ਬਾਅਦ ਇੱਕ ਵਿਅਕਤੀ ਹੋਰ ਆਉਂਦਾ ਹੈਗਾ ਜਿਹਦਾ ਨਾਮ ਹੈ ਗ੍ਰਾਹਮ ਬੇਲੀ। ਇਹ 1904 ਦੇ ਵਿੱਚ ਇੱਕ ਵਿਆਕਰਣ ਲਿਖਦਾ ਹੈਗਾ ਪੰਜਾਬੀ ਦੀ। ਇਹਦੀ ਵਿਆਕਰਣ 1904 ਚ ਪ੍ਰਕਾਸ਼ਿਤ ਹੁੰਦੀ ਹੈਗੀ ਹੈ। ਉਸ ਤੋਂ ਬਾਅਦ ਇਹੀ ਬੰਦਾ ਗ੍ਰਾਹਮ ਬੇਲੀ ਤੇ ਕਨਿੰਗਮ ਨਾਮ ਦਾ ਇੱਕ ਵਿਅਕਤੀ, ਇਹ ਦੋਨੇ ਮਿਲ ਕੇ ਇੱਕ ਵਿਆਕਰਣ 1912 ਚ ਵੀ ਲਿਖਦੇ ਹੈਗੇ। ਤਾਂ ਕਹਿਣ ਦਾ ਮਤਲਬ ਇਹ ਵਿਆਕਰਣ ਦਾ ਪੰਜਾਬੀਆਂ ਦਾ ਇੱਕ ਦੌਰ ਰਹਿੰਦਾ ਹੈਗਾ। ਲੇਕਿਨ ਇਹਨਾਂ ਦਾ ਮੈਂ ਤੁਹਾਨੂੰ ਦੱਸਾਂ ਕਿ ਮੂਲ ਜਿਹੜਾ ਮਕਸਦ ਸੀਗਾ ਉਹ ਕੀ ਸੀਗਾ? ਉਹੀ ਈਸਾਈ ਧਰਮਾਂ ਦਾ ਕੀ ਕਰਨਾ? ਪ੍ਰਚਾਰ ਕਰਨਾ ਈਸਾਈ ਧਰਮ ਦਾ ਕਿਸੇ ਨਾ ਕਿਸੇ ਰੂਪ ਦੇ ਵਿੱਚ। ਕਿਉਂਕਿ ਜੋ ਬੱਚੇ ਹੁੰਦੇ ਹੈਗੇ ਹੈ ਉਹ ਅਬੋਧ ਹੁੰਦੇ ਆ ਤੇ ਉਹਨਾਂ ਦੇ ਮਨ ਮਸਤਿਸ਼ਕ ਤੇ ਤੁਸੀਂ ਕੋਈ ਵੀ ਪ੍ਰਭਾਵ ਪਾ ਸਕਦੇ ਹੋ ਉਹਨਾਂ ਦੀ ਕਿਤਾਬਾਂ ਦੇ ਮਾਧਿਅਮ ਦੇ ਨਾਲ। ਤਾਂ ਇਹ ਇੱਕ ਦੌਰ ਰਿਹਾ ਸੀਗਾ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ। ਲੇਕਿਨ ਜੇ ਗੱਲ ਕੀਤੀ ਜਾਵੇ ਪੰਜਾਬੀਆਂ ਦੇ ਵਿੱਚ ਵੀ, ਪੰਜਾਬੀ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਛਪਣ ਵਾਲਾ, ਗੁਰਮੁਖੀ ਦੇ ਵਿੱਚ ਆਉਣ ਵਾਲਾ ਤੇ ਪੰਜਾਬੀ ਬੰਦਾ ਹੀ ਛਾਪਣ ਵਾਲਾ, ਵੀ ਇਹੋ ਜਿਹਾ ਬੰਦਾ ਪੰਜਾਬੀ ਬੰਦਾ ਜਿਹਨੇ ਪੰਜਾਬੀ ਵਿਆਕਰਣ ਲਿਖੀ, ਉਹ ਇਹ ਵਿਅਕਤੀ ਨਾਮ ਹੈ ਸਾਥੀਓ, ਉਹਦਾ ਨਾਮ ਹੈ ਲਾਲਾ ਬਿਹਾਰੀ ਲਾਲ। ਇਹ ਸਾਥੀਓ ਵਿਆਕਰਣ ਤਾਂ ਲਿਖ ਦਿੰਦਾ ਹੈਗਾ 1869 ਚ ਪੰਜਾਬੀ ਦੀ, ਤੇ ਇਹਦੇ ਵਿਆਕਰਣ ਦਾ ਨਾਮ ਹੈ ਪੰਜਾਬੀ ਵਿਆਕਰਣ। ਵਿਆਕਰਣ ਨਹੀਂ ਲਿਖਿਆ ਨੇ, ਇਹਦਾ ਨਾਮ ਲਿਖਿਆ ਪੰਜਾਬੀ ਵਿਆਕਰਣ। ਲੇਕਿਨ ਇਹ ਪ੍ਰਕਾਸ਼ਿਤ
1924 ਚ ਹੁੰਦੀ ਹੈਗੀ ਹੈ। 1924 ਚ ਇਹ ਪਹਿਲੀ ਵਿਆਕਰਣ ਹੈ ਜਿਹੜੀ ਪੰਜਾਬੀ ਬੰਦੇ ਨੇ ਲਿਖੀ, ਪੰਜਾਬੀ ਚ ਲਿਖੀ, ਗੁਰਮੁਖੀ ਚ ਲਿਖੀ ਤੇ ਉਸ ਤੋਂ ਬਾਅਦ ਚਲੀ ਗਈ। ਉਸ ਤੋਂ ਬਾਅਦ ਫਿਰ ਸਾਥੀਓ ਲਗਾਤਾਰ ਪ੍ਰयास ਚੱਲਦੇ ਹੈਗੇ ਹੈ। ਦੁਨੀ ਚੰਦ ਜੀ ਲਿਖਦੇ ਹੈ ਵਿਆਕਰਣ, ਠੀਕ ਹੈ ਨਾ, ਪੰਜਾਬੀ ਵਿਆਕਰਣ। ਉਸ ਤੋਂ ਬਾਅਦ ਹਰਕਿਰਤ ਸਿੰਘ ਜੀ ਹੈਗੇ ਹੈ, ਲਾਲ ਸਿੰਘ ਜੀ ਹੈਗੇ ਹੈ। ਇਹ ਪੰਜਾਬੀ ਵਿਆਕਰਣ ਦਾ ਇੱਕ ਦੌਰ ਚੱਲਦਾ ਹੈਗਾ। ਲੇਕਿਨ ਇਹ 'ਚ ਪ੍ਰਸ਼ਨ ਇੱਕ ਇਹੀ ਬਣਦਾ ਹੈਗਾ ਕਿ ਪੰਜਾਬੀ ਦਾ ਪਹਿਲਾ ਵਿਆਕਰਣ ਡਾਕਟਰ ਵਿਲੀਅਮ ਕੈਰੀ ਆਉਂਦਾ ਹੈ, ਜਿਹਦਾ ਮੈਂ 1812 'ਚ ਜਿਹਦੀ ਗੱਲ ਕੀਤੀ ਹੈ ਤੁਹਾਡੇ ਨਾਲ। ਤੇ ਉਸ ਤੋਂ ਬਾਅਦ ਕਿਹਦਾ ਆਉਂਦਾ ਹੈਗਾ ਪੰਜਾਬੀ ਦੇ ਵਿੱਚ ਲਾਲਾ ਬਿਹਾਰੀ ਲਾਲ ਜੀ 1869 ਦੇ ਵਿੱਚ ਪ੍ਰਕਾਸ਼ਿਤ ਹੈ, ਜਿਹਦੀ 1924 ਦੇ ਵਿੱਚ। ਇਹ ਪੰਜਾਬੀ ਦੀ ਵਿਆਕਰਣ ਹੈ। ਤੇ ਜੇਕਰ ਆਪਣੇ ਰਾਜਸਥਾਨ 'ਚ ਗੱਲ ਕਰੀਏ ਤਾਂ ਰਾਜਸਥਾਨ ਦੀ ਜਦੋਂ ਮੈਂ ਗੱਲ ਕਰ ਦਾਂਗਾ ਤਾਂ ਮੈਨੂੰ ਫਿਰ ਇੱਕ ਉਹ ਬੁੱਲੇ ਸ਼ਾਹ ਦੀ ਕੌਫੀ ਯਾਦ ਆ ਜਾਂਦੀ ਹੈ ਕਿ ਝੂਠ ਆਖਿਆਂ ਤੇ ਕੁਝ ਬਚਦਾ ਹੈ, ਝੂਠ ਆਖਾਂ ਤੇ ਕੁਝ ਬਚਦਾ ਹੈ, ਸੱਚ ਆਖਾਂ ਤੇ ਭਾਂਬੜ ਮੱਚਦਾ ਹੈ। ਝੂਠ ਆਖਾਂ ਤੇ ਕੁਝ ਬਚਦਾ ਹੈ, ਸੱਚ ਆਖਾਂ ਤੇ ਭਾਂਬੜ ਮੱਚਦਾ ਹੈ। ਜੱਚ ਜੱਚ ਕੇ ਜੀਭਾ ਕਹਿੰਦੀ ਹੈ, ਮੁਹਾਈ ਬਾਤ ਨਾ ਰਹਿੰਦੀ ਹੈ। ਆਪਣੇ ਇੱਥੇ ਵਿਆਕਰਣਾਂ ਦੇ ਵਿੱਚ ਥੋੜ੍ਹੀ ਜਿਹੀ ਦਿੱਕਤ ਰਹੀ, ਖਾਸ ਕਰਕੇ ਜਿਹੜੀ ਆਹ ਰੀਟ ਦੀ ਭਰਤੀ ਜਿਹੜੀ ਪਿਛਲੀ ਹੋਈ ਹੈਗੀ ਉਸ ਤੋਂ ਪਹਿਲਾਂ ਅਸੀਂ ਵਿਆਕਰਣ ਨਹੀਂ ਪੜ੍ਹਦੇ ਸੀਗੇ, ਅਸੀਂ ਤਰੁੱਟੀਆਂ ਵਾਲੀਆਂ ਵਿਆਕਰਣ ਹੀ ਪੜ੍ਹਦੇ ਸੀਗੇ, ਠੀਕ ਹੈ ਨਾ, ਗਲਤੀਆਂ ਵਾਲੀਆਂ ਤਰੁੱਟੀਆਂ ਵਾਲੀਆਂ ਵਿਆਕਰਣ। ਲੇਕਿਨ ਜਿਹੜੀ ਭਰਤੀ ਆਈ ਪਿਛਲੀ ਉਹਦੇ ਵਿੱਚ ਕੁਝ ਸਾਥੀ ਅੱਗੇ ਆਏ, ਜਿਨ੍ਹਾਂ ਦੇ ਵਿੱਚੋਂ ਮੈਂ ਗੁਰਚਰਨ ਸਿੰਘ ਜੀ ਸ਼ਾਸਨ ਜਿਨ੍ਹਾਂ ਨੇ ਬਹੁਤ ਸੋਹਣਾ ਕੰਮ ਕੀਤਾ, ਪ੍ਰਨੀਤ ਪਬਲੀਕੇਸ਼ਨ ਤੋਂ ਇੱਕ ਤਰੁੱਟੀ ਰਹਿਤ ਕਿਤਾਬ ਪੇਸ਼ ਕੀਤੀ। ਮੇਰੇ ਅਜੀਜ਼ ਸਾਥੀ ਇੰਦਰਾਜ ਜੀ ਚੋਪੜਾ ਜਿਨ੍ਹਾਂ ਨੇ ਕੀ ਨਾਮ ਨੋਟਸਾਂ ਦੇ ਰੂਪ ਦੇ ਵਿੱਚ ਇੱਕ ਕਿਤਾਬ ਸਾਡੀ ਝੋਲੀ ਪਾਈ ਤੇ ਬੱਚਿਆਂ ਨੂੰ ਪੜ੍ਹਨ ਦੇ ਖਾਤਰ ਉਪਲਬਧ ਹੋਈ, ਜਿਹਨੂੰ ਆਪਾਂ ਕਹਿ ਸਕਦੇ ਕਿ ਤਰੁੱਟੀ ਗਲਤੀਆਂ ਦੀ ਸੰਭਾਵਨਾ ਨਗਨ ਹੈ। ਫਿਰ ਵੀ ਗਲਤੀ ਛੋਟੀ ਮੋਟੀ ਹੋ ਜਾਂਦੀ ਹੈ ਕਿਉਂਕਿ ਬੰਦਾ ਇਹ ਗਲਤੀਆਂ ਦਾ ਪੁੰਜ ਹੈਗਾ, ਗਲਤੀ ਸੁਭਾਵਿਕ ਹੈ। ਲੇਕਿਨ ਬਹੁਤ ਹੀ ਵਧੀਆ ਉਪਰਾਲਾ ਉਹਨਾਂ ਦੁਆਰਾ ਕੀਤਾ ਗਿਆ, ਸਾਰੇ ਦੋਨੇ ਧੰਨਵਾਦ ਦੇ ਪਾਤਰ ਹਨ। ਉਸ ਤੋਂ ਬਾਅਦ ਗੱਲ ਕਰਦੇ ਹਾਂ ਆਪਾਂ ਇਹ ਕਿ ਇੱਥੇ ਆ ਕੇ ਹੀ ਵਿਆਕਰਣ ਦਾ ਦੌਰ ਚੱਲਦਾ ਤੇ ਉਸ ਤੋਂ ਬਾਅਦ ਅਗਲਾ ਜਿਹੜਾ ਵਿਆਕਰਣ ਦਾ ਦੌਰ ਆਪਾਂ ਪੜ੍ਹ ਰਹੇ ਹੈਗੇ ਆ, ਠੀਕ ਹੈ ਨਾ, ਜੋ ਹੁਣ ਦੇਖ ਰਹੇ ਹਾਂ ਆਪਾਂ। ਹੁਣ ਅੱਜ ਕੱਲ੍ਹ ਚਮਕਦਾ ਦੌਰ ਹੈ ਬੂਟਾ ਸਿੰਘ ਜੀ ਬਰਾੜ। ਅੱਗੇ ਚੱਲਦੇ ਹਾਂ ਆਪਾਂ ਸਾਥੀਓ ਹੁਣ ਅਗਲੇ ਪ੍ਰਸ਼ਨ ਵੱਲ। ਆਪਣਾ ਇਹ ਪ੍ਰਸ਼ਨ ਹੋ ਗਿਆ ਸੀ ਜਿਨ੍ਹਾਂ ਨਿਯਮਾਂ ਦੁਆਰਾ ਇਹਨੂੰ ਕੀ ਕਹਤਾ ਆਪਾਂ ਵਿਆਕਰਣ ਤੇ ਵਿਆਕਰਣ ਦੇ ਬਾਰੇ ਜੋ ਬੇਸਿਕ ਜਾਣਕਾਰੀ ਸੀ ਉਹ ਵੀ ਆਪਾਂ ਪ੍ਰਾਪਤ ਕਰ ਲਈ ਹੈਗੀ ਹੈ। ਅਗਲਾ ਪ੍ਰਸ਼ਨ ਲੈਂਦੇ ਹਾਂ। ਅਗਲਾ ਪ੍ਰਸ਼ਨ ਹੈ ਕਿ ਵਰਨ ਦੇ ਭੇਦ ਹਨ। ਵਰਨ, ਹੁਣ ਦੇਖੋ ਸਾਥੀਓ ਕਿ ਵਰਨ ਜਦੋਂ ਵਿਆਕਰਣ ਪੜ੍ਹਦੇ ਹਾਂ ਤੇ ਵਿਆਕਰਣ ਨੂੰ ਕੁਝ ਭਾਗਾਂ 'ਚ ਵੰਡ ਲਿੱਤਾ ਜਾਂਦਾ ਹੈਗਾ, ਠੀਕ ਹੈ ਨਾ, ਵੀ ਨਿਖੇੜ ਕੀਤਾ ਜਾਂਦਾ। ਉਹੀ ਮੈਂ ਜਿਹੜਾ ਪਹਿਲਾ ਸ਼ਬਦ ਲਿਖਿਆ ਵੀ ਨਿਖੇੜਨਾ, ਤੋੜਨਾ, ਵਿਸ਼ਲੇਸ਼ਣ ਕਰਨਾ, ਤਾਂ ਨਿਖੇੜ ਲਿੱਤਾ ਜਾਂਦਾ। ਇਹ ਕਹਿੰਦਾ ਕਿ ਵਰਨ ਦੇ ਕਿੰਨੇ ਭੇਦ ਹਨ, ਤਾਂ ਉਹ ਵਰਨ ਦੇ ਭੇਦ ਮੈਂ ਦੱਸਣ ਤੋਂ ਪਹਿਲਾਂ ਵਿਆਕਰਣ ਦੇ ਭੇਦ ਦੱਸਦਾ ਕਿ ਵਿਆਕਰਣ ਦੇ ਕਿਹੜੇ ਕਿਹੜੇ ਭੇਦ ਹੁੰਦੇ ਹਨ। ਪਹਿਲਾ ਭੇਦ ਹੁੰਦਾ ਸਾਥੀਓ ਜਿਹਨੂੰ ਕਹਿੰਦੇ ਆਪਾਂ ਸ਼ਬਦ ਬੋਧ, ਠੀਕ ਹੈ ਨਾ, ਸੌਰੀ ਇਹ ਦੂਜਾ ਹੁੰਦਾ ਹੈਗਾ। ਪਹਿਲਾ ਹੁੰਦਾ ਹੈਗਾ ਧੁਨੀ ਬੋਧ, ਦੂਜਾ ਹੁੰਦਾ ਹੈਗਾ ਜਿਹਨੂੰ ਕਹਿੰਦੇ ਨੇ ਆਪਾਂ ਸ਼ਬਦ ਬੋਧ, ਜਿਹਦੇ ਆਪਾਂ ਸ਼ਬਦਾਂ ਦਾ ਅਧਿਐਨ ਕਰਦੇ ਹਾਂਗੇ ਵਿਆਕਰਣ ਦੇ ਵਿੱਚ। ਤੀਜਾ ਪੋਰਸ਼ਨ ਆਪਣਾ ਆ ਜਾਂਦਾ ਹੈਗਾ ਸਾਥੀਓ, ਉਹ 'ਚ ਆਪਾਂ ਪੜ੍ਹਦੇ ਹਾਂ ਵਾਕਾਂ ਦੇ ਬਾਰੇ, ਉਹਨੂੰ ਆਪਾਂ ਕਹਿੰਦੇ ਹਾਂ ਵਾਕ ਬੋਧ। ਇੱਕ ਚੌਥਾ ਆ ਜਾਂਦਾ ਹੈਗਾ ਜਿਹਨੂੰ ਆਪਾਂ ਕਹਿੰਦੇ ਹਾਂ ਅਰਥ ਬੋਧ। ਅਰਥ ਬੋਧ ਜਿਹ 'ਚ ਆਪਾਂ ਅਰਥ ਮਤਲਬ ਸਮਾਨਾਰਥਕ ਸ਼ਬਦ, ਬਹੁਅਰਥਕ ਸ਼ਬਦ, ਵਿਲੋਮ ਸ਼ਬਦ, ਬਹੁਤੇ ਸ਼ਬਦਾਂ ਇੱਥੇ ਇੱਕ ਸ਼ਬਦ ਮਤਲਬ ਸ਼ਬਦਾਂ ਦੇ ਬਾਰੇ ਪੜ੍ਹਦੇ, ਉਹ ਇਹਦੇ 'ਚ ਆ ਜਾਂਦਾ ਹੈਗਾ ਅਰਥ। ਮੁੱਖ ਆਹੀ ਤਿੰਨ ਜਿਹੜੇ ਹੁੰਦੇ ਹੈਗੇ। ਹੁਣ ਇਹਦੇ ਵਿੱਚ ਕਹਿੰਦਾ ਕਿ ਵਰਨ ਕਿੰਨੇ ਭੇਦ ਹੁੰਦੇ ਨੇ। ਵਰਨ ਜਿਹੜੀ ਚੀਜ਼ ਹੈਗੀ ਹੈ ਉਹਦਾ ਅਧਿਐਨ ਆਪਾਂ ਕਿਹਦੇ 'ਚ ਕਰਦੇ ਹਾਂ, ਧੁਨੀ ਬੋਧ 'ਚ, ਧੁਨੀਆਂ ਦੇ ਬਾਰੇ। ਇਹਦੇ 'ਚ ਆਉਂਦੀ ਹੈ ਇੱਕ ਇਕਾਈ ਜਿਹਨੂੰ ਕਹਿੰਦੇ ਆਪਾਂ ਵਰਨ, ਠੀਕ ਹੈ ਨਾ। ਵਰਨ ਕੀ ਹੁੰਦਾ ਹੈਗਾ ਉਹ, ਜਾਂ ਅੱਖਰ ਤੇ ਵਰਨਾਂ 'ਚ ਕੀ ਫਰਕ ਹੁੰਦਾ ਹੈਗਾ, ਲਿਪਾਂਕਾਂ 'ਚ ਕੀ ਫਰਕ ਹੁੰਦਾ ਹੈਗਾ, ਇਹ ਬਾਅਦ ਦੀ ਗੱਲ, ਬਾਅਦ 'ਚ ਕਰਾਂਗੇ ਗੱਲਾਂ ਇਹਨਾਂ ਬਾਰੇ। ਲੇਕਿਨ ਵਰਨਾਂ ਦੀ ਗੱਲ ਕਰਦੇ ਹਾਂ ਵੀ ਵਰਨ 'ਚ ਕੀ ਚੀਜ਼ ਆ ਜਾਂਦੀ ਹੈਗੀ ਹੈ ਸਾਥੀਓ। ਵਰਨਾਂ ਦੇ ਵਿੱਚ ਜਿਹੜੀ ਪਹਿਲੀ ਚੀਜ਼ ਆਉਂਦੀ ਹੈਗੀ ਹੈ ਉਹਨੂੰ ਕਿਹਾ ਜਾਂਦਾ ਹੈਗਾ ਸਵਰ, ਵੀ ਆਪਾਂ ਸਵਰਾਂ ਬਾਰੇ ਪੜ੍ਹਦੇ ਹਾਂ, ਠੀਕ ਹੈ। ਦੂਜੀ ਚੀਜ਼ ਜਿਹੜੀ ਆਉਂਦੀ ਹੈ ਸਾਥੀਓ ਉਹ ਆਉਂਦੀ ਹੈ ਵਿਅੰਜਨ। ਆਪਾਂ ਵਿਅੰਜਨਾਂ ਦੇ ਬਾਰੇ ਪੜ੍ਹਦੇ ਹਾਂ, ਸਵਰਾਂ ਦੇ ਬਾਰੇ ਪੜ੍ਹਦੇ ਹਾਂ ਵੀ ਸਵਰ ਕੀ ਹੁੰਦੇ ਆ, ਕਿੰਨੇ ਹੁੰਦੇ ਹੈਗੇ ਹੈ, ਸੁਰਾਂ ਦਾ ਵਰਗੀਕਰਨ ਕਿੰਨਾ ਆਧਾਰਾਂ ਤੇ ਹੁੰਦਾ ਹੈ, ਕਿੰਨੇ ਪ੍ਰਕਾਰ ਨਾਲ ਹੁੰਦਾ ਹੈ, ਵਿਅੰਜਨ ਕਿਸ ਨੂੰ ਕਿਹਾ ਜਾਂਦਾ ਹੈਗਾ, ਵਿਅੰਜਨ ਕਿੰਨੇ ਪ੍ਰਕਾਰ ਦੇ ਹੁੰਦੇ ਆ, ਕਿੰਨੇ ਹੁੰਦੇ ਆ, ਸੰਖਿਆ ਕਿੰਨੀ ਹੁੰਦੀ ਹੈ, 38 ਹੁੰਦੀ ਹੈ ਕਿ 32 ਹੁੰਦੀ ਹੈ ਕਿ 29 ਹੁੰਦੀ ਹੈ, ਇਹ ਸਾਰੀਆਂ ਚੀਜ਼ਾਂ 'ਚ ਪੜ੍ਹਦੇ ਹਾਂ। ਫਿਰ ਵਿਅੰਜਨਾਂ ਦਾ ਆਪਾਂ ਪ੍ਰਕਾਰ ਕਰਦੇ ਹਾਂ। ਤੀਜੀ ਚੀਜ਼ ਆ ਜਾਂਦੀ ਹੈਗੀ ਹੈ ਸਾਥੀਓ ਇਹਦੇ ਵਿੱਚ, ਉਹਨੂੰ ਕਿਹਾ ਜਾਂਦਾ ਅਨੁਨਾਸਿਕ ਵਰਨ, ਠੀਕ ਹੈ। ਤੇ ਚੌਥੀ ਚੀਜ਼ ਸਾਥੀਓ ਵਿੱਚ ਆ ਜਾਂਦੀ ਹੈਗੀ ਹੈ, ਉਹਨਾਂ ਨੂੰ ਕਿਹਾ ਜਾਂਦਾ ਹੈ ਦੁੱਤ ਅੱਖਰ ਜਾਂ ਦੁੱਤ ਵਰਨ ਕਹਿ ਲਓ, ਗੱਲ ਇੱਕੋ ਹੀ ਹੈਗੀ, ਠੀਕ ਹੈ।
ਆ ਚਾਰ ਆ ਜਾਂਦੇ ਆ ਵਰਨ, चार प्रकार। ਇਹਦੇ ਖਾਤਰ ਵਰਨ ਦੇ ਭੇਦ ਕਿੰਨੇ ਆ ਸਾਥੀਓ? ਚਾਰ। ਕਿੰਨੇ ਹੈਗੇ ਆ? ਚਾਰ। ਵੀ ਵਰਨ ਕਿੰਨੇ ਪ੍ਰਕਾਰ ਦੇ ਹਨ? ਚਾਰ ਪ੍ਰਕਾਰ ਦੇ। ਤੇ ਉਸੇ ਪ੍ਰਕਾਰ ਨਾਲ ਵਿਆਕਰਨ ਦੇ ਕਿੰਨੇ ਪ੍ਰਕਾਰ ਹਨ? ਤਾਂ ਵਿਆਕਰਨ ਦੇ ਕਿੰਨੇ ਭਾਗ ਹਨ? ਤਾਂ ਉਹ ਕਿੰਨੇ ਹਨ? ਚਾਰ। ਚੱਲਦੇ ਹਾਂ ਅਗਲੇ ਪ੍ਰਸ਼ਨ ਵੱਲ। ਅਗਲਾ ਪ੍ਰਸ਼ਨ ਹੈ ਸਾਥੀਓ, ਗੁਰਮੁਖੀ ਲਿਪੀ ਵਿੱਚ ਲਿਪਾਂਕ ਕਿੰਨੇ ਹਨ? ਗੁਰਮੁਖੀ ਲਿਪੀ ਵਿੱਚ ਲਿਪਾਂਕ, ਇੱਕ ਹੁੰਦੀ ਹੈ ਸਾਥੀਓ ਧੁਨੀ, ਠੀਕ ਹੈ ਨਾ, ਉਹ ਤਾਂ ਹੁੰਦੀ ਹੈ ਉਚਾਰਿਤ ਬੋਲਣਾ। ਜਦੋਂ ਉਸੇ ਧੁਨੀ ਨੂੰ ਅੰਕਿਤ ਕਰਨ ਖਾਤਰ ਕੋਈ ਚਿੰਨ੍ਹ ਬਣਾਇਆ ਜਾਂਦਾ ਹੈਗਾ, ਕੋਈ ਸਾਈਨ ਬਣਾਇਆ ਜਾਂਦਾ ਹੈਗਾ, ਠੀਕ ਹੈ ਨਾ, ਕੋਈ ਮਾਰਕ ਬਣਾਇਆ ਜਾਂਦਾ ਹੈਗਾ, ਉਹ ਕਿਹਦੇ ਵਿੱਚ ਆ ਜਾਂਦਾ ਹੈ? ਲਿਪੀ 'ਚ ਆ ਜਾਂਦਾ ਹੈਗਾ। ਲਿਪੀ 'ਚ ਮੰਨ ਲਓ ਮੈਂ ਲਿਖਤਾ ਕੱਕਾ, ਠੀਕ ਹੈ, ਤਾਂ ਆਹ ਕੀ ਚੀਜ਼ ਹੈ? ਲਿਪੀ ਹੈ, ਇਹ ਲਿਖੀ ਹੋਈ ਹੈ। ਹਰ ਇੱਕ ਭਾਸ਼ਾ ਦੀ ਆਪਦੀ ਵੱਖਰੋ ਵੱਖਰੀ ਲਿਪੀ ਹੈ। ਅੰਗਰੇਜ਼ੀ ਦੀ ਰੋਮਨ ਹੈ, ਠੀਕ ਹੈ, ਹਿੰਦੀ ਦੀ ਦੇਵਨਾਗਰੀ ਹੈ। ਉਸੇ ਤਰੀਕੇ ਨਾਲ ਪੰਜਾਬੀ ਦੀ ਗੁਰਮੁਖੀ ਲਿਪੀ ਹੈ, ਠੀਕ ਹੈ ਨਾ। ਗੁਰਮੁਖੀ ਲਿਪੀ ਦਾ ਇੱਕ ਅਲੱਗ ਵੱਖਰਾ ਇਤਿਹਾਸ ਹੈਗਾ, ਉਹ ਲੰਮਾ ਚੌੜਾ, ਠੀਕ ਹੈ। ਵੀ ਗੁਰਮੁਖੀ ਲਿਪੀ ਦਾ ਨਾਮ ਗੁਰਮੁਖੀ ਕਿਉਂ ਪਿਆ, ਉਦੋਂ ਪਹਿਲਾਂ ਦਾ ਕੀ ਸੀ, ਕਿਹਦੇ ਵਿੱਚ ਉਹਦਾ ਨਿਕਾਸ ਹੋਇਆ, ਠੀਕ ਹੈ ਨਾ, ਕਿਹੜੀ ਗੁਪਤ ਲਿਪੀ 'ਚੋਂ ਹੈ ਕਿ ਕੁਟਲ ਲਿਪੀ ਦੇ ਵਿੱਚੋਂ ਹੈ, ਜਾਂ ਇਹਦਾ ਮੂਲ ਸਰੋਤ ਕੀ ਹੈ? ਬ੍ਰਹਮੀ ਹੈ, ਬ੍ਰਹਮੀ ਤੋਂ ਅੱਗੇ ਕਿਹੜਾ ਇਹਦੀ ਸ਼੍ਰੰਖਲਾ ਰਹੀ ਹੈ। ਇਹ ਇੱਕ ਲੰਮਾ ਟੌਪਿਕ ਹੈਗਾ। ਆਪਾਂ ਇੱਥੇ ਇੱਕ ਵਾਰੀ ਸਿਰਫ ਇਸ ਪ੍ਰਸ਼ਨ ਤੇ ਆਉਂਦੇ ਹੈਗੇ ਕਿ ਗੁਰਮੁਖੀ ਲਿਪੀ ਵਿੱਚ ਲਿਪਾਂਕ ਕਿੰਨੇ? ਆਪਾਂ ਨੂੰ ਸੰਖਿਆ ਦੱਸਣੀ ਹੈਗੀ ਹੈ। ਲਿਪਾਂਕ ਦੀ ਗੱਲ ਕਰੇ 56 ਹੈ, 42 ਹੈ, 65 ਹੈ ਜਾਂ 48 ਹੈ, ਤਾਂ ਇੱਥੇ ਉੱਤਰ ਆਉਂਦਾ ਸਾਥੀਓ ਆਪਣਾ ਵੀ ਗੁਰਮੁਖੀ ਲਿਪੀ ਵਿੱਚ ਲਿਪਾਂਕ ਕਿੰਨੇ ਹੈ? ਤੇ 56। ਜਦੋਂ 56 ਨਾਮ ਆਪਣੇ ਅੱਖਾਂ ਅੱਗੇ ਆਉਂਦਾ ਹੈਗਾ ਤੇ ਉਸ ਵਕਤ ਇਹ ਦੇਖਣਾ ਹੈਗਾ ਕਿ ਬਈ 56 ਹੈ ਕਿਹੜੇ ਕਿਹੜੇ। ਤਾਂ ਪਹਿਲੇ ਤੇ ਸਾਥੀਓ ਊੜੇ ਤੋਂ ਸ਼ੁਰੂ ਹੋ ਜਾਂਦੇ। ਜਦੋਂ ਆਪਾਂ ਹਰੇਕ ਪੰਕਤੀ ਜਿਹੜਾ ਮੁੱਖ ਵਰਗ ਹੈਗਾ ਇਹਨੂੰ ਲੈ ਕੇ ਅੜਾੜੇ ਤੱਕ ਆਪਣੇ ਕੋਲੇ 35 ਅੱਖਰ ਹਨ, ਠੀਕ ਹੈ ਨਾ, ਜਿਹਨੂੰ ਪੰਜਾਬੀ ਦੀ 35 ਕਿਹਾ ਜਾਂਦਾ ਹੈਗਾ, ਠੀਕ ਹੈ ਨਾ। 35 ਵਰਨ ਹਨ, ਇਹਨੂੰ ਵਰਨਮਾਲਾ ਕਹਿ ਦਿੱਤਾ ਜਾਂਦਾ ਹੈਗਾ, ਠੀਕ, ਅਲੱਗ ਵੱਖਰੀ ਗੱਲ। ਇੱਕ ਹੈਗਾ ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ। ਆ ਜਿਹੜੇ ਫਾਰਸੀ ਪ੍ਰਭਾਵ ਵਾਲੇ 5 ਤਾਂ ਆਏ, ਠੀਕ ਹੈ। ਉਸ ਤੋਂ ਬਾਅਦ ਇੱਕ ਲੱਲੇ ਪੈਰ ਬਿੰਦੀ, ਜੋ ਕਿ ਬਾਅਦ ਦੇ ਵਿੱਚ ਭਾਸ਼ਾ ਵਿਭਾਗ ਪਟਿਆਲਾ ਨੇ ਬਾਅਦ ਚ ਸਥਾਪਿਤ ਕੀਤਾ ਹੈਗਾ। 6 ਸਾਥੀਓ ਹੋ ਜਾਂਦੇ ਹੈ, ਇਹ ਟੋਟਲ ਹੋ ਗਿਆ 41। ਉਸ ਤੋਂ ਬਾਅਦ ਸਾਥੀਓ ਲਗਾਂ ਚਿੰਨ। ਲਗਾਂ ਚਿੰਨ, ਲਗਾਂ ਚਿੰਨ ਕਹਿਣ ਤੋਂ ਭਾਵ ਕਿ ਜਿਹੜੇ ਲਗਾਂ ਦੇ ਚਿੰਨ ਹਨ, ਇੱਕ ਤਾਂ ਮੁਕਤੇ, ਇੱਕ ਮੁਕਤਾ ਹੋ ਗਿਆ, ਸਿਹਾਰੀ, ਬਿਹਾਰੀ, ਔਂਕੜ, ਦੁਲੌਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੋੜਾ। 9 ਇਹ ਹੋ ਗਏ ਸਵਰ ਧੁਨੀਆਂ, ਠੀਕ ਹੈ ਨਾ, ਜਿਹੜੀਆਂ ਇਹ ਸਵਰ ਧੁਨੀਆਂ ਉਹਨਾਂ ਦੇ ਜਿਹੜੇ ਚਿੰਨ ਹੈਗੇ ਆ ਲਗਾਂ ਦੇ। 9 ਸੰਖਿਆ ਇਹ ਹੋ ਗਈ ਸਾਥੀਓ, ਠੀਕ ਹੈ। 35 ਤੇ 6 ਹੋ ਗਏ 41, 41 ਤੇ 9 ਹੋ ਗਏ 50। ਹੁਣ ਉਸ ਤੋਂ ਬਾਅਦ ਸਾਥੀਓ ਆ ਜਾਂਦੇ ਹੈ ਦੁੱਤ ਅੱਖਰ। ਤੇ ਦੁੱਤ ਅੱਖਰ ਕਿਹੜੇ ਹੈ? ਆਪਣੇ ਕੋਲੇ 3 ਹਾਹਾ, ਰਾਰਾ ਤੇ ਵਾਵਾ, 3 ਇਹ ਹੋ ਗਏ। ਉਸ ਤੋਂ ਬਾਅਦ ਸਾਥੀਓ ਆ ਜਾਂਦੇ ਹੈ ਲਗਾ ਅੱਖਰ। ਲਗਾ ਅੱਖਰ ਕੀ ਹੈ? 3 ਹੀ ਉਹ ਹੈਗੇ ਆਪਣੇ ਕੋਲੇ। ਇੱਕ ਤਾਂ ਸਾਥੀਓ ਕੀ ਹੈ? ਇਹ ਟਿੱਪੀ, ਇੱਕ ਹੈ ਬਿੰਦੀ ਤੇ ਇੱਕ ਕੀ ਹੈ? ਅੱਧਕ। ਤੇ 3 ਇਹ ਹੋ ਗਏ ਸਾਥੀਓ। ਇਹ ਕੀ ਹੈਗੇ? ਪੰਜਾਬੀ ਦੇ ਲਿਪਾਂਕ ਹੈ। ਲਿਪਾਂਕ ਕਹਿਣ ਦਾ ਭਾਵ ਲਿਪੀ ਪਲੱਸ ਅੰਕ। ਤੇ ਇਹਨਾਂ ਦੀ ਸੰਖਿਆ ਕਿੰਨੀ ਹੋ ਗਈ? 35 ਤੇ 6 41, 41 ਤੇ 9 50, 50 ਤੇ ਆ 6 ਹੋ ਗਏ 56। ਆਪਣਾ ਉੱਤਰ ਕੀ ਹੋਊਗਾ? 56। ਲੇਕਿਨ ਊੜੇ ਤੋਂ ਲੈ ਕੇ ਡਾੜੇ ਤੱਕ ਮੈਂ 35 ਇਕੱਠੇ ਲੈ ਲਏ ਗਏ ਹੈ, ਠੀਕ ਹੈ ਨਾ। ਇਹਨਾਂ ਦਾ ਵੀ ਅਲੱਗ ਅਲੱਗ ਖੰਡਨ ਕੀਤਾ ਜਾਂਦਾ ਹੈ ਵੀ ਕਿਹੜੇ ਮੂਲ ਹੈਗੇ ਹੈ, ਕਿਹੜੇ ਖੈਵੇਂ ਹੈਗੇ ਹੈ, ਠੀਕ ਹੈ ਨਾ, ਕਿਹੜੇ ਡਕਵੇਂ ਹੈਗੇ ਹੈ, ਕਿਹੜੇ ਗੂੜ ਹੈਗੇ ਹੈ, ਕਿਹੜੇ ਨਾਸਿਕ ਹੈਗੇ ਹੈ, ਕਿਹੜੇ ਅੰਥਸਥ ਹੈਗੇ ਹੈ, ਠੀਕ ਹੈ ਨਾ, ਕਿਹੜੇ ਫਾਰਸੀ ਵਾਲੇ ਹੈਗੇ ਆ, ਇਹਨਾਂ ਥੱਲੇ ਫਾਰਸੀ ਥੱਲੇ ਬਿੰਦੀ ਲਾਉਣ ਦੀ ਨੌਬਤ ਕਿਉਂ ਆਈ, ਠੀਕ ਹੈ ਨਾ। ਇਹ ਸਾਰੀਆਂ ਚੀਜ਼ਾਂ ਅੱਗੇ ਹੈਗੀਆਂ। ਆਪਣਾ ਇੱਕ ਵਾਰੀ ਉੱਤਰ ਹੋਇਆ 56। ਚਲਦੇ ਹਾਂ ਅਗਲੇ ਪ੍ਰਸ਼ਨ ਵੱਲ। ਅਗਲਾ ਪ੍ਰਸ਼ਨ ਹੈ ਵਿਅੰਜਨਾਂ ਦੇ ਦੋਹਰੇ ਉਚਾਰਨ ਲਈ ਕੀ ਵਰਤਿਆ ਜਾਂਦਾ ਹੈਗਾ? ਵਿਅੰਜਨਾਂ ਦੇ ਦੋਹਰੇ ਉਚਾਰਨ ਲਈ ਕੀ ਵਰਤਿਆ ਜਾਂਦਾ ਹੈਗਾ? ਪ੍ਰਸ਼ਨ ਹੈ ਆਪਸ਼ਨ ਪਹਿਲਾ ਹੈ ਬਿੰਦੀ, ਟਿੱਪੀ, ਅੱਧਕ ਜਾਂ ਸਿਹਾਰੀ।
ठीक है, बड़ा ही सिंपल जिहा प्रश्न है साथियों। बिंदी की वरतों ਤਾਂ नासिक ਧੁਨੀ पैदा करने खातर लाई जाती है, या कह लो अनुनासिक। ठीक है, टिप्पी की वरतों भी काहदे खातर की जाती है, नासिक या अनुनासिक कह लो। ठीक है, अनुस्वार के रूप में जिन्होंने आप हिंदी च अनुस्वार कह दें उत्ते बिंदी ला के। ठीक है ना, अद्धे नन्ने की आवाज़ पैदा करनी। गल आउंदी है सिहारी, सिहारी अपने आप च लगा मात्रा है। ਇੱਥੇ अपना उत्तर आउंदा कि व्यंजन के दोहरे उच्चारण ਲਈ की ਵਰਤਿਆ ਜਾਂਦਾ, तो अपना उत्तर होगा साथियों अद्धक। की होगा अद्धक। अद्धक उत्ते लगता है इस तरीके नाल। ਇੱਥੇ ਇਹ ਗੱਲ ਮੁੱਕ ਜਾਂਦੀ है, लेकिन अद्धक के बारे एक चीज़ याद रखनी है कि भी अद्धक की जिहड़ी वरतों है, भी आ जिहड़ा अद्धक आपां उत्ते ऐ करके लाउने आ, अद्धक की वरतों किहड़ी किहड़ी लग दे नाल हुंदी है, किहड़ी किहड़ी लगा मात्रा नाल आपां कर सकदे हां दी वरतों अपने कोले। तां उस समय दे विचों सिर्फ यही प्रश्न, जे इहदे इदों गांह प्रश्न बनदा है अद्धक नाल संबंधित, इसी तरीके दा बनदा है। इहदे च पहला तां साथियों आ जांदा है जिहनूं आपां कह दिंदे हां मुक्ता। ठीक है ना, मुक्ते दे रूप दे विच इहदी वरतों हो जांदी हैगी है। मुक्ते दे उत्ते जिवें मैं लिखदा सत सच, ठीक है ना, मुक्ते दे रूप च हो गई। उस तरीके नाल दूजे साथियों आ जाती है सिहारी नाल। ठीक है ना, कहने दा भाव ऐस लग चिन्ह दे नाल। तीजा आउंदा है साथियों वो आउंदी है औंकड़ नाल। औंकड़ कहने तो भाव ऐस लग चिन्ह। आपां इत्थे याद ये गल रखनी है कि बई अद्धक है जिहड़ा उहदी वरतों तीन लगां नाल कीती जांदी है। किन्नियां नाल? तीन लगां दे नाल ਉਹ अद्धक ਹੁੰਦਾ है, तो व्यंजन ਦੇ ਵਿੱਚ ਦੋਹਰੇ ਉਚਾਰਨ ਦੇ ਵਿੱਚ ਉਹ ਵਰਤਿਆ ਜਾਂਦਾ ਹੈ। ਗੱਲ ਸਮਝ ਆ ਗਈ ਹੋਊਗੀ। ਅੱਗੇ ਚੱਲਦੇ ਹਾਂ ਪ੍ਰਸ਼ਨ ਨੰਬਰ 5 ਦੇ ਵੱਲ। ਪ੍ਰਸ਼ਨ ਨੰਬਰ 5 ਹੈਗਾ ਸਾਥੀਓ ਘੱਗਾ, ਝੱਜਾ, ਢੱਡਾ, ਧੱਦਾ, ਭੱਬਾ ਅਤੇ ਹਾਹਾ ਹਨ। ਵੀ ਇਹ ਕੀ ਚੀਜ਼ ਹਨ? ਪਹਿਲੀ ਚੀਜ਼ ਤਾਂ ਇਹ ਵੀ ਵਿਅੰਜਨ ਹੀ ਹਨ, ਵਿਅੰਜਨਾਂ 'ਚ ਹੈਗੇ ਨੇ ਬੱਤੀਆਂ 'ਚ, ਲੇਕਿਨ ਇਹ ਕਹਿੰਦੇ ਕਿ ਇਹ ਖੈਵੇਂ ਵਿਅੰਜਨ ਹਨ, ਕੀ ਇਹ ਗੂੜ ਵਿਅੰਜਨ ਹਨ, ਕੀ ਇਹ ਸਰਕਵੇਂ ਲਿਪਾਂਕ ਹਨ ਜਾਂ ਪੈਰੀ ਬਿੰਦੀ ਵਾਲੇ ਲਿਪਾਂਕ ਹਨ? ਖੈਵੇਂ ਵਿਅੰਜਨ ਨਹੀਂ ਹਨ ਸਾਥੀਓ। ਇਹ ਖੈਵੇਂ ਵਿਅੰਜਨ ਤਾਂ ਜਿਹੜੇ ਹੈਗੇ ਆ ਸੱਸਾ, ਸੱਸੇ ਪੈਰ ਬਿੰਦੀ ਤੇ ਹਾਹਾ। ਠੀਕ ਹੈ ਨਾ, ਇਹ ਖੈਵੇਂ 'ਚ ਆ ਜਾਂਦੇ ਆ, ਸੰਘਰਸ਼ੀ 'ਚ ਆ ਜਾਂਦੇ ਹੈਗੇ ਆ, ਹੋਰ ਵੀ ਇਹਦੇ ਨਾਲ ਆ ਜਾਂਦੇ ਹੈਗੇ, ਫੱਫੇ ਪੈਰ ਬਿੰਦੀ ਵੀ ਆ ਜਾਂਦਾ ਹੈਗੇ 'ਚ। ਠੀਕ ਹੈ ਨਾ, ਗੱਗਾ ਵੀ ਆ ਜਾਂਦਾ, ਲੇਕਿਨ ਮੁੱਖ ਇਹ ਤਿੰਨ ਹੀ ਹੈਗੇ। ਗੂੜ ਲਿਪਾਂਕ ਦੀ ਗੱਲ ਕੀਤੀ ਜਾਵੇ ਉਸ ਤੋਂ ਪਹਿਲਾਂ ਆਪਾਂ ਸਰਕਵੇਂ ਦੀ ਗੱਲ ਕਰਦੇ ਹਾਂ ਵੀ ਸਰਕਵੇਂ ਲਿਪਾਂਕ ਕਿਹੜੇ ਹੈ। ਤਾਂ ਸਰਕਵੇਂ ਸਾਥੀਓ ਇੱਕ ਯਈਆ ਤੇ ਇੱਕ ਕੀ ਹੈਗਾ ਵਾਵਾ ਹੈਗਾ। ਆਪਾਂ ਇਹਦੇ ਬਾਰੇ ਪਹਿਲਾਂ ਗੱਲ ਕਰ ਚੁੱਕੇ ਹਾਂ। ਇਹ ਸਰਕਵੇਂ ਲਿਪਾਂਕ ਹੈਗੇ ਹੈ, ਇਹਨਾਂ ਨੂੰ ਅਰਧ ਸਵਰ ਵੀ ਕਿਹਾ ਜਾਂਦਾ ਹੈਗਾ, ਇਹਨਾਂ ਨੂੰ ਅਰਧ ਵਿਅੰਜਨ ਵੀ ਕਿਹਾ ਜਾਂਦਾ ਹੈ। ਪਿਛਲੀ ਵੀਡੀਓ 'ਚ ਆਪਾਂ ਗੱਲ ਕੀਤੀ ਸੀਗੀ। ਠੀਕ ਹੈ, ਪੈਰੀ ਬਿੰਦੀ ਵਾਲੇ ਜਿਹੜੇ ਪਾਉਂਦੇ ਹੈਗੇ ਆ ਉਹ ਆਪਣੇ ਕੋਲ ਕਿੰਨੇ ਹੈਗੇ ਆ? ਤਿੰਨ ਹੈਗੇ ਆ। ਹਾਹਾ ਸੌਰੀ ਪੈਰੀ ਬਿੰਦੀ ਵਾਲੀ ਗੱਲ ਕੀਤੀ ਹੈਗੀ ਹੈ। ਤਾਂ ਪੈਰੀ ਬਿੰਦੀ ਵਾਲੇ ਜਿਹੜੇ ਹੈਗੇ ਆ ਉਹ ਆਪਣੇ ਕੋਲ ਕਿੰਨੇ ਹੈਗੇ ਆ? 6 ਹੈਗੇ ਆ। ਸੱਸੇ ਪੈਰ ਬਿੰਦੀ, ਖੱਖੇ ਪੈਰ ਬਿੰਦੀ, ਗੱਗੇ ਪੈਰ ਬਿੰਦੀ, ਜੱਜੇ ਪੈਰ ਬਿੰਦੀ, ਫੱਫੇ ਪੈਰ ਬਿੰਦੀ ਤੇ ਲੱਲੇ ਪੈਰ ਬਿੰਦੀ। ਠੀਕ ਹੈ ਨਾ, ਇਹਨਾਂ ਦੇ ਬਿੰਦੀਆਂ ਲਾਉਣ ਦੇ ਨਾਲ ਹੀ ਇਹਨਾਂ ਦੀ ਨਾਦ ਦੇ ਵਿੱਚ, ਇਹਨਾਂ ਦੀ ਗੋਸ਼ ਦੇ ਵਿੱਚ ਅੰਤਰ ਆ ਜਾਂਦਾ ਹੈਗਾ। ਇੱਕ ਤਾਂ ਲੱਲੇ ਪੈਰ ਬਿੰਦੀ ਸ਼ਬਦ ਹੈ ਦਲ, ਮਤਲਬ ਜਿਵੇਂ ਆਪਾਂ ਹਿੰਦੀ ਦਾ ਲਿਖਦੇ ਹਾਂ ਦਲ, ਮੈਂ ਕਹਿੰਦੇ ਹਾਂ ਦਾਲ ਦਲ। ਹੁਣ ਇੱਥੇ ਦਲ ਜਿਹੜਾ ਹੈਗਾ ਦਲਣਾ, ਉਹਦੇ ਲੱਲੇ 'ਚ ਪੈਰ 'ਚ ਬਿੰਦੀ ਹੈ। ਠੀਕ ਹੈ ਨਾ, ਇੱਕ ਕਾਲਾ ਤੇ ਇੱਕ ਕਾਲਾ, ਇੱਕ ਕਾਲਾ ਇੱਕ ਕਾਲਾ, ਮਤਲਬ ਹਲਕਾ ਜਿਹਾ ਹਾ ਦਾ ਹੀ ਧੁਨ। ਹੁਣ ਇੱਥੇ ਆ ਗਈ ਗੱਲ, ਇਹ ਤਾਂ ਹੋ ਗਏ 6 ਸਾਥੀਓ ਪੈਰੀ। ਗੂੜ ਲਿਪਾਂਕ ਕਿੰਨੇ ਹਨ? ਤਾਂ ਗੂੜ ਲਿਪਾਂਕ ਸਾਥੀਓ 6 ਹਨ। ਆਹੀ ਜਿਹੜੇ ਉੱਤੇ ਤੁਹਾਨੂੰ ਦੇ ਰੱਖੇ ਹਨ, ਕੱਗਾ, ਝੱਜਾ, ਢੱਡਾ, ਧੱਦਾ, ਭੱਬਾ ਅਤੇ ਹਾਹਾ। ਆਪਣਾ ਉੱਤਰ ਹੋਊਗਾ 2 ਨੰਬਰ ਵੀ ਗੂੜ ਲਿਪਾਂਕ ਕੀ ਹੈ? ਆਹ ਹਨ। ਗੂੜ ਲਿਪਾਂਕ ਕੀ ਹੁੰਦੇ ਆ ਸਾਥੀਓ ਕਿ ਕੁਛ ਵਿਅੰਜਨ ਜਿਹੜੇ ਹੁੰਦੇ ਹਨ ਉਹ ਕੀ ਹੈ ਕਿ ਉਹਨਾਂ ਦੇ ਥਾਂ ਦੇ ਉੱਤੇ ਕਈ ਵਾਰ ਸੁਰਾਂ ਦੀ ਨਾਦ ਪੈਦਾ ਹੁੰਦੀ ਹੈਗੀ ਹੈ। ਜਿਵੇਂ ਮੈਂ ਹਾਹੇ ਨੂੰ ਲੈ ਕੇ ਦੱਸਾਂ ਕਿ ਆਪਾਂ ਲਿਖਦੇ ਤਾਂ ਹੈਗੇ ਆ ਚਾਹ ਤੇ ਹੈ, ਆਪਾਂ ਕਹਿੰਦੇ ਆ ਚਾਹ ਪਿਆ ਦਿਓ, ਹਾਹਾ ਉੱਥੇ ਬੋਲਦੇ ਨਹੀਂਗੇ। ਠੀਕ ਹੈ ਨਾ, ਤੇ ਉਸੇ ਤਰੀਕੇ ਨਾਲ ਸਹੂਰਾ ਲਿਖੀਦਾ,
ਆਪਾਂ ਬੋਲਦੇ ਹਾਂ ਸਹੁਰਾ। ਹੈ ਦੀ ਧੁਨੀ ਜਿਹੜੀ ਹੈਗੀ ਹੈ ਉਹ ਵਿਅੰਜਨ ਵਾਲੀ ਨਾ ਆ ਕੇ ਕਾਹਦੀ ਵਾਲੀ ਆਉਂਦੀ ਹੈ, ਸਵਰ ਵਾਲੀ ਆਉਂਦੀ ਹੈਗੀ ਹੈ। ਉਸੇ ਤਰੀਕੇ ਨਾਲ ਆਪਾਂ ਘੱਗੇ ਦੀ ਵਰਤੋਂ ਕਰਦੇ ਹਾਂ। ਆਪਾਂ ਲਿਖਿਆ ਕੰਗਾ, ਲੇਕਿਨ ਬੋਲਿਆ ਤਾਂ ਆਪਾਂ ਇੱਥੇ ਗੱਗਾ ਹੈ, ਲਿਖਿਆ ਘੱਗਾ ਹੈ, ਕੰਗਾ। ਇਸ ਤਰੀਕੇ ਨਾਲ ਕੀ ਹੈ, ਇਹ ਜਿਹੜੇ ਹੈਗੇ ਆ ਇਹ ਸਾਰੇ ਦੇ ਸਾਰੇ ਕੀ ਹੈ, ਗੂੜ ਲਿਪਾਂਕ ਹੈਗੇ ਹੈ। ਠੀਕ ਹੈ ਨਾ। ਬਾਕੀ ਡਿਟੇਲ ਦੇ ਵਿੱਚ ਬਾਅਦ ਚ ਗੱਲ ਕਰਾਂਗੇ ਇਸ ਦੇ ਉੱਤੇ। ਠੀਕ ਹੈ ਨਾ, ਵੱਡੀ ਕਲਾਸ ਦੇ ਵਿੱਚ। ਇਹ ਆਪਣਾ ਹੋ ਗਿਆ 5ਵਾਂ ਪ੍ਰਸ਼ਨ, ਆਪਣਾ ਉੱਤਰ ਹੋ ਗਿਆ ਗੂੜ ਲਿਪਾਂਕ, ਆ ਹੋ ਗਏ 6। ਠੀਕ ਹੈ ਜੀ। ਅਗਲੇ ਵੱਲ ਵੱਧਦੇ ਹਾਂ। ਅਗਲਾ ਪ੍ਰਸ਼ਨ ਨੰਬਰ ਆ ਗਿਆ ਸਾਥੀਓ 6 ਨੰਬਰ। 6 ਨੰਬਰ ਆ ਗਿਆ ਹਾਹਾ ਅੱਖਰ ਦੁੱਤ ਅਤੇ ਅੱਛਾ ਪਾਪਾ ਪ੍ਰਸ਼ਨ ਕੀ, ਪ੍ਰਸ਼ਨ ਆਪਣਾ ਵੀ ਗਲਤ ਕਥਨ ਚੁਣਨਾ ਹੈਗਾ ਆਪਾਂ ਨੂੰ। ਠੀਕ ਹੈ ਨਾ। ਪ੍ਰਸ਼ਨ ਥੋੜਾ ਦੇਖ ਲਿਆ ਕਰੋ, ਕਈ ਵਾਰੀ ਕੀ ਹੁੰਦਾ ਹੈ ਨਾ, ਗਲਤ ਸੁਣੋ, ਚੁਣੋ, ਸਹੀ ਚੁਣੋ, ਤੇ ਲਾਸਟ ਤੇ ਜਾ ਕੇ ਅੰਤ ਜਾ ਕੇ ਇਹ ਸੰਮਿਲਿਤ ਨਹੀਂ ਹੈ ਜਾਂ ਹੈ। ਇਹ ਜਿਹੜੇ ਪ੍ਰਸ਼ਨ ਨੂੰ ਪੜ੍ਹਦੇ ਸਮੇਂ ਆਪਾਂ ਥੋੜੀ ਜਲਦਬਾਜ਼ੀ ਕਰ ਦਿੰਦੇ ਹਾਂ, ਉੱਥੇ ਕੀ ਹੋ ਜਾਂਦਾ, ਆਪਣਾ ਉੱਤਰ ਗਲਤ ਹੋ ਜਾਂਦਾ ਹੈ। ਕਿ ਪ੍ਰਸ਼ਨ ਨੂੰ ਪਹਿਲਾਂ ਧਿਆਨ ਨਾਲ ਪੜ੍ਹ ਲੈਣਾ ਚਾਹੀਦਾ। ਠੀਕ ਹੈ ਨਾ। ਕੱਲੇ ਤੁਹਾਡੇ ਨਾਲ ਨਹੀਂ, ਕਿ ਸਾਡੇ ਨਾਲ ਵੀ ਬਥੇਰੀ ਵਾਰੀ ਹੋਈ ਹੈਗੀ ਹੈ, ਆਪ ਗਲਤ ਕਰੇ ਉਹਨੇ। ਗਲਤ ਕਥਨ ਚੁਣੋ, ਗਲਤ ਕਥਨ ਦੇਖਣਾ ਹੈਗਾ। ਪਹਿਲਾ ਕਥਨ ਹੈਗਾ ਹਾਹਾ ਅੱਖਰ ਦੁੱਤ ਅਤੇ ਸੁਰਯੰਤਰੀਏ। ਆਪਾਂ ਹੁਣੀ ਪਿੱਛੇ ਪੜਿਆ ਸੀਗਾ, ਇੱਕ ਤਾਂ ਹਾਹਾ ਦੁੱਤ ਹੈ ਤੇ ਦੂਜਾ ਸੁਰਯੰਤਰੀ ਹੈ। ਇਹ ਆਪਾਂ ਪਿਛਲੀ ਕਲਾਸ 'ਚ ਦੇਖਿਆ ਸੀਗਾ ਵੀ ਸੁਰਯੰਤਰੀ ਹੁੰਦਾ ਹੈਗਾ, ਇਹਦਾ ਮਤਲਬ ਇਹ ਕਥਨ ਸਹੀ ਹੈ। ਰਾਰਾ ਅੱਖਰ ਦੁੱਤ ਅਤੇ ਕੰਬਵਾ ਹੈ, ਇਹ ਵੀ ਆਪਾਂ ਪਿਛਲੀ ਕਲਾਸ 'ਚ ਪੜਿਆ ਸੀਗਾ ਕਿ ਰਾਰਾ ਜਿਹੜਾ ਹੈਗਾ ਇਹ ਦੁੱਤ ਹੈਗਾ ਅਤੇ ਰਾਰਾ ਨਾਲ ਕੀ ਹੈਗਾ, ਕੰਬਵਾ ਹੈਗਾ। ਤੇ ਕੰਬਵੇ ਨੂੰ ਕੀ ਕਿਹਾ ਜਾਂਦਾ ਹੈਗਾ, ਟ੍ਰਿਲ ਵੀ ਕਿਹਾ ਦਿੱਤਾ ਜਾਂਦਾ ਹੈਗਾ। ਇਹਨੂੰ ਬੋਲਦੇ ਸਮੇਂ, ਇਸ ਅੱਖਰ ਨੂੰ ਬੋਲਦੇ ਸਮੇਂ ਜੀਭ ਤੇ ਸੌਰੀ ਗਲ ਕੀ ਹੁੰਦਾ, ਥੋੜਾ ਜਿਹਾ ਵਾਈਬ੍ਰੇਟ ਹੁੰਦਾ ਹੈ, ਰੈ ਜੀਭ ਕੰਬਦੀ ਹੈਗੀ ਹੈ। ਉਸ ਤੋਂ ਬਾਅਦ ਇਸ ਆਪਸ਼ਨ ਨੂੰ ਦੇਖਦੇ ਹਾਂ 4 ਨੰਬਰ ਨੂੰ, ਕਿ ਅਨੁਨਾਸਿਕ ਅੱਖਰਾਂ ਵਿੱਚੋਂ 3 ਅੱਖਰ ਕਿਸੇ ਵੀ ਸ਼ਬਦ ਦੇ ਸ਼ੁਰੂ ਵਿੱਚ ਨਹੀਂ ਵਰਤੇ ਜਾਂਦੇ। ਅਨੁਨਾਸਿਕ ਅੱਖਰਾਂ ਦੇ ਵਿੱਚੋਂ ਅਨੁਨਾਸਿਕ ਅੱਖਰ ਕਿੰਨੇ ਹੈ? 5 ਹੈ। ਨਈਆਂ, ਨਈਆਂ, ਅਣਾਣਾ, ਨੰਨਾ ਤੇ ਮੰਮਾ। ਇਹ ਲਾਈਨ ਦੇ ਮੁਤਾਬਿਕ ਕਹਿੰਦੇ ਕਿ ਇਹਨਾਂ ਦੇ ਵਿੱਚੋਂ ਭਈਆ ਪਹਿਲੇ ਜਿਹੜੇ ਸ਼ੁਰੂ ਵਾਲੇ ਜਿਹੜੇ ਹੈਗੇ ਆ ਉਹ 3 ਜਿਹੜੇ ਹੈਗੇ ਆ, ਉਹਨਾਂ ਤੋਂ ਕੋਈ ਸ਼ਬਦ ਸ਼ੁਰੂ ਨਹੀਂ ਹੁੰਦਾ ਹੈਗਾ। ਤਾਂ ਇਹ ਕਹਿੰਦਾ ਕਿ ਆਹ 3, ਇਹਦੀ ਗੱਲ ਬਿਲਕੁਲ ਸਹੀ ਹੈਗੀ ਹੈ। ਇਹਨਾਂ ਤਿੰਨਾਂ ਤੋਂ ਕੋਈ ਵੀ ਸ਼ਬਦ ਸ਼ੁਰੂ ਨਹੀਂ ਹੁੰਦਾ ਹੈਗਾ। ਥਲੜਿਆਂ ਤੋਂ, ਨੰਨੇ ਤੋਂ, ਮੰਮੇ ਤੋਂ ਹੁੰਦਾ ਹੈਗਾ। ਕਹਿਣ ਦਾ ਮਤਲਬ ਵੀ ਸ਼ਬਦ ਦੇ ਮੁੱਢਲੇ ਰੂਪ ਦੇ ਵਿੱਚ ਇਹਨਾਂ ਦੀ ਵਰਤੋਂ ਨਹੀਂ ਹੁੰਦੀ ਗੀ। ਬਾਕੀ ਇਹਨਾਂ ਤਿੰਨਾਂ ਨੂੰ ਛੱਡ ਕੇ ਤੇ 2 ਹੋਰ ਹੈਗੇ ਆ, ਇੱਕ ਲੱਲੇ ਪੈਰ ਬਿੰਦੀ ਤੇ ਇੱਕ ਅੜਾੜਾ। ਇਹਨਾਂ 5 ਨੂੰ ਛੱਡ ਕੇ, ਇਹਨਾਂ 5 ਨੂੰ ਛੱਡ ਕੇ ਉਸ ਤੋਂ ਬਾਅਦ ਜਿਹੜੇ ਬਚਦੇ ਹੈਗੇ ਹੈ ਵਿਅੰਜਨ, ਠੀਕ ਹੈ ਨਾ, ਵੀ ਜੋ ਕੁੱਲ ਦੀ ਗਿਣਤੀ ਕੀਤੀ ਜਾਵੇ ਤਾਂ ਕੁੱਲ ਆਪਣੇ ਕੋਲ 38 ਹੈ, 38 ਹੈਗੇ ਆ। ਉਹਨਾਂ ਤੋਂ ਜੇਕਰ 5 ਆਪਾਂ ਘਟਾ ਦਈਏ, ਠੀਕ ਹੈ, ਤਾਂ ਆਪਣੇ ਕੋਲੇ ਕਿੰਨੇ ਬਚਦੇ ਹੈਗੇ ਹੈ? 33 ਬਚਦੇ ਹੈ। ਉਹਨਾਂ ਦੀ ਕੀ ਹੈ, ਮੁੱਢਲੇ, ਵਿਚਾਰਲੇ ਤੇ ਅੰਤਲੇ ਰੂਪ ਦੇ ਵਿੱਚ ਵਰਤੋਂ ਤਿੰਨੇ ਸਥਿਤੀਆਂ 'ਚ ਹੋ ਜਾਂਦੀ ਹੈਗੀ ਹੈ ਕਿਸੇ ਵੀ ਸ਼ਬਦ ਦੇ ਵਿੱਚ। ਠੀਕ ਹੈ ਨਾ। ਮੰਨ ਲਓ ਮੈਂ ਲਿਖਿਆ ਕਮਲ, ਕੈ ਦੀ ਵਰਤੋਂ ਮੁੱਢਲੇ ਰੂਪ 'ਚ ਆ ਗਈ। ਮੈਂ ਲਿਖਤਾ ਕਹੀ, ਠੀਕ ਹੈ, ਹੁਣ ਇੱਥੇ ਕੀ ਹੈ ਦੀ ਵਰਤੋਂ ਕੀ ਹੈ, ਪਿਛਲੇ ਰੂਪ 'ਚ ਆ ਗਈ। ਠੀਕ ਹੈ ਨਾ। ਮੈਂ ਲਿਖਤਾ ਕਹਿਰ, ਆ ਹੈ ਆ ਗਿਆ ਵਿਚਾਲੇ, ਕਹਿ ਆ ਗਿਆ ਅੱਗੇ। ਇਸ ਤਰੀਕੇ ਨਾਲ ਕੀ ਹੈ ਕਿ ਕਿਸੇ ਵੀ ਅੱਖਰ ਦੀ ਅਗਲੇ ਪਾਸੇ, ਵਿਚਾਲੇ ਤੇ ਪਿਛਲੇ ਤਿੰਨੇ ਸਥਿਤੀਆਂ 'ਚ ਵਰਤੋਂ ਹੋ ਜਾਂਦੀ ਹੈਗੀ ਹੈ ਕਿਸੇ ਵੀ ਵਰਨ ਦੀ, ਵਿਅੰਜਨ ਦੀ। ਲੇਕਿਨ ਇਹਨਾਂ ਦੀ ਨਹੀਂ ਹੁੰਦੀ ਗੀ 5 ਦੀ। ਆਹ 2 ਇਹਦੇ ਵਿੱਚ ਸੰਮਿਲਿਤ ਨਹੀਂ ਗੇ, ਇਹਨਾਂ ਦੀ ਹੋ ਜਾਂਦੀ ਹੈ, ਇਹਨਾਂ 5 ਦੀ ਕਦੇ ਨਹੀਂ ਹੁੰਦੀ। ਇਹਦਾ ਮਤਲਬ ਆਪਣਾ ਆਹ ਕਥਨ ਵੀ ਕੀ ਹੈ, ਸਹੀ ਹੈ। ਹੁਣ ਅਗਲੀ ਗੱਲ ਕਹਿੰਦਾ ਹੈ ਕਿ ਇਹ ਜਿਹੜੇ ਹੈਗੇ ਹੈ ਦੁਲਾਵਾਂ ਹੈ, ਠੀਕ ਹੈ ਨਾ। ਆਹ ਥੋੜਾ ਗਲਤ ਲਿਖਿਆ ਹੋਇਆ, ਇਹਨੂੰ ਮੈਂ ਐਂ ਕਰ ਦੇਣਾ ਹੈ। ਸਿਆਰੀ ਹੈ, ਔਂਕੜ ਹੈ, ਦੁਲੰਕੜ ਹੈ, ਠੀਕ ਹੈ ਨਾ, ਦੋਨੇ ਇਕੱਠੀਆਂ ਆ ਗਈਆਂ, ਅਤੇ ਗੁਲਾਈਦਾਰ ਸਵਰ ਧੁਨੀਆਂ ਹਨ। ਹੁਣ ਇਹਦੇ ਵਿੱਚ ਕੀ ਹੈ, ਗੁਲਾਈਦਾਰ ਸਾਥੀਓ ਇੱਕ ਤਾਂ ਔਂਕੜ ਹੈ, ਇੱਕ ਦੁਲੰਕੜ ਹੈ। ਲੇਕਿਨ ਆਹ ਜਿਹੜੀ ਦੇ ਰੱਖਿਆ ਦੁਲਾਵਾਂ ਤੇ ਸਿਆਰੀ, ਇਹ ਦੋਨੇ ਕੀ ਹੈ, ਐ ਗੁਲਾਈਦਾਰ ਹੈ। ਇਹਦਾ ਮਤਲਬ ਆਪਣਾ ਇਹ ਕਥਨ ਕੀ ਹੈਗਾ, ਇਹ ਕਥਨ ਆਪਣਾ ਉੱਤਰ ਬਣੂਗਾ ਕਿ ਇਹ ਕਥਨ ਗਲਤ ਹੈਗਾ। ਠੀਕ ਹੈ, ਇਸ ਚੀਜ਼ ਦਾ ਧਿਆਨ ਰੱਖਣਾ। ਆਪਣਾ ਉੱਤਰ ਕੀ ਬਣ ਗਿਆ, 3 ਨੰਬਰ। ਉਸ ਤੋਂ ਬਾਅਦ ਹੈ ਅਗਲਾ ਪ੍ਰਸ਼ਨ। ਅਗਲਾ ਪ੍ਰਸ਼ਨ ਹੈ ਕਿ ਖੈਵੇਂ ਵਿਅੰਜਨ ਹਨ, ਖੈਵੇਂ
पिछली जमात च भी यह प्रश्न आया सीगा, विकल्प च नहीं आया सीगा, थल्ले ऑप्शनां च आया सीगा, ठीक है ना, प्रश्नों के विच नहीं सम्मिलित नहीं सीगा ये। मम्मा, पप्पा या वावा, नहीं जी, ये खैवे नहीं हैं। सस्सा, सस्से पैर बिंदी ते हाहा, हाँ जी ये की हन, खैवे हन। सै या डड्डा या कक्का नहीं हन। चचा, पप्पा, जज्जा ये भी नहीं हन। तो अपना उत्तर की हुंदा है 2 नंबर कि सस्सा, सस्से पैर बिंदी ते हाहा ये की हन, खैवे हन। इन्हां नूं बोलदे समय अपने जिहड़ा आहा मूँह पोल है ਇਹਦੇ ਵਿੱਚ ਕੀ ਹੈ ਥੋੜਾ ਘਰਸ਼ਣ ਖਹਿ ਕੇ ਨਿਕਲਦੇ ਹਨ। ਇਹਨਾਂ ਨੂੰ ਕੀ ਕਹਿ ਦਿੱਤਾ ਜਾਂਦਾ ਹੈ, ਖੈਵੀ ਵਿਅੰਜਨ ਕਹਿ ਦਿੱਤਾ ਜਾਂਦਾ ਹੈ। ਕਿਹੜੇ ਕਿਹੜੇ? ਸੱਸਾ, ਸੱਸੇ ਪੈਰ ਬਿੰਦੀ ਤੇ ਹਾ। ਠੀਕ ਹੈ ਜੀ, ਆਪਣਾ ਉੱਤਰ ਹੋ ਗਿਆ 2 ਨੰਬਰ। ਅਗਲੇ ਪ੍ਰਸ਼ਨ ਵੱਲ ਵਧਦੇ ਆਪਾਂ। ਪ੍ਰਸ਼ਨ ਨੰਬਰ 8 ਕਿ ਗੁਰਮੁਖੀ ਵਿੱਚ ਵਰਤਮਾਨ ਵਿੱਚ ਕਿੰਨੇ ਅੱਖਰ ਹਨ? ਵਰਤਮਾਨ ਵਿੱਚ ਆਹ ਅੱਖਰ ਜ਼ਰੂਰ ਦੇਖ ਲੈਣਾ ਹੈਗਾ। प्रश्न आ जाए गुरमुखी विच किन्ने अखर हैं, ये प्रश्न तो एक वक्री किस्म का है। गुरमुखी विच वर्तमान विच किन्ने अखर हैं, या तो आ शब्द लग्या होवे वर्तमान, या लिखा होंदा है गुरमुखी विच अजोकी, अजोकी वर्णमाला विच किन्ने अखर हैं, या ये लिखा होंदा है, या लिखा होंदा है कि गुरमुखी दी आधुनिक, आधुनिक वर्णमाला विच किन्ने अखर हैं। ये तिन्ने अखरां दी गल इक्को ही हैगी है। ਇਹਦਾ मतलब कहने का मतलब ये हो जाता है कि जो ये चीज़ आती है तो ये कह रहा है कि भाई अज जिहड़ी चल रही हैगी है ऊड़े तो लैके ते लल्ले बिंदी तक ਉਹਦੀ गल कर रहा मैं। ऊड़े तो लैके लल्ले पैर बिंदी तक ਉਹਦੀ गल कर रहा जो ये तिन्ने शब्द होंगे वर्तमान, अजोकी या आधुनिक। जेकर सीधा प्रश्न होंदा है कि वर्णमाला विच किन्ने हैं या मूल वर्णमाला विच किन्ने हैं, उदों उहदा कहण दा भाव हुंदा है कि भाई ऊड़े तो लैके ते मैं गल कर रहा अड़ाड़े तक, पैरी बिंदी वाले छड्डणे हैगे है। हुण इत्थे कह रहा कि वर्तमान, तो वर्तमान साथियों आपां नूं पता हैगा किन्ने हैं, 41 हैं। ऊड़े तो लैके अड़ाड़े तक जो आपां गिणदे आ तां 35 है, ठीक है ना, क्योंकि हर एक वर्ग दे विच, हर एक वर्ग दे विच किन्ने किन्ने हैं, 5-5 हैं, ठीक है ना। मुख वर्ग दे विच 5 हैं, कक्के वर्ग दे विच 5 हैं, इस तरीके नाल हर एक वर्ग दे विच 5-5 हैं। अंतम वर्ग दे विच भी 5 हैं, ते जिहड़ा थल्ले लास्ट दे विच सस्से बिंदी वाला, खखे बिंदी वाला, गग्गे बिंदी वाला आ जिहड़ा वर्ग हैगा इहदे विच किन्ने हैं, 6 हैं। तो 35 ते 6 किन्ने हो जाते हैं, 41 हो जाते हैं। जो आप लल्ले तक गिणते हाँ अपना उत्तर की हो जाऊगा 41, कहने का मतलब ऑप्शन नंबर 2। लेकिन अड्डो अड्ड गल याद रखनी है, सीधा कह दे गुरमुखी विच किन्ने अखर हैं उस समय अपना उत्तर 35, लेकिन वर्तमान, अजोकी, आधुनिक अजकल जो चल रही है इस तरीके नाल जेकर वो गल करदा है या कहंदा कि फारसी नूं जोड़ के उस समय अपना उत्तर की रहिंदा है 41 रहिंदा है। ठीक है, बड़े आसान आसान जे प्रश्न हैगे है, ध्यान नाल देखने हैगे, लेकिन परीक्षा की दृष्टि नाल बड़े ही उपयोगी। अगला प्रश्न है कि पंजाबी वर्णमाला दे किन्ने अखर मुक्ता रूप विच वरते जा सकते हैं। भी जिहड़ी वर्णमाला हैगी है अपने कोले उहदे किन्ने अखर है, भी ऊड़े तो लैके ऊड़ा है, आड़ा है, ईड़ी है, सस्सा है, हा है, कक्का वर्ण है, ठीक है ना, चच्चा वर्ण है, ठीक है ना, टैंका वर्ण है, तत्ता वर्ण है, पप्पा आ वर्ग है, ठीक है, यैया वर्ग है, उस तो बाद सस्से पैर बिंदी वाला है, आ सारा लैके ते लल्ले पैर बिंदी तक वो गल करता है भी भाई ਇਹੋ ਜਿਹੇ किन्ने ਹਨ, कहता कि किन्ने ਹਨ जिन्हां दी मुक्ते रूप दे विच वरतों हुंदी है। पहला तो आप समझ लिए कि मुक्ता दा मतलब की है। मुक्ता दा मतलब कहता है कि भी उन्हां नूं आपां वरतों कीती जा सकती है। पंजाबी वर्णमाला दे विच किन्ने अखरां दी मुक्ते रूप विच वरतों कीती जा सकती है, मतलब लग तो बिना। हुण आपां इहदे च इह चीज़ पढ़दे हैगे भी एक आ जिहड़ा हैगा आ दोने जिहड़े हैगे इन्हां नूं आपां उहदे बिना नहीं वरत सकदे। कहण दा मतलब लग तो बिना। जेकर आपां इहनूं वरतांगे ऊड़े मूल स्वर नूं आपां वरतांगे तां इहनूं आपां या तां इस रूप च वरतांगे, या इहनूं आपां इस रूप च वरतांगे, या इहनूं आपां इस रूप च वरतांगे।
ठीक है ना। लिखण का मतलब औंकड़ के रूप दे विच, दुलैंकड़ के रूप दे विच ते जां होड़ के रूप दे विच। ਇਹਨੂੰ ਆਪਾਂ ਵਰਤਾਂਗੇ ਤਾਂ ਬਈ ਇਹਨੂੰ ਸਿਆਰੀ ਦੇ ਰੂਪ ਵਿੱਚ ਵੀ ਵਰਤ ਲਾਂਗੇ, ਇਹਨੂੰ ਬਿਹਾਰੀ ਦੇ ਰੂਪ ਵਿੱਚ ਵਰਤ ਲਾਂਗੇ ਤੇ ਇਹਨੂੰ ਲਾਂ ਦੇ ਰੂਪ ਦੇ ਵਿੱਚ ਵੀ ਆਪਾਂ ਇਹਦੀ ਵਰਤੋਂ ਕਰ ਸਕਦੇ ਹਾਂ। ਠੀਕ ਹੈ, ਲੇਕਿਨ ਇਹਨਾਂ ਉੱਤੇ ਆਹ ਲੱਗ ਹੋਣੀ ਜ਼ਰੂਰੀ ਹੈ, ਇਹਨਾਂ ਨੂੰ ਉਹ ਨਹੀਂ ਵਰਤ ਸਕਦੇ। ਆਹ ਲੱਗਾ ਇਹਨਾਂ ਤੇ ਲੱਗਣੀਆਂ ਜ਼ਰੂਰੀ ਹੈ। ਆਹ ਲੱਗ ਚ ਨੇ ਜਿਹੜੇ ਇਹਨਾਂ ਦੇ ਪਿੱਛੇ ਅੱਗੇ ਪਿੱਛੇ ਲੱਗੇ ਹੈਗੇ ਉੱਤੇ ਥੱਲੇ, ਇਹ ਲੱਗਣੇ ਜ਼ਰੂਰੀ ਹੈ। ਇੱਕ ਆਹ ਭਰਾ ਹੈ ਜਿਹੜਾ ਆੜਾ, ਇਹਦੇ ਨਾਲ ਬੇਸ਼ੱਕ ਮੁਕਤਾ, ਕੰਨਾ, ठीक है ना, उस तो बाद दुलावा ते उस तो बाद होड़ा, ये चार बनते हैं। लेकिन ये भरा कला भी वरत्या जा सकता है, मुक्ते रूप में वरत्या जा सकता है। हुण निकल किहड़े गए, आ दो निकल गए। टोटल अपने कोले वर्ण किन्ने हैगे है साथियों, 41 है। कुल किन्ने वर्ण है, 41 वर्ण हैगे। 41 च जो दो कढ़ देंगे तो अपना उत्तर की रह जाऊगा 39। ठीक है, अपना उत्तर की रह जाऊगा 39, मतलब 40। ये हो गया अपना 9वां प्रश्न। चलते हैं अगले प्रश्न वाल। अगला प्रश्न है कि गुरमुखी विच लगा नाल लगन वाले छोटे चिन्हां नूं की कहा जाता है? लगा नाल लगन वाले छोटे चिन्हां नूं की कहा जाता है? पहलां तां लग की गल कर लैंदे भी लग जिहड़ी लगदी हैगी है। लग की है? लग का मतलब है लगना। ठीक है, अखर दे नाल लगना, वो लग हो गई ते लगां बन गई। हुण लगना का मतलब है मैं लिखता मम्मा, पिछे मैं लाता, मैं पूछा भी लग कादी लगी है, तुसी क्या सर जी कन्ना लग्या। मैं लिखता टैंका, टैंके दे उत्ते मैं आ लाता, मैं पूछा जी लग कादी लगी है, तुसी क्या जी ये तो लां दी लगी हुई है। ठीक है, दो लातियां, तुसी कहा दुलावां दी लगी हुई है। लग की गल समझ गए तुसी भी, लग की होगी किसी भी अखर वर्ण दे नाल लगना। ਇਹ ਕਹਿੰਦਾ ਕਿ ਲੱਗ ਦੇ ਨਾਲ ਲੱਗਣ ਵਾਲੇ, ਉਹਨਾਂ ਦੇ ਨਾਲ ਲੱਗਣ ਵਾਲੇ ਜਿਹੜੇ ਛੋਟੇ ਚਿੰਨ ਹੈ ਉਹਨਾਂ ਨੂੰ ਕੀ ਕਿਹਾ ਜਾਂਦਾ ਹੈ? ਉਹਨਾਂ ਨੂੰ ਸਾਥੀਓ ਕਹਿੰਦੇ ਲਗਾ ਅੱਖਰ। ਕੀ ਕਿਹਾ ਜਾਂਦਾ ਹੈ? ਲਗਾ ਅੱਖਰ। ਹੁਣ ਲਗਾ ਅੱਖਰ ਕਿੱਥੇ ਲੱਗਦੇ ਹੈ? ਲਗਾ ਅੱਖਰ ਆਪਣੇ ਕੋਲ ਕਿੰਨੇ ਹੁੰਦੇ ਹੈਗੇ ਸਾਥੀਓ? 3 ਹੁੰਦੇ ਹੈਗੇ ਹੈ। ਇੱਕ ਹੁੰਦਾ ਹੈਗਾ ਬਿੰਦੀ, ਠੀਕ ਹੈ, ਇੱਕ ਹੁੰਦਾ ਹੈਗਾ ਬਿੰਦੀ ਕਰਨਾ ਮਤਲਬ ਇਸ ਤਰੀਕੇ ਨਾਲ, ਇੱਕ ਹੁੰਦਾ ਹੈਗਾ ਟਿੱਪੀ। ਟਿੱਪੀ ਕਿਵੇਂ ਹੁੰਦਾ ਹੈਗਾ? ਇਹ ਉੱਤੇ, ठीक है, ओ टिप्पी, इस तरीके नाल। एक अपने कोल की हुंदा है अद्धक, ते अद्धक किस तरीके नाल हुंदा है? इस तरीके नाल। ਇਹ ਜਿਹੜੇ ਹੈਗੇ ਆ ਇਹ ਇਹਨਾਂ ਲਗਾਂ ਦੇ ਨਾਲ ਲੱਗਦੇ ਹੈਗੇ। ਮੰਨ ਲਓ ਕਿ ਹੁਣ ਆਪਾਂ ਨੂੰ ਇਹਦੇ ਵਿੱਚੋਂ ਆਪਾਂ ਸ਼ਬਦ ਲਿਖਿਆ ਹੈਗਾ ਗੇਂਦ, ਆਪਾਂ ਲਾਤੀ ਬਿੰਦੀ, ਆ ਜਿਹੜੀ ਹੈਗੀ ਹੈ ਇਸ ਲੱਗ ਦੇ ਨਾਲ ਲੱਗੀ ਹੈਗੀ ਹੈ। ठीक है ना, ਆਪਾਂ ਸ਼ਬਦ ਲਿਖਦੇ ਹਾਂ ਸਿੰਘ, ਆਪਾਂ ਟਿੱਪੀ ਇੱਥੇ ਲਾਈ। ਪਹਿਲਾਂ ਤਾਂ ਵਰਨ ਆਇਆ, मतलब ਉਹ ਅੱਖਰ ਆਇਆ ਵਿਅੰਜਨ, ਫਿਰ ਉਹਦੇ ਨਾਲ ਸਿਹਾਰੀ ਦੀ ਲੱਗ ਆਈ ਤੇ ਲੱਗ ਦੇ ਨਾਲ ਗਾਂਹ ਲਗਾ ਅੱਖਰ ਆਇਆ, मतलब ਟਿੱਪੀ ਆਈ। 3 क्रम हो गए। ਪਹਿਲਾਂ ਤਾਂ ਵਿਅੰਜਨ ਦਾ ਉਹ ਵਰਨ, ਫਿਰ ਉਹ ਸਿਹਾਰੀ ਤੇ ਫਿਰ ਉਹ ਲਗਾ ਅੱਖਰ। इस तरीके नाल अपने उत्तर की बना? गुरमुखी विच लगा नाल लगन वाले छोटे चिन्हां नूं की कहा जाता है? लगा अखर कहा जाता है। तो इन्हां दी संख्या कितनी हुंदी है? 3 हुंदी है। कितनी हुंदी है? 3 हुंदी है। लग नहीं कहा जाता, दुत्त अखर नहीं कहा जाता, बोली एक चीज़ ही वक्री हैगी, वो भाषा का एक टॉपिक है। अगला प्रश्न वाल चलते हैं। अगला जिहड़ा प्रश्न है कि बिंदी किन्नियां लगा नाल लगदी है? बिंदी पिछे हुणी आपां गल करके आ कि भी लगां दे नाल लगण वाले जिहड़े छोटे चिन्ह हन उन्हां नूं लगा अखर कहा जाता है। ਉਹਦੇ ਵਿੱਚ मैं पहली गल कीती बिंदी, फिर मैं क्या टिप्पी, ते फिर मैं क्या अद्धक। हुण बिंदी की है? ये पुछदा कि बिंदी किन्नियां लगां नाल लगदी है? 4 नाल लगदी है, 6 नाल लगदी है, 7 नाल लगदी है, 8 नाल लगदी हैगी है। पढ़न दे विच यह प्रश्न बड़ा ही आसान जाएगा, लेकिन ਜਿਹੜੇ ਪਹਿਲੀ ਵਾਰੀ ਪੰਜਾਬੀ ਰੱਖਦੇ ਗਿਆ ਉਹਨਾਂ ਖਾਤਰ ਇਹ ਵੀ ਕਈ ਵਾਰੀ ਭਾਰੀ ਬਣ ਜਾਂਦਾ ਹੈਗਾ। ਇਹਨਾਂ ਦੀ ਗਿਣਤੀ ਜ਼ਰੂਰ ਯਾਦ ਰੱਖਣੀ ਹੈ, ਇਹਨਾਂ ਨਾਲ ਸੰਬੰਧਿਤ ਜਿਹੜੀਆਂ ਲਗਾਂ ਹੈਗੀਆਂ ਉਹ ਜ਼ਰੂਰ ਯਾਦ ਰੱਖਣੀਆਂ ਵੀ ਕਿੰਨਾ ਕੰਨਾਂ ਨਾਲ ਲੱਗਦੀ ਹੈਗੀ ਹੈ। ਆਪਾਂ ਇੱਕ ਵਾਰੀ ਉਹੀ ਮੁਹਾਰਨੀ ਲਿਖਦੇ ਹਾਂ, ਇੱਕ ਵਾਰੀ ਮੁਕਤਾ, ਕੰਨਾ, ਸਿਹਾਰੀ, ਬਿਹਾਰੀ,
ਔਂਕੜ, ਦੁਲੈਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੋੜਾ। ਹੁਣ ਆਪਾਂ ਪ੍ਰਸ਼ਨ ਪੜ੍ਹਦੇ ਹਾਂ ਕਿ ਬਿੰਦੀ ਕਿੰਨੀਆਂ ਲਗਾਂ ਨਾਲ ਲੱਗਦੀ ਹੈ। ਸਾਥੀਓ ਇੱਕ, ਦੋ, ਤਿੰਨ, ਚਾਰ, ठीक है जी, ते 5, 6 आ जिहड़ियां इन्हां नूं वखरे कर दिओ। बिंदी किन्नियां नाल लगी? 6 नाल लगी साथियों। किन्नी अखरां नाल? 6 लगां दे नाल की लगी? बिंदी लगी। बिंदी कहण दा भाव उत्ते बिंदी लाउणा किसी भी शब्द नूं लिखदे समय। आपां मैं लिखिया गंध, मैं टिप्पी लाई। मैं लिखा संग, मैं टिप्पी लाई। मैं लिखा सांग, मैं बिंदी लाई। ठीक है ना। हुण इत्थे देखो इहदे च तां टिप्पी लग रही है, लेकिन जिवें ही कन्ना लग रहा है उहदे नाल की लग रही है? बिंदी लग रही है। उसी तरीके नाल अपने कोले ध्यान रखना है कन्ने नाल ते बिहारी नाल, लां नाल, दुलावे नाल, होड़े नाल ते कनोड़े नाल। कहण दा मतलब इन्हां लगां दे नाल भी की है? बिंदी ही लगदी हैगी है। अपना उत्तर हो जाऊगा 6। आ चीज़ ध्यान रखना है। अगले प्रश्न नाल वधदे हां। अगला प्रश्न होर बड़े ही बेसिक जे प्रश्न हैगे आ रीड खातर, खास करके पब्बा ते ढड्डा व्यंजन हन। ਜਦੋਂ ਆਪਾਂ ਵਿਅੰਜਨਾਂ ਦਾ ਵਰਗੀਕਰਨ ਕਰਦੇ ਹੈਗੇ ਆ ਤਾਂ ਉਹਦੇ ਵਿੱਚ ਇਹ ਦੇਖਦੇ ਹੈਗੇ ਆ ਕਿ ਵਿਅੰਜਨਾਂ ਦਾ ਵਰਗੀਕਰਨ ਦੋ ਤਰੀਕੇ ਨਾਲ ਆਪਾਂ ਕਰਦੇ ਹੈਗੇ, ਇੱਕ ਉਚਾਰਨ ਸਥਾਨ ਦੇ ਆਧਾਰ ਤੇ ਇੱਕ ਉਚਾਰਨ ਢੰਗ ਦੇ ਆਧਾਰ ਤੇ। ਹੁਣ ਇਹਦੇ ਵਿੱਚ ਸਿਰਫ ਉਚਾਰਨ ਸਥਾਨ ਦੇ ਆਧਾਰ ਤੇ ਆਪਾਂ ਨੂੰ ਵਿਅੰਜਨਾਂ ਦਾ ਵਰਗੀਕਰਨ ਪੁੱਛਿਆ ਗਿਆ ਹੈ, ਲੇਕਿਨ ਅੱਖਰ ਦੋ ਅੱਡੋ ਅੱਡ ਦਿੱਤੇ ਗਏ ਨੇ। ਇੱਕ ਤਾਂ ਦਿੱਤਾ ਹੈ ਪੱਬਾ, ਇੱਕ ਦਿੱਤਾ ਹੈਗਾ ਡੱਡਾ। ਜਦੋਂ ਇਸ ਤਰੀਕੇ ਦਾ ਪ੍ਰਸ਼ਨ ਆਵੇ ਤਾਂ ਉਸ ਸਮੇਂ ਸਭ ਤੋਂ ਪਹਿਲਾਂ ਇਹ ਦੇਖ ਲਓ ਕਿ ਭਾਈ ਉਹਦਾ ਉਚਾਰਨ ਸਥਾਨ ਕਿਹੜਾ ਹੈਗਾ। ਜੇ ਪੱਬੇ ਦੀ ਗੱਲ ਕਰੀਏ ਤਾਂ ਪੱਬਾ ਕਿਹੜਾ ਹੁੰਦਾ ਹੈਗਾ? ਪੱਪੇ ਦੀ ਲਾਈਨ 'ਚ। ਤੇ ਆਪਣੇ ਕੋਲੇ ਅੱਖਰ ਹੁੰਦਾ ਹੈ ਪੱਪਾ, ਫੱਫਾ, ਬੱਬਾ, ਪੱਬਾ, ਮੰਮਾ। ਇਹਦਾ ਉਚਾਰਨ ਸਥਾਨ ਕੀ ਹੈਗਾ? ਇਹਦਾ ਉਚਾਰਨ ਸਥਾਨ ਹੈ ਸਾਥੀਓ ਹੋਠੀ। कुछ किताबां सोनू दो होठी लिखा भी मिलूगा, ठीक है ना, कोई गलत नहीं है, ठीक है। उस तो बाद ऐसी पंक्ति च फफे बिंदी ते वावा भी आउंदा है भी फफा बिंदी ते वावा ये भी होठी च आउंदा है, लेकिन इत्थे थोड़ी कंडीशन थोड़ी वक्री हो जाती है। ये दोवें अखर जिहड़े हैगे आ इन्हां नूं दंत होठी कह दिता जाता है। की कह दिता जाता है? दंत होठी। मतलब इन्हां दी जिहड़ा उचारण है पप्पा, फप्फा, बब्बा, पब्बा, मम, ये तो सिर्फ बुल्लां दे नाल हुंदा है, लिप्स नाल हुंदा है, दोने होठां दे नाल। फफ्फा ते वव्वा, फफ्फा तुसीं देखोगे दंद ते होठ दो इकट्ठे है, इहदे खातर इन्हां दोनों नूं की कह दिता जाता है? दंती ते होठी या दंत होठी। ठीक है ना, दोने अखर दोने शब्द चलते है। आ तो हो गया कलीर गल भी बाई साहब भी पब्बा है जिहड़ा वो होठी है या दो होठी है। गल करदे आ डड्डे दी। जे डड्डे दी मैं गल करां तां पहलां तां इहदा लैण देने आ भी किहड़ी वर्ग दे विच किहड़ी टोली दे विच आउंदा हैगा। इह तां टैंके वाली टोली च आउंदा हैगा। टैंका, ठट्ठा, डड्डा, ढड्डा ते नाणा, ਇਹ ਕਿਹੜੀ ਹੈ? ਇਹਨੂੰ ਆਪਾਂ ਕਹਿ ਦਿੰਦੇ ਆ ਸਾਥੀਓ ਸਹੀ ਸ਼ਬਦ ਤਾਂ ਹੁੰਦਾ ਹੈਗਾ ਮੁਰਦਨੀ, ਤੇ ਜੇਕਰ ਪਰੰਪਰਾ ਵਾਲੇ ਹਿਸਾਬ ਨਾਲ ਦੇਖੀਏ ਜਿਹੜੀ ਚੱਲਦੀ ਹੈ ਤਾਂ ਉਹਦੇ ਹਿਸਾਬ ਨਾਲ ਆ ਜਾਂਦਾ ਹੈਗਾ ਉਲਟ ਜੀਬੀ। ਉਲਟ ਜੀਬੀ ਆਪਣਾ ਕਿਹੜਾ? ਡੱਡਾ।
ਹੁਣ ਆਪਣੇ ਕੋਲੇ ਦੇਖੋ ਦੋ ਵਿਕਲਪ ਹੋ ਗਏ, ਇੱਕ ਤਾਂ ਹੋਠੀ ਤੇ ਇੱਕ ਹੋ ਗਿਆ ਉਲਟ ਜੀਬੀ ਜਾਂ ਮੁਰਦਨੀ। ਇਹਦੇ ਚ ਤਾਲਵੀ ਨਾ ਭਾਈ, ਤਾਲਵੀ ਤਾਂ ਹੀ ਨਹੀਂ ਗਾ, ਤਾਲਵੀ ਚ ਤੱਤਾ ਆਉਂਦਾ ਹੈਗਾ। ਹੋਠੀ, ਹਾਂਜੀ ਹੋਠੀ ਤਾਂ ਆਉਂਦਾ ਤਾਂ ਹੈਗਾ, ਲੇਕਿਨ ਇੱਧਰਲਾ ਆਉਂਦਾ ਹੈਗਾ, ਇਹਦੇ ਖਾਤਰ ਨਹੀਂ ਗਾ। ਹੋਠੀ ਤਾਲਵੀ ਨਾ ਭਾਈ, ਤਾਲਵੀ ਤਾਂ ਫਿਰ ਤੈ ਆ ਗਿਆ, ਹੈ ਹੀ ਨਹੀਂ ਗਾ। ਉਲਟ ਜੀਬੀ ਤੇ ਹੋਠੀ, ਫਿਰ ਇਹਨਾਂ ਦਾ ਕ੍ਰਮ ਨਹੀਂ ਸੀਗਾ, ਉਲਟੇ ਪੁਲਟੇ ਕਰਤੇ ਅਗਲੇ ਨੇ। ਕਹਿੰਦਾ ਕਿ ਹੋਠੀ ਤੇ ਉਲਟ ਜੀਬੀ, ਹਾਂ ਭਾਈ ਆਹ ਗੱਲ ਤੇਰੀ ਅਸੀਂ ਮੰਨਦੇ ਹੈਗੇ ਆ ਕਿ ਹੋਠੀ ਤੇ ਕੀ ਹੈਗਾ ਉਲਟ ਜੀਬੀ ਆ। ਆਪਸ਼ਨ ਨੰਬਰ ਆਪਣਾ ਕੀ ਹੋ ਗਿਆ 4 ਹੋ ਗਿਆ ਸਾਥੀਓ, ਠੀਕ ਹੈ ਨਾ, ਵੀ ਹੋਠੀ ਹੋ ਗਿਆ ਤੇ ਨਾਲੇ ਕੀ ਹੋ ਗਿਆ ਉਲਟ ਜੀਬੀ ਹੋ ਗਿਆ। ਸਮਝ ਆ ਗਈ। ਅਗਲੇ ਪ੍ਰਸ਼ਨ ਵੱਲ ਚੱਲਦੇ ਹੈਗੇ ਆ। ਅਗਲਾ ਪ੍ਰਸ਼ਨ ਆਪਣਾ ਹੈਗਾ ਕਿ ਹੇਠ ਲਿਖਿਆਂ ਵਿੱਚੋਂ ਕਿਹੜਾ ਫਟਕਵਾਂ ਵਿਅੰਜਨ ਹੈ, ਜਿਹੜਾ ਫੜ ਦੇਣੇ ਵੱਜਦਾ ਹੈਗਾ। ਫਟਕਵਾਂ, ਫਟਕਵਾਂ ਦੇਖੋ ਰੱਰਾ, ਜੇ ਰਾਰੇ ਦੀ ਗੱਲ ਕਰੀਏ ਤਾਂ ਰੱਰਾ ਤਾਂ ਸਾਥੀਓ ਕੰਬਵਾਂ ਹੈ, ਗੱਲ ਕਰ ਹੀ ਲਈ। ਹੁਣ ਦੇਖੋ ਜਿਹੜਾ ਇਹ ਜਿਹੜਾ ਵਰਗੀਕਰਨ ਹੁੰਦਾ ਨਾ, ਕੰਬਵਾਂ, ਪਾਰਸਵਿਕ, ਫਟਵਾਂ, ਸੰਘਰਸ਼ੀ, ਅੰਤਸਥੀ, ਇਹ ਜਿਹੜਾ ਹੁੰਦਾ ਹੈਗਾ ਇਹ ਸਾਰਾ ਦਾ ਸਾਰਾ ਹੁੰਦਾ ਹੈਗਾ ਉਚਾਰਨ ਢੰਗ ਦੇ ਆਧਾਰ ਤੇ, ਉਚਾਰਨ ਢੰਗ ਦੇ ਆਧਾਰ ਤੇ ਇਹ ਵਰਗੀਕਰਨ ਸਾਰਾ ਉਚਾਰਨ ਢੰਗ ਦੇ ਆਧਾਰ ਤੇ ਹੁੰਦਾ ਹੈਗਾ। ਰੱਰਾ ਕੰਬਵਾਂ ਹੋ ਗਿਆ। ਰੱਰੇ ਦੀ ਗੱਲ ਕੀਤੀ ਜਾਵੇ ਤਾਂ ਰੱਰਾ ਆਪਾਂ ਪੜਿਆ ਸੀ ਵੀ ਭਾਈ ਇਹ ਦੋ ਅੱਖਰ ਵੀ ਹੈਗਾ, ਠੀਕ ਹੈ ਨਾ, ਵੀ ਪੈਰਾਂ 'ਚ ਵੀ ਲੱਗ ਜਾਂਦਾ ਹੈਗਾ। ਅੜਾੜਾ, ਅੜਾੜੇ ਨੂੰ ਗੱਲ ਕਰਨ ਤੋਂ ਪਹਿਲਾਂ ਮੈਂ ਲੱਲੇ ਦੀ ਗੱਲ ਕਰਨਾ। ਲੱਲਾ, ਲੱਲੇ ਦੀ ਆਪਾਂ ਗੱਲ ਕੀਤੀ ਸੀ ਭਈਆ, ਲੱਲਾ ਜਿਹੜਾ ਹੈਗਾ ਉਹ ਪਾਰਸਵਿਕ ਹੈ ਭਾਈ। ਪਾਰਸਵਿਕ, ਪਾਰਸਵਿਕ ਕਹਿਣ ਤੋਂ ਭਾਵ ਕਿ ਜੀਭ ਦੇ ਦੋਨੇ ਪਾਸੇ ਦੀ ਹਵਾ ਨਿਕਲ ਜੇ, ਠੀਕ ਹੈ ਨਾ, ਦੀਵੇ ਦੇ ਦੋਨੇ ਪਾਸੇ ਦੀ ਹਵਾ ਨਿਕਲ ਜੇ। ਜਿਵੇਂ ਕਈ ਵਾਰ ਬਜ਼ੁਰਗਾਂ ਦੇ ਦੰਦ ਨਹੀਂ ਹੁੰਦੇ, ਹਵਾ ਨਿਕਲੇ ਬਾਹਰ, ਉਸੇ ਤਰੀਕੇ ਨਾਲ ਜੀਭ ਦੇ ਦੋਨੇ ਪਾਸੇ ਦੀ ਹਵਾ ਨਿਕਲਦੀ ਹੈ। ਲੱਲੇ ਦੀ ਗੱਲ ਕੀਤੀ ਜਾਵੇ, ਲੱਲਾ ਦੰਤੀ ਹੈ, ਕੀ ਹੈਗਾ ਦੰਤੀ ਹੈਗਾ। ਦੰਤੀ, ਦੰਤਾਂ ਤੋਂ ਬੋਲੀ ਦਾ ਹੈਗਾ। ਹਾਹਾ, ਹਾਹੇ ਦੀ ਗੱਲ ਕੀਤੀ ਜਾਵੇ, ਹਾਂ ਸਾਥੀਓ ਪਹਿਲੀ ਚੀਜ਼ ਤਾਂ ਸੁਰ ਯੰਤਰੀ ਹੈ, ਤੇ ਦੂਜੀ ਮੈਂ ਗੱਲ ਕਰਾਂ ਤਾਂ ਹਾਹਾ ਕੀ ਹੈਗਾ, ਇਹ ਵੀ ਕੀ ਹੈਗਾ ਇੱਕ ਤਰ੍ਹਾਂ ਦਾ ਆਪਣੇ ਕੋਲੇ ਦੁੱਤ ਅੱਖਰ ਹੈਗਾ, ਠੀਕ ਹੈ। ਗੱਲ ਕਰਦੇ ਹਾਂ ਅੜਾੜੇ ਦੀ। ਅੜਾੜੇ ਦੀ ਇੱਕ ਤਾਂ ਇਹ ਅੰਤਮ ਵਰਗ ਚ ਆਉਂਦਾ ਹੈਗਾ, ਲਾਸਟ ਚ ਆਉਂਦਾ ਹੈਗਾ। ਦੂਜਾ ਕੀ ਹੈ, ਇਹੀ ਫਟਕਵਾਂ ਹੈਗਾ। ਕਹਿੰਦਾ ਭਾਵ ਜਦੋਂ ਆਪਾਂ ਅੜੈ ਬੋਲਦੇ ਹਾਂ, ਅੜਾੜਾ ਬੋਲਦੇ ਹਾਂ, ਦੇਖੋ ਪੰਜਾਬੀ ਦੇ ਵਿੱਚ ਦਾ ਪੰਜਾਬੀ ਦੀ ਸਭ ਤੋਂ ਜਿਹੜੀ ਮੁੱਖ ਵਿਸ਼ੇਸ਼ਤਾ ਹੈਗੀ ਹੈ ਇਹਦਾ ਸੁਰ ਹੈਗਾ। ਇਹੋ ਜਿਹੀ ਸੁਰ ਹੋਰ ਕਿਸੇ ਵੀ ਭਾਸ਼ਾ 'ਚ ਹੈ ਨਹੀਂ ਗੀ। ਤੇ ਅੜਾੜੇ ਵਰਗਾ ਤਾਂ ਮੈਂ ਕਹਿੰਦਾ ਹੈ ਹੀ ਨਹੀਂ ਕਿਤੇ। ਅੜਾੜਾ ਅਗਲੇ ਨੇ ਫੜਾ ਦੇਣੇ ਮੂੰਹ ਤੇ ਮਾਰੀ ਦਿਆ ਅੜਾੜਾ। ਤਾਂ ਅੜਾੜਾ ਹੈਗਾ ਜਿਹੜਾ ਇਹ ਫਟਕਵਾਂ ਹੈਗਾ ਤੇ ਇਹਨੂੰ ਫਲੈਪ ਵੀ ਕਹਿ ਦਿੱਤਾ ਜਾਂਦਾ ਹੈਗਾ, ਠੀਕ ਹੈ ਨਾ, ਫਲੈਪ ਇਹਨੂੰ ਕਹਿ ਦਿੱਤਾ ਜਾਂਦਾ ਹੈਗਾ। ਇਹਦੇ ਖਾਤਰ ਆਪਣਾ ਫਟਕਵਾਂ ਵਿਅੰਜਨ ਕਿਹੜਾ ਹੋ ਗਿਆ ਅੜਾੜਾ, ਉੱਤਰ ਹੋ ਗਿਆ ਆਪਣਾ ਅੜਾੜਾ। ਅਗਲੇ ਪ੍ਰਸ਼ਨ ਵੱਧਦੇ ਹਾਂ। ਅਗਲਾ ਪ੍ਰਸ਼ਨ ਆਪਣਾ, ਅਗਲਾ ਪ੍ਰਸ਼ਨ ਹੈ ਸਹਿਘੋਸ਼। ਸਹਿਘੋਸ਼ ਕਹਿਣ ਦਾ ਮਤਲਬ ਨਾਦੀ, ਠੀਕ ਹੈ ਨਾ, ਆਪਾਂ ਪੜ੍ਹਿਆ ਸੀ ਵੀ ਜਿਹੜੇ ਨਾਦੀ ਹੈ ਉਹਨਾਂ ਨੂੰ ਸਹਿਘੋਸ਼ ਵੀ ਕਹਿ ਦਿੱਤਾ ਜਾਂਦਾ ਤੇ ਘੋਸ਼ ਵੀ ਕਹਿ ਦਿੱਤਾ ਜਾਂਦਾ ਹੈਗਾ, ਪਿਛਲੀ ਵੀਡੀਓ 'ਚ ਆਪਾਂ ਪੜ੍ਹਿਆ ਸੀਗਾ। ਅਲਪ ਪ੍ਰਾਣ ਦੋ ਹੁੰਦੇ ਆ ਪ੍ਰਾਣਤਾ ਦੇ ਆਧਾਰ ਤੇ, ਇੱਕ ਅਲਪ ਪ੍ਰਾਣ ਤੇ ਇੱਕ ਮਹਾਪ੍ਰਾਣ। ਇਹਨਾਂ ਦੇ ਵਿੱਚੋਂ ਕਿਹੜਾ ਅਲਪ ਪ੍ਰਾਣ ਹੈ, ਤੇ ਪਹਿਲਾਂ ਤਾਂ ਕਹਿੰਦਾ ਕਿ ਸਹਿਘੋਸ਼ ਤੇ ਫਿਰ ਕਹਿੰਦਾ ਵੀ ਅਲਪ ਪ੍ਰਾਣ। ਪਹਿਲਾਂ ਤਾਂ ਇਹਨਾਂ ਨੂੰ ਥੋੜਾ ਵੱਖਰ ਵੱਖਰ ਕਰ ਲਓ, ਇਹਨਾਂ ਦੇ ਗਰੁੱਪ ਨਹੀਂ ਬਣਾਏ ਗਏ, ਠੀਕ ਹੈ ਨਾ, ਇਸ ਤਰੀਕੇ ਨਾਲ। ਹੁਣ ਪਹਿਲਾਂ ਇਹ ਚੀਜ਼ ਦੇਖ ਲਓ ਭਾਈ ਵੀ ਆਪਾਂ ਨੂੰ ਇਹ ਯਾਦ ਹੈਗਾ ਵੀ ਸਹਿਘੋਸ਼ ਕਿਹੜੇ ਹੁੰਦੇ ਹੈ। ਸਹਿਘੋਸ਼ ਕਹਿੰਦਾ ਮਤਲਬ ਵੀ ਨਾਦੀ ਕਿਹੜੇ ਹੁੰਦੇ ਹੈ ਤੇ ਅਲਪ ਪ੍ਰਾਣ ਕਿਹੜੇ ਹੁੰਦੇ ਹੈ। ਜੇਕਰ ਗੱਲ ਕਰੀਏ ਵੀ ਐ ਨਾਦੀ, ਐ ਨਾਦੀ ਹਰ ਇੱਕ ਵਰਗ ਦਾ ਪਹਿਲਾ ਤੇ ਦੂਜਾ, ਹਰ ਇੱਕ ਵਰਗ ਦਾ ਪਹਿਲਾ ਤੇ ਦੂਜਾ, ਮਤਲਬ ਕਿ ਚਾਹੇ ਕੈ ਵਰਗ ਹੈ, ਚਾਹੇ ਪੈ ਵਰਗ ਹੈ, ਚਾਹੇ ਟੈ ਵਰਗ, ਹਰ ਇੱਕ ਦਾ ਪਹਿਲਾ ਤੇ ਦੂਜਾ। ਨਾਦੀ, ਨਾਦੀ ਹੁੰਦਾ ਸਾਥੀਓ ਤੀਜਾ, ਚੌਥਾ ਤੇ ਪੰਜਵਾਂ। ਲੇਕਿਨ ਜਦੋਂ ਪ੍ਰੀਖਿਆ ਦੇ ਵਿੱਚ ਪੰਜਾਬੀ ਦੇ ਵਿੱਚ ਇਹ ਚੀਜ਼ ਆਉਂਦੀ ਹੈ ਨਾ ਤਾਂ ਪੰਜਾਬੀ ਦੇ ਵਿੱਚ ਕੀ ਹੈ, ਤੀਜੇ ਤੋਂ ਗਾਹ ਨਹੀਂ ਵੱਧਦੇ। ਚੌਥਾ ਪੰਜਵਾਂ ਕਦੇ ਪੁੱਛਿਆ ਨਹੀਂ ਅੱਜ ਤੱਕ, ਨਹੀਂ ਪੁੱਛਦੇ ਹੈਗੇ, ਕਿਉਂਕਿ ਜਿਹੜਾ ਚੌਥਾ ਹੈਗਾ ਗੂੜ 'ਚ ਆ ਜਾਂਦੇ ਹੈਗੇ ਹੈ ਤੇ ਜਿਹੜਾ ਪੰਜਵਾਂ ਹੈਗਾ ਉਹ ਨਾਸਿਕ 'ਚ ਆ ਜਾਂਦੇ ਹੈਗੇ। ਇਹਦੇ ਖਾਤਰ ਪਹਿਲਾ, ਦੂਜਾ ਤੇ ਤੀਜਾ
ਮੰਨ ਲਓ ਕਿ ਮੈਂ ਕੱਕਾ ਖੱਖਾ ਤੇ ਗੱਗਾ ਇਹਦੀ ਗੱਲ ਕਰਾਂ ਤਾਂ ਇੱਥੋਂ ਤੱਕ ਹੀ ਸੀਮਿਤ ਰਹਿ ਜਾਂਦੇ ਹੈਗੇ ਵੀ ਇਹਨਾਂ ਚੋਂ ਕਿਹੜਾ ਅਲਪ ਪ੍ਰਾਣ ਹੈ ਤੇ ਕਿਹੜਾ ਮਹਾਪ੍ਰਾਣ ਹੈ, ਕਿਹੜਾ ਨਾਦੀ ਹੈ ਤੇ ਕਿਹੜਾ ਅਨਾਦੀ ਹੈ। ਹੁਣ ਗੱਲ ਕਰਦੇ ਹਾਂ ਅਲਪ ਪ੍ਰਾਣ ਮਹਾਪ੍ਰਾਣ ਦੀ। ਜੇ ਮਹਾਪ੍ਰਾਣ ਦੀ ਗੱਲ ਕੀਤੀ ਜਾਵੇ ਵੀ ਮਹਾਪ੍ਰਾਣ ਕਿਹੜੇ ਕਿਹੜੇ ਹੁੰਦੇ ਹੈਗੇ ਆ ਜਿਨ੍ਹਾਂ ਨੂੰ ਬੋਲਦੇ ਸਮੇਂ ਪ੍ਰਾਣਤਾ ਜ਼ਿਆਦਾ ਲੱਗਦੀ ਹੈ, ਵਾਯੂ ਪੌਣ ਧਾਰਾ ਜ਼ਿਆਦਾ ਲੱਗਦੀ ਹੈਗੀ ਹੈ, ਉਹ ਹੁੰਦਾ ਦੂਜਾ ਤੇ ਚੌਥਾ। ਤੇ ਜੇਕਰ ਅਲਪ ਪ੍ਰਾਣ ਦੀ ਗੱਲ ਕਰੀਏ ਵੀ ਅਲਪ ਪ੍ਰਾਣ ਕਿਹੜੇ ਹੁੰਦੇ ਹੈਗੇ ਆ ਜਿਨ੍ਹਾਂ 'ਚ ਪੌਣ ਧਾਰਾ ਘੱਟ ਲੱਗਦੀ ਹੈ, ਪ੍ਰਾਣ ਘੱਟ ਲੱਗਦੇ ਹੈਗੇ ਹੈ, ਬੋਲਦੇ ਸਮੇਂ ਦਾਬ ਜ਼ਿਆਦਾ ਨਹੀਂ ਹੁੰਦੀ ਗੀ, ਉਹ ਹੁੰਦੇ ਹੈ ਪਹਿਲਾ, ਤੀਜਾ ਤੇ ਪੰਜਵਾਂ। ਆਹ ਚੀਜ਼ ਆਪਾਂ ਨੂੰ ਤਾਂ ਜੇਕਰ ਰੀਟ ਦੀ ਤਿਆਰੀ ਕਰ ਰਹੇ ਹਾਂ ਤਾਂ ਯੂਨਿਟ ਨੰਬਰ ਜਿਹੜੀ 3 ਹੈਗੀ ਹੈ ਜਿਸ 'ਚ ਵਰਨਬੋਧ ਧੁਨੀਬੋਧ ਜਿਹੜਾ ਟੌਪਿਕ ਹੈ ਉਹਦੇ ਵਿੱਚ ਆਹ ਚੀਜ਼ ਤਾਂ ਆਪਾਂ ਨੂੰ ਰੱਟਾ ਹੀ ਮਾਰਨੀ ਪਊਗੀ, ਠੀਕ ਹੈ ਨਾ। ਤੇ ਬਾਕੀ ਜਿਹੜੇ ਰੀਟ ਦੀ ਤਿਆਰੀ ਕਰਦਾ ਉਹ ਰੱਟਾ ਹੀ ਮਾਰ ਹੀ ਲੈਂਦੇ ਇਹਦਾ। ਹੁਣ ਇਸ ਤਰੀਕੇ ਦੇ ਡਾਇਗਰਾਮ ਨੂੰ ਹੱਲ ਕਰਨ ਦੀ ਕੋਸ਼ਿਸ਼ ਕੀਤੀ ਜਾਵੇ। ਇਹ ਚੀਜ਼ ਦਾ ਧਿਆਨ ਰੱਖਿਆ ਜਾਵੇ ਭਾਈ ਕਿਹੜੇ ਪਾਸੇ ਪੱਖ 'ਚ ਪਰਸਨ ਹੈਗੇ ਵੀ ਆਹ ਚੀਜ਼ ਇੱਧਰ ਹੈ ਜਾਂ ਉੱਧਰ ਹੈ। ਆਹ ਇੱਧਰ ਹੈ ਤਾਂ ਇੱਧਰਲੇ ਗਰੁੱਪ ਨੂੰ ਹੱਲ ਕਰਨਾ ਹੈ, ਆਹ ਇੱਧਰ ਹੈ ਤਾਂ ਇਸ ਨੂੰ ਇੱਧਰਲੇ ਨੂੰ ਹੱਲ ਕਰਨਾ ਹੈਗੇ। ਹੁਣ ਦੇਖੋ ਆਪਣੇ ਕੋਲ ਇਹ ਦੇਖਣਾ ਹੈ ਕਿ ਇਹ ਪੁੱਛਦਾ ਵੀ ਸਹਿਘੋਸ਼ ਤੇ ਨਾਦੀ। ਸਹਿਘੋਸ਼ ਨਾਦੀ ਦਾ ਕਹਿਣ ਦਾ ਮਤਲਬ ਇਹ ਕਹਿ ਰਿਹਾ ਭਾਈ ਤੀਜਾ, ਚੌਥਾ ਤੇ ਪੰਜਵਾਂ, ਤੀਜਾ, ਚੌਥਾ ਤੇ ਪੰਜਵਾਂ ਵਰਨ ਹੋਣਾ ਚਾਹੀਦਾ ਹੈ। ਆਹ ਤਾਂ ਭਈਆ ਪਹਿਲਾਂ ਹੀ ਹੈ, ਇਹਦੇ ਖਾਤਰ ਇਹ ਤਾਂ ਇੱਥੋਂ ਹੀ ਕੱਟਿਆ ਗਿਆ। ਮਤਲਬ ਇੱਕ ਨੂੰ ਦਿੰਦੇ ਸਾਰੀ ਕਹਾਣੀ ਖਤਮ ਨਹੀਂ ਹੁੰਦੀ ਗੀ, ਲੇਕਿਨ ਇਸ ਪਾਸੇ ਕੀ ਹੈ ਇਸ ਤਰੀਕੇ ਦੇ ਦੇਖ ਲੈਣਾ ਚਾਹੀਦਾ ਹੈਗਾ। ਲੇਕਿਨ ਇਹਨੇ ਜਦੋਂ ਗਰੁੱਪ ਹੀ ਬਣਾਤੇ ਤਾਂ ਆਪਾਂ ਕੱਲੀ ਰਹਿ ਗਏ ਵੀ ਤੀਜਾ ਹੈ ਨਹੀਂ ਤਾਂ ਹੈ ਨਹੀਂ। ਹਾ ਜੱਜਾ ਡੱਡਾ ਢੱਡਾ ਇਹ ਤਾਂ ਸੁਰਯੰਤਰੀ ਆ ਗਿਆ, ਠੀਕ ਹੈ ਨਾ। ਇੱਧਰ ਦੱਦੇ ਤੇ ਬੱਬੇ ਦੀ ਮੈਂ ਗੱਲ ਕਰਾਂ ਅਲਪ ਪ੍ਰਾਣ ਦੀ ਤਾਂ ਤੱਥਾ ਥਤਾ ਦੱਦਾ, ਠੀਕ ਹੈ, ਤਾਂ ਇਹ ਵੀ ਆ ਰਿਹਾ। ਲੇਕਿਨ ਬੱਬਾ ਇਹ ਹੈਗਾ ਕਿਹੜਾ ਕਿ 2 ਨੰਬਰ, ਤੇ 2 ਨੰਬਰ ਆਉਂਦੀ ਕੀ ਹੋ ਜਾਂਦਾ ਹੈਗਾ ਇਹ ਮਹਾਪ੍ਰਾਣ ਹੋ ਜਾਂਦਾ ਹੈਗਾ। ਇਹਦਾ ਮਤਲਬ ਇਹ ਵੀ ਆਪਣੇ ਕੋਲ ਹੈ ਨਹੀਂਗਾ। ਘੱਗਾ ਇਹ 4 ਨੰਬਰ ਹੈਗਾ, ਝੱਜਾ 4 ਨੰਬਰ ਹੈ, ਢੱਡਾ 4 ਨੰਬਰ ਹੈ, ਧੱਦਾ ਜਿਹੜਾ ਹੈਗਾ ਇਹ ਤੱਤਾ ਥੱਥਾ ਦੱਦਾ ਤੇ ਧੱਦਾ ਇਹ 4 ਨੰਬਰ ਹੈ। 4 ਨੰਬਰ ਆਉਂਦੀ ਇਹ ਕਾਹਦੇ 'ਚ ਚਲਾ ਗਿਆ ਮਹਾਪ੍ਰਾਣ 'ਚ, ਇਹ ਵੀ ਹੈ ਨਹੀਂਗਾ। ਉਸ ਤੋਂ ਬਾਅਦ ਗੱਲ ਆਉਂਦੀ ਹੈ ਇਸ ਪੰਕਤੀ ਦੀ। ਗੱਗਾ ਇਹ ਜੀ ਆਪਣੇ ਕੋਲੇ ਕਿਹੜਾ ਹੈ 3 ਨੰਬਰ ਹੈ, ਠੀਕ ਹੈ। ਜੱਜਾ 3 ਨੰਬਰ ਹੈ, ਢੱਡਾ 3 ਨੰਬਰ ਹੈ, ਦੱਦਾ ਤੱਥਾ ਥੱਥਾ ਦੱਦਾ ਇਹ ਵੀ 3 ਨੰਬਰ ਹੈਗਾ, ਠੀਕ ਹੈ। ਤੇ ਉਸ ਤੋਂ ਬਾਅਦ ਪੱਪਾ ਫੱਫਾ ਬੱਬਾ ਇਹ ਵੀ ਕੀ ਹੈਗਾ 3 ਨੰਬਰ ਹੈਗਾ। ਇਹਦਾ ਮਤਲਬ ਉੱਤਰ ਕੀ ਹੋਇਆ ਆਪਣਾ ਨੰਬਰ 4। ਵੀ ਆਪਣੀ ਜਿਹੜੀ ਗਿਣਤੀ ਹੈਗੀ ਹੈ ਉਹ ਇਹਦੇ ਨਾਲ ਮੇਚ ਖਾ ਗਈ ਹੈਗੀ ਹੈ। ਕਿਹੜੇ ਵਰਗ ਦੀ? ਐਸ ਦੀ। ਵੀ ਆਹ ਕਿਹੜੇ ਹੈਗੇ ਹੈ ਇਹ ਨਾਦੀ 'ਚ ਆ ਗਏ ਹੈਗੇ ਹੈ, ਤੇ ਆਹ ਜਿਹੜੇ ਕਾਹਦੇ 'ਚ ਆ ਗਏ ਹੈ ਇਹ ਅਲਪ ਪ੍ਰਾਣ ਦੀ ਗਿਣਤੀ ਦੇ ਵਿੱਚ ਆ ਗਏ ਹੈਗੇ। ਇਹਦੇ ਵਿੱਚ ਆ ਸੰਮਿਲਿਤ ਨਹੀਂ ਹੋਏਗੇ, ਠੀਕ ਹੈ ਨਾ। ਵੀ ਆਹ ਆਪਾਂ ਨੂੰ ਦੇਖਣੇ ਨਹੀਂ ਸੀਗੇ ਕਿਉਂਕਿ ਆਪਣੇ ਪ੍ਰਸ਼ਨ ਦੇ ਵਿੱਚ ਇਹਨਾਂ ਬਾਰੇ ਪੁੱਛਿਆ ਨਹੀਂ ਗਿਆ ਸੀਗਾ। ਇਹਨਾਂ ਬਾਰੇ ਆਪਾਂ ਇਹਨਾਂ ਚੋਂ ਲੱਭਣੇ ਸੀਗੇ, ਠੀਕ ਹੈ ਸਾਥੀਓ। ਇਹ ਹੋ ਗਿਆ ਆਪਣਾ 14 ਨੰਬਰ ਪ੍ਰਸ਼ਨ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ 15 ਨੰਬਰ। 15 ਨੰਬਰ ਹੈ ਕਿ ਗੁਰਮੁਖੀ ਲਿਪੀ ਵਿੱਚ ਲਗਾਂ ਚਿੰਨ੍ਹ ਹਨ। ਲਗਾਂ ਚਿੰਨ੍ਹ ਦੀ ਗੱਲ ਕਰ ਰਿਹਾ ਹੈਗਾ, ਨਾ ਤਾਂ ਲਗਾਂ ਦੀ ਗੱਲ ਕਰ ਰਿਹਾ ਹੈ ਨਾ ਲਗਾਂ ਮਾਤਰਾ ਦੀ ਗੱਲ ਕਰ ਰਿਹਾ ਹੈਗਾ, ਠੀਕ ਹੈ ਨਾ। ਵੈਸੇ ਲਗਾਂ ਮਾਤਰਾ ਤੇ ਲਗਾਂ ਚਿੰਨ੍ਹ ਰੱਬ ਬਚਾਵੇ ਇਸ ਪ੍ਰਸ਼ਨ ਤੋਂ, ਠੀਕ ਹੈ ਨਾ। ਹਜੇ ਤੱਕ ਗਦੀ ਗੜ ਪਏ ਫਿਰਦੇ ਹੈਗੇ ਕਈ ਅਸੀਂ। ਤੇ ਵੈਸੇ ਗੁਰਮੁਖੀ ਲਿਪੀ ਵਿੱਚ ਇੱਥੇ ਲਗਾਂ ਚਿੰਨ੍ਹ ਦੀ ਗੱਲ ਕੀਤੀ ਗਈ ਹੈਗੀ ਹੈ। ਤੇ ਲਗਾਂ ਚਿੰਨ੍ਹ ਸਾਥੀਓ ਕਿੰਨੇ ਹੈ 9 ਚਿੰਨ੍ਹ ਦੀ ਗੱਲ ਕੀਤੀ ਜਾਂਦੀ ਹੈਗੀ ਹੈ। ਚਿੰਨ੍ਹ ਕਿਹੜੇ ਹੈ? ਕੰਨਾ ਦਾ, ਸਿਹਾਰੀ ਦਾ, ਬਿਹਾਰੀ ਦਾ, ਔਂਕੜ, ਦੁਲੌਂਕੜ, ਲਾਂ, ਦੁਲਾਵਾਂ, ਹੋੜਾ ਤੇ ਕਨੋੜਾ। ਤੇ ਜਦੋਂ ਇਹਨਾਂ ਨੂੰ ਗਿਣਦੇ ਹੈਗੇ ਆ 1 2 3 4 5 6 7 8 ਤੇ 9 ਇਹ ਕੀ ਹੈਗੇ ਆ ਲਗਾਂ ਚਿੰਨ੍ਹ ਹੈਗੇ ਹੈ, ਠੀਕ ਹੈ ਨਾ। ਆਪਣਾ ਉੱਤਰ ਹੋ ਜਾਂਦਾ ਹੈ 9। ਇਹਨਾਂ ਦੇ ਨਾਲ ਜਿਹੜੇ ਲੱਗਦੇ ਉਹ ਲਗਾ ਅੱਖਰ ਹੁੰਦੇ ਹੈਗੇ। ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਅਗਲਾ ਪ੍ਰਸ਼ਨ ਹੈ ਕਿ ਧੁਨੀ ਵਿਗਿਆਨ ਦੀਆਂ ਕਿਹੜੀਆਂ ਸ਼ਾਖਾਵਾਂ ਹਨ। ਆਹ ਪ੍ਰਸ਼ਨ ਮੈਂ ਪਿਛਲੀ ਵੀਡੀਓ 'ਚ ਪਹਿਲੇ ਸਟਾਰਟਿੰਗ 'ਚ ਗੱਲ ਕੀਤੀ ਸੀ ਵੀ ਧੁਨੀ ਵਿਗਿਆਨ ਕੀ ਹੈਗਾ ਉਹਦੇ ਬਾਰੇ ਉੱਤੇ ਗੱਲ ਹੋਈ ਸੀਗੀ। ਧੁਨੀ ਵਿਗਿਆਨ ਦੀਆਂ 3 ਸ਼ਾਖਾਵਾਂ ਹਨ ਜਿਹਦੇ ਬਾਰੇ ਆਪਾਂ ਉਹ 'ਚ ਗੱਲ ਕੀਤੀ ਸੀਗੀ। ਕਿਹੜੀਆਂ? ਉਚਾਰਨੀ ਧੁਨੀ ਵਿਗਿਆਨ, ਸੰਚਾਰੀ ਧੁਨੀ ਵਿਗਿਆਨ ਤੇ ਸਵਰਣੀ ਧੁਨੀ ਵਿਗਿਆਨ। ਦੂਜੇ ਆਪਸ਼ਨ 'ਚ ਇਹਨੇ ਉਚਾਰਨੀ ਧੁਨੀ ਵਿਗਿਆਨ ਦਿੱਤਾ ਹੈਗਾ, ਇਹ ਇਕੱਲਾ ਨਹੀਂ ਹੁੰਦਾਗਾ। ਤੀਜੇ ਆਪਸ਼ਨ 'ਚ ਉਚਾਰਨੀ ਅਤੇ ਸਵਰਣੀ ਦਿੱਤਾ ਹੈ ਲੇਕਿਨ ਇੱਕ ਘਟਾਤਾ ਇਹ ਵੀ ਨਹੀਂ ਹੁੰਦਾਗਾ। ਖੰਡੀ ਅਤੇ ਅਖੰਡੀ ਇਹ ਜਿਹੜੀ ਚੀਜ਼ ਹੁੰਦੀ ਹੈਗੀ ਹੈ ਇਹ ਸਾਥੀਓ ਹੁੰਦੀ ਹੈਗੀ ਹੈ ਧੁਨੀ ਵਿਉਂਤ ਦੇ ਵਿੱਚ,
ठीक है ना। ਧੁਨੀ ਵਿਗਿਆਨ 'ਚ ਨਹੀਂ ਹੁੰਦੀ ਗੀ। ਧੁਨੀ ਵਿਗਿਆਨ 'ਚ ਤਾਂ ਤਿੰਨ ਹੀ ਚੀਜ਼ਾਂ ਆਪਾਂ ਰੱਖਣੀਆਂ ਹੈਗੀਆਂ। ਇੱਕ ਤਾਂ ਉਚਾਰਨ, ਇੱਕ ਸੰਚਾਰਨ ਜਿਹਨੂੰ ਸੰਚਾਰੀ ਕਹਿ ਦਿੱਤਾ ਜਾਂਦਾ ਹੈ, ਮਤਲਬ ਧੁਨੀ ਦਾ ਇੱਕ ਥਾਂ ਤੋਂ ਦੂਜੇ ਥਾਂ ਤੇ ਜਾਣ ਦਾ ਮਾਧਿਅਮ, ਤੇ ਤੀਜਾ ਆ ਜਾਂਦਾ ਹੈਗਾ ਜਿਹਨੂੰ ਇਹਨੇ ਲਿਖ ਰੱਖਿਆ ਹੈਗਾ ਸਵਰਣੀ, ਮਤਲਬ ਸਵਰਨ ਸੁਣਨਾ। ਆਹ ਤਿੰਨ ਚੀਜ਼ਾਂ ਕਿਹਦੇ 'ਚ ਆਉਂਦੀਆਂ? ਧੁਨੀ ਵਿਗਿਆਨ 'ਚ ਆਉਂਦੀਆਂ ਹੈਗੀਆਂ, ਜਿਹਨੂੰ ਆਪਾਂ ਫੋਨਟਿਕਸ ਦੇ ਨਾਂ ਤੋਂ ਜਾਣਦੇ ਹਾਂ। ਉਦੋਂ ਗਾਂ ਆਪਾਂ ਫੋਨੋਲੋਜੀ ਪੜ੍ਹਦੇ ਹੈਗੇ ਹਾਂ, ਜਿਹਨੂੰ ਫੋਨੋਲੋਜੀ ਕਿਹਾ ਜਾਂਦਾ ਹੈਗਾ, ਖੰਡੀ ਅਤੇ ਅਖੰਡੀ ਇਹਦੇ ਵਿੱਚ। ਠੀਕ ਹੈ, ਆਪਣਾ ਉੱਤਰ ਕੀ ਹੋ ਗਿਆ? 1 ਨੰਬਰ ਉਚਾਰਨੀ, ਸੰਚਾਰੀ ਅਤੇ ਸਵਰਣੀ ਧੁਨੀ ਵਿਗਿਆਨ। 1 ਨੰਬਰ ਆਪਸ਼ਨ ਹੋ ਗਿਆ ਆਪਣਾ। ਠੀਕ ਹੈ, ਅਗਲੇ ਪ੍ਰਸ਼ਨ ਵੱਲ ਵਧਦੇ ਹਾਂ। ਅਗਲਾ ਪ੍ਰਸ਼ਨ ਹੈ ਆਪਣਾ, ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ? ਸਭ ਤੋਂ ਛੋਟੀ ਇਕਾਈ ਬੜਾ ਹੀ ਮੌਲਿਕ ਜਿਹਾ ਤੇ ਬੜਾ ਹੀ ਪਿਆਰਾ ਜਿਹਾ ਤੇ ਬਾਰ-ਬਾਰ ਪੁੱਛਿਆ ਜਾਣ ਵਾਲਾ ਪ੍ਰਸ਼ਨ। ਸੁੱਤਾ ਪਿਆ ਰੀਟ ਦਾ ਵਿਦਿਆਰਥੀ ਵੀ ਰਾਤ ਨੂੰ ਅੱਖਾਂ ਮੀਚ ਕੇ ਦੱਸ ਦੂਗਾ ਕਿ ਛੋਟੀ ਸਭ ਤੋਂ ਇਕਾਈ ਕੀ ਹੁੰਦੀ ਹੈ? ਧੁਨੀ ਹੁੰਦੀ ਹੈ। ਕੀ ਹੁੰਦੀ ਹੈ? ਧੁਨੀ। ਤੇ ਸਭ ਤੋਂ ਵੱਡੀ ਇਕਾਈ ਕੀ ਹੁੰਦੀ ਹੈ? ਵਾਕ, ਵੱਡੀ ਇਕਾਈ। ਠੀਕ ਹੈ, ਵੀ ਜਦੋਂ ਵੀ ਕੋਈ ਵਾਕ ਲਿਖਿਆ ਹੈਗਾ, ਠੀਕ ਹੈ, ਜਿਵੇਂ ਮੋਹਨ ਪੁਸਤਕ ਪੜ੍ਹਦਾ ਹੈ, ਆਲੋ ਭਾਈ, ਆਹ ਤਾਂ ਪੂਰਾ ਵਾਕ ਹੈ ਤੇ ਆਹ ਭਾਸ਼ਾ ਦੀ ਕੀ ਹੈ? ਸਭ ਤੋਂ ਵੱਡੀ ਇਕਾਈ ਹੈ। ਉਸ ਤੋਂ ਬਾਅਦ ਇਹਨੂੰ ਜੇ ਖੰਡਿਤ ਕਰੀਏ, ਤੋੜੀਏ, ਤਾਂ ਇਹ ਕੀ ਹੋ ਗਿਆ? ਜਿਹਦੇ ਇਹਨੂੰ ਬਾਹਰ ਕੱਢ ਲਿੱਤਾ ਜਾਊਗਾ। ਇਹ ਧਿਆਨ ਰੱਖਣਾ, ਜੇ ਜਦੋਂ ਤੱਕ ਕੋਈ ਵੀ ਸ਼ਬਦ ਕਿਸੇ ਵੀ ਵਾਕ ਦੇ ਵਿੱਚ ਪਿਆ ਹੈਗਾ, ਉਦੋਂ ਤੱਕ ਉਹ ਹੁੰਦਾ ਹੈ ਪਦ, ਤੇ ਜਦੋਂ ਉਹਨੂੰ ਉਹਦਾ ਆਪਰੇਸ਼ਨ ਕਰਨ ਖਾਤਰ ਆਪਾਂ ਨੂੰ ਬਾਹਰ ਕੱਢ ਲਈਏ, ਉਦੋਂ ਉਹਨੂੰ ਆਪਾਂ ਕਹਿੰਦੇ ਹਾਂ ਭਾਈ ਇਹ ਕੀ ਹੈਗਾ? ਸ਼ਬਦ। ਸ਼ਬਦ ਨੂੰ ਫਿਰ ਆਪਾਂ ਤੋੜ ਲੈਂਦੇ ਹੈਗੇ ਆ, ਵੀ ਇਹਦੇ ਵਿੱਚ ਮੰਮਾ ਹੈਗਾ, ਠੀਕ ਹੈ ਨਾ, ਇਹਦੇ 'ਚ ਹੋੜਾ ਹੈਗਾ, ਇਹਦੇ 'ਚ ਹਾਹਾ ਹੈਗਾ, ਠੀਕ ਹੈ ਨਾ। ਇਸ ਤਰੀਕੇ ਨਾਲ ਉਹਨੂੰ ਤੋੜ ਲੈਂਦੇ ਹੈਗੇ ਆ। ਇਹਦੇ ਵਿੱਚ ਆੜੇ ਦਾ ਸਵਰ ਹੈ, ਇਹ 'ਚ ਨੰਨਾ ਹੈਗਾ। ਆਹ ਜਦੋਂ ਤੋੜ ਲੈਂਦੇ ਆ, ਉਦੋਂ ਇਹਦੀਆਂ ਧੁਨੀਆਂ ਨੂੰ ਨਿਖੇੜ ਲੈਂਦੇ ਆ। ਇਹਦੇ ਖਾਤਰ ਕਹਿ ਦਿੱਤਾ ਜਾਂਦਾ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈ? ਧੁਨੀ, ਮਤਲਬ ਨਾਦ, ਆਵਾਜ਼ ਮੂੰਹ ਦੇ ਵਿੱਚੋਂ ਨਿਕਲਣ ਵਾਲੀ। ਇੱਕ ਚੀਜ਼ ਦਾ ਧਿਆਨ ਰੱਖਣਾ, ਇੱਕ ਪ੍ਰਸ਼ਨ ਵੀ ਆਇਆ ਸੀਗਾ ਕਿ ਵੀ ਪ੍ਰਸ਼ਨ ਸੀਗਾ ਕਿ ਰੀਡ ਦੇ ਵਿੱਚ ਵੀ ਆਇਆ ਹੈ ਕਿ ਵੀ ਕ੍ਰਮ ਕੀ ਹੁੰਦਾ ਇਹਨਾਂ ਦਾ, ਵੀ ਕਿਸੇ ਵੀ ਭਾਸ਼ਾ ਦਾ, ਠੀਕ ਹੈ ਨਾ, ਜਿਹੜਾ ਵਿਆਕਰਣਿਕ ਕ੍ਰਮ ਕੀ ਹੁੰਦਾ ਹੈ? ਤਾਂ ਵਿਦਿਆਰਥੀਓ ਸਭ ਤੋਂ ਪਹਿਲਾਂ ਆਉਂਦੀ ਹੈ ਧੁਨੀ। ਕੀ ਹੁੰਦੀ ਹੈ? ਧੁਨੀ। ਧੁਨੀ ਤੋਂ ਬਾਅਦ ਸਾਥੀਓ ਬੇਸ਼ੱਕ ਸ਼ਬਦ ਆਪਾਂ ਲਿਖਦੇ ਹੈਗੇ ਆ, ਠੀਕ ਹੈ, ਬੇਸ਼ੱਕ ਸ਼ਬਦ ਲਿਖਦੇ ਆ, ਵੀ ਧੁਨੀ ਤੋਂ ਬਾਅਦ ਸ਼ਬਦ ਆਉਂਦਾ ਹੈਗਾ। ਮੈਂ ਇੱਥੇ ਇੱਕ ਚੀਜ਼ ਹੋਰ ਦੱਸਣਾ ਤੁਹਾਨੂੰ, ਸ਼ਬਦ ਤੋਂ ਬਾਅਦ ਆਪਾਂ ਕਹਿ ਦਿੰਦੇ ਹਾਂ ਬਈ ਆਉਂਦਾ ਹੈ ਵਾਕਿਆਂਸ਼, ਕਿਸੇ ਵੀ ਵਾਕ ਦਾ ਅੰਸ਼। ਵਾਕਿਆਂਸ਼ ਤੋਂ ਬਾਅਦ ਆਉਂਦਾ ਹੈਗਾ ਸਾਥੀਓ ਉਪਵਾਕ, ਤੇ ਉਪਵਾਕ ਤੋਂ ਬਾਅਦ ਆਉਂਦਾ ਹੈਗਾ ਕਿ ਸਾਥੀਓ ਵਾਕ। ਧੁਨੀ, ਧੁਨੀ ਤੋਂ ਬਾਅਦ ਸ਼ਬਦ, ਸ਼ਬਦ ਤੋਂ ਬਾਅਦ ਵਾਕਿਆਂਸ਼, ਵਾਕਿਆਂਸ਼ ਤੋਂ ਬਾਅਦ ਉਪਵਾਕ, ਉਪਵਾਕ ਤੋਂ ਬਾਅਦ ਵਾਕ। ਲੇਕਿਨ ਇੱਥੇ ਵਿਚਾਲੇ ਇੱਕ ਚੀਜ਼ ਹੋਰ ਵੀ ਹੈ ਜੋ ਭਾਸ਼ਾ ਵਿਗਿਆਨੀ ਮੰਨਦੇ ਹੈ। ਉਹ ਕੀ ਪਕਸ਼ੀ ਹੈਗਾ? ਉਹ ਸੁਣੋ, ਉਹਨੂੰ ਕਹਿੰਦੇ ਹੈਗੇ ਹੈ ਭਾਵਾਂਸ਼। ਕੀ ਕਹਿੰਦੇ ਹੈ? ਭਾਵਾਂਸ਼। ਉਹ ਕਹਿੰਦੇ ਹੈਗੇ ਹੈ ਕਿ ਮੰਨ ਲਓ ਕੋਈ ਸ਼ਬਦ ਹੈ, ਜਿਵੇਂ ਜਿਹੜੇ ਭਾਸ਼ਾ ਵਿਗਿਆਨੀ ਹੈਗੇ ਉਹ ਕਹਿੰਦੇ ਕਿ ਸ਼ਬਦ ਹੈ ਕੋਈ, ਜਿਵੇਂ ਹੱਥ, ਕੜੀ। ਉਹ ਕਹਿੰਦੇ ਕਿ ਤੁਸੀਂ ਇਹਨੂੰ ਕੀ ਮੰਨੋਗੇ? ਉੱਤਰ ਦੇਣ ਵਾਲੇ ਨੇ ਕਹਿਤਾ ਕਿ ਅਸੀਂ ਤਾਂ ਮੰਨਾਂਗੇ ਇਹਨੂੰ ਸ਼ਬਦ, ਵੀ ਭਾਈ ਸ਼ਬਦ ਹੈ। ਉਹ ਕਹਿੰਦਾ ਫਿਰ ਇਹ ਤਾਂ ਦੋ ਸ਼ਬਦ ਹੈ, ਇੱਕ ਹੱਥ ਤੇ ਇੱਕ ਕੜੀ, ਸ਼ਬਦ ਤਾਂ ਦੋ ਹੈ। ਉਸੇ ਤਰੀਕੇ ਨਾਲ ਸ਼ਬਦ ਹੈ ਹੱਥੀ ਮਹਿੰਦੀ, ਇਹਨੂੰ ਤੁਸੀਂ ਕੀ ਮੰਨੋਗੇ? ਕਹਿੰਦੇ ਸ਼ਬਦ। ਲੇਕਿਨ ਇਹਦੇ 'ਚ ਤਾਂ ਦੋ ਹੈ, ਮੂਲ ਸ਼ਬਦ ਤਾਂ ਇਹ 'ਚ ਹੱਥ ਹੀ ਹੈ। ਆ ਜਿਹੜਾ ਪਿੱਛੇ ਲੱਗਿਆ ਇਹ ਤਾਂ ਸਿਹਾਰੀ ਲਾ ਕੇ ਬਿੰਦੀ ਲੱਗੀ ਹੋਈ ਹੈ। ਹੁਣ ਉਹਨਾਂ ਦਾ ਮੰਨਣਾ ਇਹ ਹੈ, ਉਹ ਕਹਿੰਦੇ ਕਿ ਜਿਹੜਾ ਮੂਲ ਸ਼ਬਦ ਹੁੰਦਾ ਹੈ ਨਾ, ਜਿਹੜਾ ਮੂਲ ਸ਼ਬਦ ਹੁੰਦਾ ਹੈਗਾ ਉਹ ਭਾਵਾਂਸ਼ ਹੁੰਦਾ ਹੈਗਾ, ਤੇ ਭਾਵਾਂਸ਼ ਹੀ ਸ਼ਬਦ ਹੁੰਦਾ ਹੈਗਾ, ਮੂਲ ਸ਼ਬਦ।
ਮੂਲ ਸ਼ਬਦ ਕੀ ਹੈ? ਭਾਵਾਂਸ਼। ਉਸ ਨੂੰ ਤੁਸੀਂ ਸ਼ਬਦ ਕਹੋਗੇ। ਐ ਜੋੜਿਆਂ ਨੂੰ ਤੁਸੀਂ ਸ਼ਬਦ ਨਹੀਂ ਕਹੋਗੇ। ਫਿਰ ਇਹਨੂੰ ਕੀ ਕਵਾਂਗੇ? ਉਹ ਕਹਿੰਦੇ ਜਿਵੇਂ ਮੰਨ ਲਓ ਸ਼ਬਦ ਹੈ ਪੈਰੀ, ਇਹਨੂੰ ਤੁਸੀਂ ਨਿਖੇੜ ਲਿਆ, ਦੋ ਕਰ ਲਏ, ਇੱਕ ਤਾਂ ਬਣ ਗਿਆ ਪੈਰ, ਇੱਕ ਪਿਛਲਾ ਆ ਗਿਆ ਬਿਹਾਰੀ ਤੇ ਨਾਲ ਬਿੰਦੀ। ਆ ਜਿਹੜਾ ਪਾਸਾ ਹੈ ਤੇ ਇੱਕ ਆ ਪਾਸਾ ਹੈ, ਇਸ ਪਾਸੇ ਨੂੰ ਤੁਸੀਂ ਕਹੋਗੇ ਸੁਤੰਤਰ ਭਾਵਾਂਸ਼। ਸੁਤੰਤਰ ਭਾਵਾਂਸ਼। ਤੇ ਇਹਨੂੰ ਕਹੋਗੇ ਤੁਸੀਂ ਜੁੜਵਾਂ ਭਾਵਾਂਸ਼। ਠੀਕ ਹੈ ਜੀ। ਹੁਣ ਆ ਜਿਹੜਾ ਸੁਤੰਤਰ ਭਾਵਾਂਸ਼ ਹੈ ਨਾ, ਇਹੋ ਹੀ ਸ਼ਬਦ ਹੈ। ਇਹਦੇ ਖਾਤਰ ਇੱਥੇ ਉਹ ਲਿਖਦੇ ਹੈਗੇ ਹੈ ਭਾਵਾਂਸ਼, ਨਾ ਕਿ ਲਿਖਦੇ ਹੈ ਸ਼ਬਦ। ਲੇਕਿਨ ਇੱਕ ਦੌਰ ਚੱਲਦਾ ਹੈਗਾ, ਉਹਦੇ ਵਿੱਚ ਆਪਾਂ ਨੂੰ ਵੀ ਚੱਲਣਾ ਪੈਂਦਾ, ਪਰੰਪਰਾ ਦੇ ਰੂਪ ਵਿੱਚ ਸ਼ਬਦ ਹੀ ਆਉਂਦਾ ਹੈਗਾ ਵੀ ਧੁਨੀ ਸ਼ਬਦ ਵਾਕਿਆਂਸ਼ ਉਪਵਾਂਕ। ਠੀਕ ਹੈ ਨਾ। ਲੇਕਿਨ ਭਾਵਾਂਸ਼ ਕਿਸ ਨੂੰ ਕਿਹਾ ਜਾਂਦਾ ਹੈ? ਕਿਸੇ ਵੀ ਸ਼ਬਦ ਦੇ ਵਿੱਚ ਜਿਹੜਾ ਮੂਲ ਹੁੰਦਾ ਹੈਗਾ, ਜਿਹਨੂੰ ਆਪਾਂ ਮੂਲ ਕਹਿ ਲਓ, ਠੀਕ ਹੈ ਨਾ, ਉਹ ਕੀ ਹੁੰਦਾ ਹੈਗਾ? ਭਾਵਾਂਸ਼ ਹੁੰਦਾ ਹੈ। ਤੇ ਭਾਵਾਂਸ਼ ਕਿੰਨੇ ਪ੍ਰਕਾਰ ਦੇ ਹੁੰਦੇ ਆ? ਦੋ ਪ੍ਰਕਾਰ ਦੇ ਹੁੰਦੇ ਆ। ਇੱਕ ਹੁੰਦਾ ਹੈ ਸੁਤੰਤਰ ਭਾਵਾਂਸ਼ ਤੇ ਇੱਕ ਹੁੰਦਾ ਹੈ ਜੁੜਵਾਂ ਭਾਵਾਂਸ਼। ਆ ਜਿਹੜੇ ਪਿੱਛੇ ਪਿਛੇਤਰ ਲੱਗਦੇ ਨੇ ਸਾਰੇ ਜੁੜਵੇਂ ਭਾਵਾਂਸ਼ ਹੁੰਦੇ ਹੈਗੇ। ਚਲੋ ਚੱਲਦੇ ਹਾਂ ਅਗਲੇ। ਆਪਣਾ ਪ੍ਰਸ਼ਨ ਦਾ ਉੱਤਰ ਹੋ ਗਿਆ ਕਿ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ ਕੀ ਹੈਗੀ ਆ? ਧੁਨੀ। ਅਗਲੇ ਵੱਲ ਵੱਧਦੇ ਹਾਂ। ਅਗਲਾ ਜਿਹੜਾ ਹੈਗਾ ਹੈ ਕੀ ਹੈ? ਔਂਕੜ, ਲਾਂ, ਦੁਲੈਂਕੜ ਤੇ ਸਿਹਾਰੀ ਸਵਰਾਂ ਦੀਆਂ ਚਿੰਨ੍ਹ ਲਗਾਂ ਦਾ ਸਹੀ ਕ੍ਰਮ ਕੀ ਹੈ? ਵੀ ਆਹ ਤੁਹਾਡੇ ਕੋਲੇ ਲਿਖੀਆਂ ਗਈਆਂ, ਇਹਨਾਂ ਦਾ ਸਹੀ ਕ੍ਰਮ ਕੀ ਹੈਗਾ? ਆ ਪਹਿਲੀ ਆ ਗਈ। ਪਹਿਲੀ ਕਹਿੰਦਾ ਕਿ ਸਿਹਾਰੀ ਦੀ, ਮਤਲਬ ਆ ਕਹਿੰਦਾ ਕਿ ਵੀ ਸਿਹਾਰੀ ਦੀ ਹੈ। ਅਗਲਾ ਕਹਿੰਦਾ ਔਂਕੜ ਦੀ ਹੈ। ਅਗਲਾ ਕਹਿੰਦਾ ਲਾਂ, ਇਹ ਲਾਂ ਦੀ ਹੈ, ਇਹ ਲਾਂ ਸਵਰ ਧੁਨੀ ਦੀ ਜਿਹੜੀ ਲੱਗ ਹੈਗੀ ਹੈ। ਆਹ ਕਹਿੰਦਾ ਦੁਲੈਂਕੜ ਦੀ ਹੈ। ਹੁਣ ਇਹਦੇ ਨਾਲ ਮਿਲਾ ਕੇ ਦੇਖੋ ਨਾ ਭਾਈ, ਸਾਡਾ ਤਾਂ ਤਾਲਮੇਲ ਬਣਿਆ ਨਹੀਂਗਾ। ਅਸੀਂ ਤਾਂ ਇੱਥੇ ਔਂਕੜ ਲਿਖੀ ਹੈ, ਇੱਧਰ ਤਾਂ ਆ ਗਈ, ਇਹਦੇ ਖਾਤਰ ਇਹ ਆਪਸ਼ਨ ਆਪਣਾ ਹੈ ਨਹੀਂਗਾ। ਫਿਰ ਕਹਿੰਦਾ ਹੈਗਾ ਆਹ ਜਿਹੜੀ ਹੈਗੀ ਹੈ, ਇਹ ਕਹਿੰਦਾ ਜੀ ਆਹ ਔਂਕੜ ਦੀ ਹੈ। ਆਹ ਕਹਿੰਦੇ ਜੀ ਇਹ ਲਾਂ ਦੀ ਹੈ ਜੀ, ਲਾਂ ਸਵਰ ਧੁਨੀ ਦੀ ਲੱਗ ਹੈ ਇੱਧਰ। ਆਹ ਇਹ ਕਹਿੰਦਾ ਹੈ ਕਿ ਦੁਲੈਂਕੜ ਦੀ ਹੈ ਜੀ। ਫਿਰ ਕਹਿੰਦਾ ਜੀ ਸਿਹਾਰੀ ਦੀ ਹੈ ਜੀ, ਆ ਸਿਹਾਰੀ ਸਵਰ ਧੁਨੀ ਆ ਗਈ। ਆ ਹੈਗੀ ਜਿਹੜੀ ਇਹ ਲਾਂ ਹੈ ਜੀ। ਆ ਕਾਹਦੀ ਹੈ ਜੀ? ਦੁਲੈਂਕੜ ਦੀ ਹੈ ਜੀ। ਆ ਕਾਹਦੀ ਹੈ ਜੀ? ਔਂਕੜ ਦੀ ਹੈ ਜੀ। ਆ ਕਾਹਦੀ ਹੈ ਜੀ? ਸਿਹਾਰੀ ਦੀ ਸਵਰ ਧੁਨੀ ਹੈ। ਆ ਸਵਰ ਧੁਨੀਆਂ ਹਨ ਸਾਰੀਆਂ, ਤੇ ਆ ਉਹਨਾਂ ਦੀਆਂ ਕੀ ਹਨ? ਲਗਾਂ ਦੇ ਚਿੰਨ੍ਹ ਹਨ। ਹੁਣ ਇਹਨਾਂ ਦਾ ਮਿਲਾਓ ਕਿ ਆਪਣਾ ਕਿਹੜਾ ਹੈਗਾ ਇਹਨਾਂ ਦੇ ਵਿੱਚੋਂ। ਠੀਕ ਹੈ ਨਾ। ਇਹਨਾਂ ਦੇ ਵਿੱਚੋਂ ਆਪਣਾ ਕਿਹੜਾ ਮਿਲ ਗਿਆ? ਆਹਾ। ਤੇ ਇਹਦਾ ਮਤਲਬ ਆਪਣਾ ਆਪਸ਼ਨ ਨੰਬਰ ਕੀ ਹੋ ਗਿਆ? 2। ਇਸ ਤਰੀਕੇ ਨਾਲ ਲਿਖ ਕੇ ਦੇਖਣਾ ਹੈਗਾ, ਗਲਤੀ ਨਹੀਂ ਕਰਨੀ ਗੀ। ਇਹ ਜਦੋਂ ਉੱਥੇ ਇਸ ਤਰੀਕੇ ਦਾ ਪ੍ਰਸ਼ਨ ਆਉਂਦਾ ਨਾ, ਤਾਂ ਉੱਥੇ ਸਾਰੇ ਇੱਕੋ ਜਿਹੇ ਜਿਹੇ ਲੱਗਦੇ ਹੈਗੇ ਆ, ਜੇਕਰ ਆਪਣਾ ਢੰਗ ਨਾਲ ਨਾ ਪੜ੍ਹਿਆ ਹੋਵੇ। ਇਸ ਤਰੀਕੇ ਨਾਲ ਦੇਖ ਕੇ ਕਲੀਅਰ ਕਰਕੇ ਫਿਰ ਅੱਗੇ ਵਧਣਾ। ਅਗਲਾ ਪ੍ਰਸ਼ਨ ਚੱਲਦੇ ਹਾਂ। ਅਗਲਾ ਪ੍ਰਸ਼ਨ ਹੈਗਾ ਨਾਦੀ ਅਲਪ੍ਰਾਣ ਦਾ ਸਹੀ ਜੋੜਾ ਹੈ। ਨਾਦੀ, ਨਾਦੀ, ਨਾਦੀ ਕਿਹੜਾ ਹੈਗਾ? ਹੁਣ ਦੇਖ ਲੈਣਾ ਵੀ ਨਾਦੀ ਕਿਹੜੇ ਹੁੰਦੇ ਹੈਗੇ। ਆਪਾਂ ਉੱਥੇ ਦੇਖੇ ਸੀਗੇ ਕਿਹੜੇ ਕਿਹੜੇ? ਤੀਜਾ, ਚੌਥਾ ਤੇ ਪੰਜਵਾਂ। ਤੇ ਅਲਪ ਪ੍ਰਾਣ ਕਿਹੜਾ ਹੁੰਦਾ ਹੈਗਾ? ਆਪਾਂ ਦੇਖਿਆ ਸੀਗਾ ਪਹਿਲਾ ਅਲਪ ਪ੍ਰਾਣ, ਪਹਿਲਾ, ਤੀਜਾ ਤੇ ਪੰਜਵਾਂ। ਆ ਗਿਣਤੀ ਯਾਦ ਕਰ ਲਓ ਤੂੰ ਤੇ ਹੂੰ। ਠੀਕ ਹੈ। ਹੁਣ ਆਪਣੇ ਕੋਲੇ ਇਹਨਾਂ ਚ ਦੇਖ ਲਓ, ਆਪਣਾ ਇਹਨੇ ਵਰਗਵੰਡ ਅੱਡ ਅੱਡ ਕੀਤਾ ਹੋਇਆ, ਡੰਡੇ ਲਾਏ ਹੋਏ ਆ। ਇੱਥੋਂ ਸ਼ੁਰੂ ਕਰ ਲੈਂਦੇ ਆਪਾਂ। ਪਹਿਲਾਂ ਟੈਂਕਾ। ਆ ਲੈ ਜੀ, ਟੈਂਕਾ ਤਾਂ ਜੀ 1 ਨੰਬਰ ਦਾ। 1 ਨੰਬਰ ਤਾਂ ਸਾਡੇ ਨਾਦੀ ਵਾਲੀ ਲਾਈਨ ਦੇ ਵਿੱਚ ਆਇਆ ਹੀ ਨਹੀਂਗਾ। ਠੀਕ ਹੈ। ਇਹਦੇ ਖਾਤਰ ਆਪਣਾ ਆਪਸ਼ਨ ਇਹ ਕੀ ਹੈ? ਆ ਲਓ ਜੀ ਤੱਤਾ। ਤੱਤਾ ਭਾਵੇਂ ਇੱਧਰੋਂ ਦੇਖ ਲਓ, ਭਾਵੇਂ ਇੱਧਰ ਦੇਖ ਲਓ, ਦੋਨੋਂ ਪਾਸੇ ਦੇਖ ਲਓ, ਕੋਈ ਦਿੱਕਤ ਨਹੀਂ। ਤੱਤਾ, ਤੱਤਾ ਨਾਦੀ ਵਾਲਾ ਪਾਸਾ ਦੇਖਣਾ। ਤੱਤਾ, ਤੱਤਾ ਤਾਂ ਜੀ 1 ਨੰਬਰ ਦਾ ਹੁੰਦਾ ਹੈ, ਲੇਕਿਨ ਇੱਥੇ ਨਾਦੀ ਤਾਂ ਤੀਜਾ, ਚੌਥਾ, ਪੰਜਵਾਂ ਹੁੰਦੇ ਆ। ਆ ਲਓ ਜੀ, ਇਹ ਵੀ ਹੈ ਨਹੀਂਗਾ ਆਪਣਾ ਤਾਂ। ਖੱਖਾ। ਖੱਖਾ ਜਿਹੜਾ ਕਹਿੰਦਾ ਹੈ ਕਿ ਖੱਖਾ ਦਾ ਕੱਕਾ ਖੱਖਾ 2 ਨੰਬਰ ਤੇ ਹੁੰਦਾ ਹੈਗਾ। 2 ਨੰਬਰ ਤੇ ਹੁੰਦਾ ਤਾਂ ਨਾਦੀ ਤਾਂ ਤੀਜਾ, ਚੌਥਾ, ਪੰਜਵਾਂ ਹੁੰਦੇ ਆ। ਠੱਠਾ ਹੈ, ਇਹ 2 ਨੰਬਰ ਤੇ ਹੁੰਦਾ ਹੈਗਾ। 2 ਨੰਬਰ ਜਿਹੜਾ ਹੁੰਦਾ ਮਹਾਪ੍ਰਾਣ ਹੁੰਦਾ ਹੈਗਾ, ਲੇਕਿਨ ਆਪਾਂ ਨੂੰ ਤਾਂ ਅਲਪ੍ਰਾਣ ਪੁੱਛਿਆ ਗਿਆ, ਪਹਿਲਾ, ਤੀਜਾ ਤੇ ਪੰਜਵਾਂ। ਠੀਕ ਹੈ। ਆਪਣਾ ਇਹ ਵੀ ਕੀ ਹੋ ਗਿਆ? ਹੈ ਨਹੀਂਗਾ। ਹੁਣ ਆਪਾਂ ਦੇਖਣਾ ਹੈਗਾ ਪਹਿਲਾ ਝੱਜਾ। ਇਹ ਆਉਂਦਾ ਹੈ ਜੀ ਝੱਜਾ 4 ਨੰਬਰ ਤੇ। ਨਈਆਂ ਇਹ ਆਉਂਦਾ ਜੀ ਆਪਣਾ 5 ਨੰਬਰ ਤੇ। ਹੁਣ ਇੱਧਰਲਾ ਆਪਣੇ ਕੋਲੇ ਨਾਦੀ ਹੈ, ਤੇ ਦੂਜਾ ਇੱਧਰਲਾ ਕਿਹੜਾ ਹੈਗਾ? ਅਲਪ੍ਰਾਣ। ਆਹ 4 ਨੰਬਰ ਤੇ ਹੈ। 4 ਨੰਬਰ ਤੇ ਹਾਂਜੀ ਨਾਦੀ ਹੁੰਦਾ ਹੈਗਾ। 5 ਨੰਬਰ ਤੇ ਅਲਪ੍ਰਾਣ ਹੈ, ਹਾਂਜੀ ਅਲਪ੍ਰਾਣ ਹੁੰਦਾ ਹੈਗਾ। ਇਹਦੇ ਖਾਤਰ ਆਪਣਾ ਆਪਸ਼ਨ ਕਿਹੜਾ ਹੋ ਗਿਆ? 1 ਨੰਬਰ ਸਹੀ।
कि नादी ते अल्परान दा सही जोड़ा किहड़ा हैगा। जोड़ा दा मतलब जोड़े दो इकट्ठे। तो हो गया अपना ये प्रश्न। अगले प्रश्न वाल वधदे हां। प्रश्न नंबर 20। प्रश्न नंबर 20 है भाषा दा धुनी रूप नहीं है। भाषा दे प्यारे विद्यार्थी दो रूप हुंदे हन। एक तो हुंदा है मौखिक ते एक हुंदा है लिखित। ठीक है ना, एक मौखिक ते एक लिखित दो रूप हुंदे हन। हुण भाषा दा धुनी रूप आ जिहड़ा हैगा ये धुनी रूप हुंदा है। आ जिहड़ा हुंदा है ये लिपि रूप हुंदा है। मौखिक जिहड़ा हुंदा है ये भाषा दा प्राथमिक रूप हुंदा है, क्योंकि यही पहला सब तो पहला होंद च आउंदा है। आ जिहड़ा हैगा ये भाषा दा सैकेंडरी रूप है। मौखिक जिहड़ा हैगा ये भाषा दा अस्थाई रूप हुंदा है। अस्थाई रूप हुंदा है भाषा दा मौखिक। लिखित जिहड़ा हुंदा है वह भाषा दा अस्थाई रूप हुंदा है। स्थाई रूप। ठीक है ना, इस तरीके नाल लिख। हुण इत्थे एक धुनियां की गल कर रहा है, ना कि यह लिपि दे अखरां की गल कर रहा है। भाषण भाषण अच्छा जी, भाषण भाषण जो आप दिन्ने आ, ठीक है, आप बोलते हैं मुख तो धुनियां उत्पन्न होनी है। अच्छा जी, ये अपना ऑप्शन नहीं गा। वाद विवाद वाद विवाद जो होंगे उदों भी धुनियां का इस्तेमाल करते हैं, आप अपने सामने बह के बोलते हैं, ये भी अपना है नहीं गा। लेख लेख जो आप लिखते हैं, ठीक है, उस समय आप काहदा इस्तेमाल कर रहे हैं, लिपि का, सॉरी काहदा इस्तेमाल, लिपि का इस्तेमाल करते हैं। तो जो आप लिपि का इस्तेमाल करते हैं, एग्जाम हॉल के बह के लिखते हैं, उस समय आप धुनियां का इस्तेमाल नहीं करते, आप बोलते नहीं, आप कोई एम बोल बोल के नहीं लिखते कि मैं आह लिखी जाना है। ठीक है ना, यदा मतलब ऑप्शन नंबर की हो गया अपना 3। संगीत दे विच भी गाने बजाण दे विच भी धुनियां का इस्तेमाल किया जाता, सुरां का इस्तेमाल किया जाता है। ठीक है ना, पंजाबियों का तो संगीत भी वैसे वखरा है। अपना ऑप्शन नंबर की होया 3। अगले प्रश्न वाल वधदे हां। अगला प्रश्न अपना कि गुरमुखी लिपि विच संयुक्त अखरां दी गिणती है। संयुक्त अखरां दी गिणती कितनी हैगी है? ऑप्शन 1 5, ऑप्शन 4 3 या 2। ठीक है, तो साथियों संयुक्त जिहड़े अखर हैगे है उन्हां दी गिणती कितनी है? 3 हैगी है। इन्हां नूं संयुक्त भी लिख दिंदे है, संयुक्त भी लिख दिंदे है, ते इन्हां नूं साथियों दुत अखर भी कह दिंदे हैगे। ठीक है ना, वैसे किते ना किते दुत अखर मैंने थोड़ा जिहा अखर तो रहिंदा भी इन्हां दुत अखर क्यों कहते हैगे। ठीक है ना, भी दुत की थोड़ी जी परिभाषा वक्री होंदी है। दुत का मतलब तो एक अखर नूं दूरा करना होंदा है। ठीक है ना, ठीक है, ते इन्हां दी गिनती कितनी है? 3। ते वो किहड़े अपने कोले? हाहा, रारा ते वावा। जिहड़ा आपां किसी दे पैरां च लाउने हैगे आ वो की हुंदे है? दुत हुंदे हैगे है। मैं लिखिया प्रेम, ठीक है ना, मैं रारा लाता जी। ठीक है ना, उसी तरीके नाल ये सारे लगदे तुरे जांदे हैगे। उस तो बाद अगला प्रश्न, ਉਹਦਾ उत्तर हो गया जी की। अगला प्रश्न है जी अपना कि टिप्पी लगा अखर की वरतों किन्नियां लगा नाल हुंदी है। पिछे आपां पढ़ी भी लगा अखर की हुंदे है, लग दे नाल लगण वाले। फिर आपां पढ़िया कि बिंदी लगा अखर जिहड़ा हैगा उहदी वरतों किन्ने नाल हुंदी है। अपना उत्तर सीगा जी 6 नाल। हुण ये पुछदा भी टिप्पी भी तुसीं कहंदे हो भी लगा अखर है, तो फिर इहदी वरतों किन्ने नाल हुंदी है। तो अपना उत्तर की आ जाऊगा साथियों 4 दे नाल। भी अपने कोले स्वर धुनियां कितनियां हैगियां? 10 हैगियां लगा स्वरां, ते उस तरीके नाल 4 नाल उहदी वरतों हो गई, ते बाकियां नाल किहदी वरतों हुई? 4 दे नाल। 4 नाल 6 नाल उहदी वरतों हो गई, ते 4 नाल काहदी वरतों हो गई? टिप्पी नाल। किहड़े किहड़े नाल? एक तां मुक्ते दे नाल, एक सिहारी दे नाल, एक औंकड़ दे नाल, ते एक दुलैंकड़ दे नाल। ठीक है, इन्हां नाल की हुंदी है साथियों? टिप्पी की वरतों की जाती है, टिप्पी की वरतों की जाती है। ठीक है ना, ये अपना होया 22वां प्रश्न।
ਜੇਕਰ ਫਿਰ ਵੀ ਕਦੇ ਜਿਹੜੇ ਬੱਚੇ ਕਿ ਪਹਿਲੀ ਵਾਰ ਪੰਜਾਬੀ ਲਿਖਦੇ ਹੈਗੇ ਹੈ ਜਾਂ ਨਹੀਂ ਪਤਾ ਲੱਗਦਾ ਵੀ ਆਹ ਚੀਜ਼ ਨਹੀਂ ਯਾਦ ਰਹਿੰਦੀ ਜਾਂ ਲਿਖਣ ਸਮੇਂ ਗਲਤੀ ਹੋ ਜਾਂਦੀ ਹੈ, ਤਾਂ ਯਾਦ ਰੱਖਣਾ ਸਾਥੀਓ ਕਿ ਜਿਵੇਂ ਆਪਣੇ ਕੋਲੇ ਕੋਈ ਵੀ ਆ ਇੱਕ ਅੱਖਰ ਹੈਗਾ, ਮੰਨ ਲਿਆ ਕਿ ਮੈਂ ਇੱਥੇ ਮੰਮਾ ਲਿਖਤਾ, ਕੱਕਾ ਹੋਵੇ, ਕੋਈ ਵੀ ਅੱਖਰ ਹੋਵੇ, ਇਹਦੇ ਜੇਕਰ ਲੱਗ ਸਾਥੀਓ ਉੱਤੇ ਲੱਗੀ ਹੋਈ ਹੈ ਤੇ ਜਾਂ ਪਿੱਛੇ ਲੱਗੀ ਹੋਈ ਹੈ, ਲੱਗ ਉੱਤੇ ਲੱਗੀ ਹੋਈ ਹੈ ਜਾਂ ਪਿੱਛੇ ਲੱਗੀ ਹੋਈ ਹੈ, ਤਾਂ ਉਹਦੇ ਉੱਤੇ ਜੇਕਰ ਤੁਸੀਂ ਅਨੁਨਾਸਿਕ ਜਾਂ ਨਾਸਿਕ ਨਾਦ ਪੈਦਾ ਕਰਨਾ ਚਾਹੁੰਦੇ ਹੋ, ਅੱਧਾ ਨੰਨਾ ਪੈਦਾ ਕਰਨਾ ਚਾਹੁੰਦੇ ਹੋ ਹਿੰਦੀ ਵਾਲਾ, ਤਾਂ ਉੱਥੇ ਕੀ ਆਉਂਦੀ ਹੈ? ਬਿੰਦੀ ਹੀ ਆਉਂਦੀ ਹੈ। ਜੇਕਰ ਲੱਗ ਅੱਗੇ ਲੱਗੀ ਹੋਈ ਹੈ ਤੇ ਥੱਲੇ ਲੱਗੀ ਹੋਈ ਹੈ ਤੇ ਤੁਸੀਂ ਅੱਧੇ ਨੰਨੇ ਦੀ ਅਨੁਨਾਸਿਕ ਆਵਾਜ਼ ਪੈਦਾ ਕਰਨਾ ਚਾਹੁੰਦੇ ਹੋ, ਨਾਸਿਕ ਆਵਾਜ਼ ਪੈਦਾ ਕਰਨਾ ਚਾਹੁੰਦੇ ਹੋ, ਤੇ ਉਸ ਸਮੇਂ ਕੀ ਆਪਾਂ ਅੱਖਰ ਤੋਂ ਬਾਅਦ ਕੀ ਲਾਉਂਦੇ ਆ? ਟਿੱਪੀ ਲਾਉਂਦੇ ਆ। ਠੀਕ ਹੈ, ਸਮਝਾਈ ਗੱਲ? ਉਧਰ ਬਿੰਦੀ, ਇੱਧਰ ਟਿੱਪੀ। ਹੁਣ ਮੈਂ ਤੁਹਾਨੂੰ ਲਗਾਂ ਲਿਖ ਕੇ ਦਿਖਾ ਦਿੰਦਾ ਹੈਗਾ। ਇਹਦੇ ਅੱਗੇ ਲੱਗ ਕਾਹਦੀ ਆਊਗੀ? ਜਾਂ ਤਾਂ ਮੁਕਤਾ ਤੇ ਜਾਂ ਸਿਹਾਰੀ। ਥੱਲੇ ਕਿਹਦੀ ਆਊਗੀ? ਔਂਕੜ ਦੀ ਤੇ ਦੁਲੈਂਕੜ ਦੀ। ਉਸ ਤੋਂ ਬਾਅਦ ਬਿਹਾਰੀ ਕਿੱਧਰ ਆ ਜਾਂਦੀ ਹੈ? ਇੱਧਰ। ਤੇ ਬਾਕੀ ਜਿਹੜੇ ਹੁੰਦੇ ਹੈਗੇ ਹੈ, ਲਾਂ ਹੈ, ਦੁਲਾਵਾਂ ਹੈ, ਉਸ ਤੋਂ ਬਾਅਦ ਹੋੜਾ ਹੈ ਤੇ ਕਨੋੜਾ ਹੈ, ਇਹ ਕਿੱਥੇ ਆਉਂਦੇ ਆ? ਉੱਤੇ ਆਉਂਦੇ ਹੈਗੇ ਹੈ, ਇਹ ਉੱਤੇ ਆਉਂਦੇ। ਇਹਦੇ ਖਾਤਰ ਆਹ ਚਾਰ ਭਰਾ ਹੈ, ਇਹਨਾਂ ਨਾਲ ਤਾਂ ਕੀ ਲੱਗਦੀ ਹੈ? ਟਿੱਪੀ। ਤੇ ਜਿਹੜੇ ਆਹ ਹੈਗੇ ਆ ਇੱਧਰਲੇ, ਠੀਕ ਹੈ, ਇੱਕ ਇਹਨਾਂ ਚੋਂ ਰਹਿ ਗਿਆ ਕੰਨਾ। ਆਹ ਜਿਹੜੇ 6 ਭਰਾ ਹੈ, 6 ਲਗਾਂ ਚ ਨੇ ਇੱਧਰਲੇ, ਇਹਨਾਂ ਨਾਲ ਕੀ ਲੱਗਦੀ ਹੈਗੀ ਹੈ ਸਾਥੀਓ? ਬਿੰਦੀ ਲੱਗਦੀ ਹੈਗੀ ਹੈ। ਬਿੰਦੀ 6 ਨਾਲ ਤੇ ਟਿੱਪੀ 4 ਨਾਲ। ਠੀਕ ਹੈ ਸਾਥੀਓ? ਤੇ ਇਹਦੇ ਖਾਤਰ ਆਪਣਾ ਆਪਸ਼ਨ ਕੀ ਹੋਇਆ? 4। ਸਾਥੀਓ ਇਹ ਅੱਜ ਪ੍ਰਸ਼ਨ ਸੀਗੇ ਜਿਹੜੇ ਤੁਹਾਡੇ ਦੇ ਨਾਲ ਸਾਂਝੇ ਕੀਤੇ ਗਏ ਹੈ। ਉਮੀਦ ਕਰੂੰਗਾ ਕਿ ਤੁਹਾਨੂੰ ਇਹ ਬਹੁਤ ਹੀ ਚੰਗੇ ਲੱਗੇ ਹੋਣਗੇ ਤੇ ਚੰਗਾ ਅਭਿਆਸ ਹੋਊਗਾ ਇਹਨਾਂ ਨਾਲ। ਕੁਛ ਇਹਦੇ ਪ੍ਰਸ਼ਨ ਹੁਣ ਜਿਹੜੇ ਬੱਚੇ ਹੈਗੇ ਆਪਾਂ ਅੱਗੇ ਲੈ ਕੇ ਆਵਾਂਗੇ। ਉਸ ਤੋਂ ਬਾਅਦ ਇੱਕ ਕਲਾਸ ਰੱਖਾਂਗੇ ਜਿਹਦੇ ਵਿੱਚ ਆਪਾਂ ਧੁਨੀ ਬੋਧ ਨੂੰ ਵਿਸਤਾਰ ਨਾਲ ਲਿਖਾਂਗੇ, ਚੰਗੇ ਨੋਟਸ ਬਣਾਵਾਂਗੇ ਤੇ ਚੰਗੀ ਤਿਆਰੀ ਕਰਾਂਗੇ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।